ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜਿਸ 'ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਪ੍ਰੋਗਰਾਮ YouTube 'ਤੇ ਚੱਲ ਰਿਹਾ ਜੀ ਲਾਈਵ, ਅਤੇ ਉੱਥੇ ਵੀ ਤੁਸੀਂ ਸੁਣ ਸਕਦੇ ਹਾਂ ਇਸ ਨੂੰ। ਇਸ ਦੇ ਵਿੱਚ ਅਸੀਂ ਕਾਲਸ ਕਰਕੇ ਇੱਕ ਦੂਜੇ ਨੂੰ ਹੋਮ ਰੈਮਡੀ ਦੱਸਦੇ ਹਾਂ ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਇਸ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਆ ਹੋਮ ਰੈਮਡੀ ਵਰਤਦੇ ਹੁੰਦੇ ਸੀਗੇ, ਉਹਨਾਂ ਦੀ ਗੱਲਬਾਤ ਆ ਇਸ ਪ੍ਰੋਗਰਾਮ ਦੇ ਵਿੱਚ ਹੁੰਦੀ ਹੈ। ਅਤੇ ਤੁਸੀਂ ਵੀ ਕਾਲ ਕਰਕੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੋਵੇ ਤਾਂ ਉਸ ਨੂੰ ਸ਼ੇਅਰ ਕਰ ਸਕਦੇ ਹਾਂ। ਹੋਮ ਰੈਮਡੀ ਅਤੇ ਮਤਲਬ ਹੁੰਦਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਉਹ ਸੌਖੀਆਂ ਹੀ ਸਟੋਰਾਂ ਤੋਂ ਮਿਲ ਜਾਂਦੀਆਂ, ਜਾਂ ਤੁਸੀਂ ਕਿਤਿਓਂ ਵੀ ਜਿੱਥੇ ਵੀ ਸਟੋਰ ਹੁੰਦੇ ਆ, ਪੰਸਾਰੀ ਦੀ ਦੁਕਾਨ ਹੋਵੇ ਕੋਈ ਵੀ ਹੋਵੇ, ਉੱਥੋਂ ਤੁਹਾਨੂੰ ਇਹ ਚੀਜ਼ਾਂ ਮਿਲ ਜਾਣ। ਆਪ ਬਣਾ ਕੇ ਜਿਸ ਤਰ੍ਹਾਂ ਦੱਸੀਆਂ ਜਾਂਦੀਆਂ ਉਸੇ ਤਰ੍ਹਾਂ ਲੌਕ ਕਰਕੇ ਇਹਨਾਂ ਨੂੰ ਤੁਸੀਂ ਲੈ ਸਕਦੇ ਹਾਂ। ਇਹੀ ਪ੍ਰੋਗਰਾਮ ਰੇਡੀਓ ਦੇ ਉੱਤੇ ਰਿਪੀਟ ਵੀ ਕੀਤਾ ਜਾਂਦਾ, ਪਰ ਤੁਸੀਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਹੁਣ ਸੁਣ ਵੀ ਰਹੇ ਹੋ। ਅਤੇ ਜੇ ਸੁਣਨਾ ਹੈ ਤਾਂ ਤੁਸੀਂ YouTube ਦੇ ਉੱਤੇ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹਾਂ। ਹੁਣ ਤੁਹਾਡੀਆਂ ਕਾਲਸ ਲਵਾਂਗੇ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਮਨਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ। ਮੈਂ ਪੁੱਛਣਾ ਸੀ, ਮੇਰੇ ਪਾਪਾ ਨੂੰ ਨਾ, ਉਹਨਾਂ ਨੂੰ ਜਿੱਦਾਂ ਉਹਨਾਂ ਦੇ ਫਲੂ ਜਿਹਾ ਵੱਜ ਜਾਂਦਾ ਵਾ ਬੋਡੀ 'ਚ, ਅਤੇ ਫਿਰ ਉਹਨਾਂ ਦੇ ਜਿੱਦਾਂ ਲੀਵਰ 'ਚ ਅਤੇ ਹਾਰਟ ਜਿਹੜਾ ਵਾ ਉਹ ਪੰਪ ਸਲੋਅ ਕਰਨ ਲੱਗ ਪੈਂਦਾ। ਜਿੱਦਾਂ ਜਦੋਂ ਵਾਕ ਕਰਦੇ ਫਿਰ ਉਹਨਾਂ ਨੂੰ ਸਾਹ ਬਹੁਤ ਚੜ੍ਹਦਾ ਵਾ, ਸਾਹ ਘੱਟ ਹੋਣ ਲੱਗ ਪੈਂਦਾ। ਉਹ ਅਤੇ ਜਿੱਦਾਂ ਡਾਕਟਰਾਂ ਦੇ ਤਾਂ ਦਵਾਈ ਚੱਲ ਰਹੀ, ਪਰ ਕੋਈ ਉਹਨਾਂ ਨੂੰ ਹੋ ਨਹੀਂ ਰਿਹਾ, ਸੋਲਿਊਸ਼ਨ ਨਹੀਂ ਮਿਲ ਰਿਹਾ ਵੀ ਕੀ ਕਰੀਏ। ਕੋਈ ਦੇਸੀ ਨੁਸਖਾ ਹੋਵੇ ਵੀ ਦੱਸੋ ਕੀ ਖਾਣ ਉਹ, ਜਿਹੜਾ ਉਹਨਾਂ ਦਾ ਫਲੂ 'ਚ ਨਾ ਵਧੇ, ਮੁੜ ਕੇ ਉਹਨਾਂ ਦਾ ਹਾਰਟ ਜਿਹੜਾ ਪੰਪ ਤੇਜ਼ ਕਰੇ। ਠੀਕ ਹੈ, ਬੋਡੀ 'ਚ ਪਾਣੀ ਹੋ ਜਾਂਦਾ, ਸਪੈਸ਼ਲੀ ਹਾਰਟ ਦੇ ਦੁਆਲੇ ਤੁਹਾਡਾ ਮਤਲਬ? ਹਾਰਟ ਦੇ ਦੁਆਲੇ ਹੋ ਜਾਂਦਾ ਵਾ ਉਹਨਾਂ ਦੇ ਪਾਣੀ। ਠੀਕ ਹੈ ਜੀ। ਹਾਂਜੀ ਹਾਂ, ਠੀਕ ਹੈ, ਆਪਾਂ ਪੁੱਛ ਲੈਂਦੇ ਹਾਂ, ਸ਼ਾਇਦ ਕਿਸੇ ਸਰੋਤੇ ਨੂੰ ਪਤਾ ਹੋਊਗਾ। ਹਾਂਜੀ, ਬਹੁਤ ਸਰੋਤੇ ਆ ਜਿਹੜੇ ਦੱਸਦੇ ਆ, ਫਿਰ ਬਾਅਦ ਮੈਂ ਕਿਹਾ ਸੁਣੂਗੀ ਸਾਰਾ ਪ੍ਰੋਗਰਾਮ। ਠੀਕ ਹੈ, ਥੈਂਕ ਯੂ ਜੀ। ਓਕੇ, ਥੈਂਕ ਯੂ ਭੈਣ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਅਤੇ ਸਰੋਤੇ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਰਣਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਪੁੱਛਣਾ ਸੀਗਾ 2 ਹਫ਼ਤੇ ਪਹਿਲਾਂ ਕਿ ਭਾਜੀ ਨੇ ਦੱਸਿਆ ਸੀਗਾ ਭਾਰ ਘਟਾਉਣ ਵਾਸਤੇ ਵੀ ਉਹ ਕੇਲੇ ਕੱਟ ਕੇ ਜਿਹੜੇ ਰਹਿਣਗੇ ਪਾਣੀ 'ਚ ਵੀ ਖਾਣੇ ਆ। ਹਾਂਜੀ। ਤੇ ਉਹ ਨਾਲ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਮਗਰੋਂ ਖਾਣਾ ਕੁਛ ਨਹੀਂ, ਫਿਰ ਨਾਲ ਵਿੱਚ ਉਹਨਾਂ ਕਿਹਾ ਵੀ ਪਾਣੀ ਪੀ ਸਕਦੇ ਆ, ਵੀ ਉਹ ਥੋੜ੍ਹਾ ਜਿਹਾ ਵੀ ਸੁਣਦੇ ਹੋਣ ਤੇ ਕਲੀਅਰ ਕਰ ਦੇਣ। ਠੀਕ ਹੈ ਜੀ। ਹਾਂਜੀ, ਪਾਣੀ ਪੀ ਸਕਦੇ। ਦੂਸਰਾ ਬੇਨਤੀ ਆ ਵੀ ਕਈ ਔਰਤਾਂ ਦੇ ਆਪਣੇ ਜਿੱਦਾਂ ਮੂੰਹ ਤੇ ਵਾਲ ਵਗੈਰਾ ਹੋ ਜਾਂਦੇ, ਇਹਦੇ ਬਾਰੇ ਵੀ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਦੱਸ ਦੇਣ ਜੀ। ਜ਼ਰੂਰ ਜੀ, ਜ਼ਰੂਰ ਜ਼ਰੂਰ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਨੇ ਲਿਖੇ ਹੁੰਦੇ ਆ, ਤੁਸੀਂ ਵਰਤੇ ਹੁੰਦੇ ਆ, ਅਤੇ ਪਲੀਜ਼ ਕਾਲ ਕਰਕੇ ਤੁਸੀਂ ਦੱਸ ਜ਼ਰੂਰ ਦਿਆ ਕਰੋ। ਇਹ ਦੂਸਰੇ ਦੀ ਹੈਲਪ ਆ, ਅਤੇ ਨਾਲ ਦੀ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਫੀਡਬੈਕ ਦੇਣੀ ਬਹੁਤ ਜ਼ਰੂਰੀ ਆ। ਅਤੇ ਜਦ ਤੁਹਾਡੀ ਕਾਲਸ ਆਉਂਦੀਆਂ ਆ ਅਤੇ ਉਸ ਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ, ਅਤੇ ਵਾਰੀ ਤੁਹਾਡੀਆਂ ਕਾਲਸ ਆ ਜਿਹੜੀਆਂ ਉਹ ਲੈ ਲਈਆਂ ਜਾਂਦੀਆਂ। ਅੱਗੇ ਲਖਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਸਾਡੇ ਸਰਦਾਰ ਜੀ ਨੂੰ, ਇਹੀ ਜਿਸ ਤਰ੍ਹਾਂ ਬੀਬੀ ਨੇ ਪੁੱਛਿਆ ਵੀ ਕਲੌਟ ਹੋਇਆ ਵਾ, ਇਸ ਤਰ੍ਹਾਂ ਉਹਨਾਂ ਲੱਤਾਂ 'ਚ ਕਲੌਟ ਹੋਇਆ, ਤਾਂ ਬੁਖਾਰ ਚੜ੍ਹਿਆ ਅਤੇ ਉਹਦੇ ਮਗਰੋਂ ਠੀਕ ਹੋ ਗਿਆ, ਹੁਣ ਲੱਤਾਂ ਦਰਦ ਕਰਦੀਆਂ। ਮੈਂ ਤਾਂ ਉਹਨਾਂ ਨੂੰ ਕਿਹਾ, ਤਾਂ ਮੈਂ ਕਿਹਾ ਲਸਣ ਵਾਲ ਕੇ, ਇੰਡੀਆ ਰਹਿੰਦੇ ਆ ਨਾ, ਲਸਣ ਵਾਲ ਕੇ ਦੁੱਧ 'ਚ ਪੀ ਲਓ। ਤਾਂ ਬਾਕੀ ਸਰੋਤੇ ਦੱਸਣਗੇ, ਜੋ ਦੱਸੇ ਉਹਨਾਂ ਨੂੰ ਠੀਕ ਲੱਗਿਆ। ਬਾਕੀ ਜਿਹੜਾ ਵੀਰ ਜੀ ਪੁੱਛਦੇ ਸੀ ਵਾਈਫ ਦੇ ਵਾਲ ਆਉਂਦੇ ਮੂੰਹ 'ਤੇ, ਉਹ ਜਿਹੜੀਆਂ ਜੰਡ ਦੀਆਂ ਫਲੀਆਂ ਦਾ ਉਹ ਲਾ ਸਕਦੇ ਹੋ। ਠੀਕ ਹੈ। ਹਾਂਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਨੇ ਗੁਰਚਰਨ। ਮੇਰੀ 3 ਚੀਜ਼ਾਂ ਸੀਗੀਆਂ ਸ਼ੂਗਰ ਦੀਆਂ। ਇਹ ਕਾਲੀ, ਦੂਜੀ ਮੇਥੀ ਸੀਗੀ, ਇਹ ਕਾਲੀ ਜੀਰੀ, ਅਤੇ ਤੀਜਾ ਨਹੀਂ ਮੈਨੂੰ 65 ਚੇਤੇ ਰਿਹਾ। ਤੀਜੀ ਚੀਜ਼ ਦਾ ਤੁਹਾਨੂੰ ਚੇਤਾ ਨਹੀਂ ਰਿਹਾ? ਹਾਂਜੀ, ਇੱਕ ਮੇਥੀ ਸੀ, ਇੱਕ ਤੁਸੀਂ ਕਲੌਂਜੀ ਤਾਂ ਨਹੀਂ ਸੀ? ਕਾਲੀ ਜੀਰੀ ਜੀ। ਠੀਕ ਹੈ। ਤੀਜੀ ਦਾ ਜੀ ਨਾਂ ਨਹੀਂ ਪਤਾ। ਠੀਕ ਹੈ, ਕੋਈ ਨਾ, ਆਪਾਂ ਪੁੱਛ ਲੈਂਦੇ, ਜੇ ਕਿਸੇ ਨੂੰ ਪਤਾ ਹੋਇਆ ਲਿਖਾ ਦੂੰਗਾ। ਹਾਂਜੀ, ਬਲੱਡ ਪ੍ਰੈਸ਼ਰ ਦਾ ਵੀ ਦੱਸਣਾ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਛੋਟੇ ਜਿਹੜੇ ਇਲਾਜ ਹੈ ਨਾ, ਕਰਕੇ ਬਹੁਤ ਲੋਕਾਂ ਨੂੰ ਆਰਾਮ ਆਉਂਦਾ ਹੈ। ਫੀਡਬੈਕ ਪਲੀਜ਼ ਜ਼ਰੂਰ ਦਿਓ। ਸੁਖਦੇਵ ਕੌਰ ਜੀ। ਸੁਖਦੇਵ ਕੌਰ ਜੀ। ਹਾਂਜੀ, ਬਲਵਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਕੌਰ, ਮੇਰਾ ਨਾ ਦਿਲ ਚੀਜ਼ ਨਾ ਹਜਮ ਨਹੀਂ ਹੁੰਦੀ ਹੈਗੀ, ਦਿਲ ਨੂੰ ਸਾੜ ਚੜ੍ਹਦਾ ਰਹਿੰਦਾ ਗਲ ਤੋਂ ਲਾ ਕੇ ਥੱਲੇ ਤਾਈਂ। ਠੀਕ ਹੈ। ਨਾ ਤਾਂ ਪਤਾ ਲੱਗਦਾ ਵੀ ਉਲਟੀ ਆਉਂਦੀ ਆ, ਨਾ ਪਤਾ ਲੱਗਦਾ ਕੋਈ ਖਾਧਾ ਪੀਤਾ, ਜਦੋਂ ਆਏ ਬਸ ਘਬਰਾ ਚੜ੍ਹਦਾ, ਪਤਾ ਨਹੀਂ ਕੀ ਗੱਲ ਆ।
ਕੋਈ ਆ ਨਹੀਂਗਾ ਬਈ ਖਾਣ ਪੀਣ 'ਚ ਬਈ ਪਤਾ ਨਹੀਂ ਗੋਲੀਆਂ ਗਾਲੀਆਂ ਪਤਾ ਨਹੀਂ ਬਹੁਤ ਜ਼ਿਆਦਾ ਖਾ ਹੁੰਦੀਆਂ ਖਣੀਆਂ ਉਹਨਾਂ ਦੇ ਨਾਲ, ਸਮਝ ਨਹੀਂ ਆ ਰਹੀ। ਠੀਕ ਹੈ ਜੀ। ਤੇ ਗੋਲੀਆਂ ਬਿਮਾਰੀ ਸੀਗੀ ਮੈਨੂੰ 2-3 ਸਾਲ ਦੀ, ਉਹ ਆਪਣੇ ਜਿਹੜੇ ਬਲੱਡ ਕੈਂਸਰ ਹੁੰਦਾ ਵਾ ਉਹਦੇ ਪਹਿਲਾਂ ਉਹ ਦਵਾਈਆਂ ਉਹ ਚੱਲਦੀਆਂ ਸੀ ਜੋ, ਤੇ ਹੁਣ ਬਲੱਡ ਉੱਲਾ ਚੱਲਣੋਂ ਹਟ ਗਿਆ ਜਾਣੀ ਹੁਣ ਉਹਨਾਂ ਗੋਲੀਆਂ ਲਾਈਆਂ ਨੇ ਕੀਮੋ ਦੀਆਂ ਤੇ ਹੋਰ ਕਈ ਗੋਲੀਆਂ ਨੇ ਤੇ ਉਹਨਾਂ ਦੇ ਜਿਹੜੀ ਹੁਣ ਮੈਨੂੰ ਜਾਣੀ ਬਹੁਤ ਖਾਈ ਜੋ ਖਾ ਵੀ ਨਾ ਮੈਨੂੰ ਭਰਾ ਚੜਦਾ। ਇੱਕ ਮੇਰੇ ਸਿਰ 'ਚ ਖਾਜ ਨਹੀਂ ਹੁਣ ਹਾਲ ਦਵਿੰਦਰ ਕੌਰ, ਪਤਾ ਨਹੀਂ ਮੈਂ ਬਹੁਤ ਕੁਛ ਵਰਤਿਆ ਸਮਝ ਨਹੀਂ ਆ ਰਹੀ। ਪੁੱਛ ਲੈਣੇ ਆਪਾਂ, ਪੁੱਛ ਲੈਣੇ। ਹਾਂ ਜ਼ਰੂਰ ਦੱਸੋ। ਮੈਂ ਬੜਾ ਔਖਾ ਮੇਰਾ ਖਾਧਾ ਪੀਤਾ ਮੇਰੇ ਅੱਜ ਮੈਂ ਨਹੀਂ ਕਿਸੇ ਲੋਟ ਆਉਂਦਾ। ਥੈਂਕ ਯੂ ਜੀ, ਥੈਂਕ ਯੂ। ਪਲੀਜ਼ ਜ਼ਰੂਰ ਜਿਹੜੀਆਂ 2, 4, 5 ਬਿਮਾਰੀਆਂ ਵੀ ਪੁੱਛੀਆਂ ਜਾਂਦੀਆਂ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਦਾ ਵੀ ਪਤਾ ਹੁੰਦਾ ਆ ਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ, ਜ਼ਰੂਰ ਪਲੀਜ਼ ਦੱਸ ਦਿਆ ਕਰੋ। ਇਹਦੀ ਨਾਲ ਦੀ ਨਾਲ ਦੱਸੀ ਵੀ ਜਾਂਦੇ ਸਾਡੇ ਕੋਲ ਡਾਕਟਰ ਨਹੀਂ ਕੋਈ ਵੀ, ਇਹ ਸਿਰਫ ਤੇ ਸਿਰਫ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਨੂੰ ਵਰਤ ਕੇ ਤੁਹਾਨੂੰ ਆਰਾਮ ਆਉਂਦਾ ਹੈ, ਉਹਨਾਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਸਿਮਰਨਜੀਤ ਸਿੰਘ, ਸਤਿ ਸ਼੍ਰੀ ਅਕਾਲ। ਸਿਮਰਨਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਹੈ ਜੀ, ਸਿਰ ਬਹੁਤ ਦਰਦ ਹੁੰਦਾ। ਇਹ ਹੋ ਹੀ ਜਾਂਦਾ ਸਿਰ ਦਰਦ ਤੁਹਾਡਾ? ਹਾਂਜੀ। ਬਲੱਡ ਪ੍ਰੈਸ਼ਰ ਤਾਂ ਨਹੀਂ ਹੈਗਾ ਨਾ? ਨਹੀਂ ਕੁਛ ਨਹੀਂ ਹੈਗਾ, ਸਿਰ ਦਰਦ ਉਦਾਂ ਹੀ ਹੋਈ ਜਾਂਦਾ। ਹਾਂਜੀ ਅਜੇ 20 ਸਾਲ ਦਾ। ਅੱਛਾ। ਹਾਂਜੀ ਠੀਕ ਹੈ ਜੀ, ਠੀਕ ਹੈ। ਹਾਂਜੀ ਠੀਕ ਹੈ। ਦੇਖੋ ਉਹਨਾਂ ਦੀ ਆਵਾਜ਼ ਤੇ ਲੱਗਦਾ ਸੀ ਵੀ ਬਹੁਤ ਤੰਗ ਆ ਗਏ, ਸਿਰ ਦੁਖੀ ਜਾਂਦਾ। ਸਿਰ ਤੋਂ ਕੀ ਲੈਣ, ਬਲੱਡ ਪ੍ਰੈਸ਼ਰ ਨਾਲ ਦੁਖਦਾ ਹੁੰਦਾ ਕਈਆਂ ਦਾ, ਉਹ ਵੀ ਨਹੀਂ ਹੈਗਾ ਉਹਨਾਂ ਨੂੰ, ਪਰ ਕੋਸ਼ਿਸ਼ ਕਰੋ ਜੇ ਕੋਈ ਦੱਸ ਸਕਦਾ ਤੇ। ਸੁਰਿੰਦਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਪੁੱਛਣਾ ਸੀਗਾ ਕਿ ਮੈਂ ਅੱਜ ਸਵੇਰ ਤੋਂ ਵੀ ਇੰਨੀ ਪਰੇਸ਼ਾਨ ਸੀ, ਮੇਰੇ ਸਟਮਕ ਦੇ ਨਾ ਰਾਈਟ ਸਾਈਡ ਤੇ ਜਿੱਦਾਂ ਬੱਕੀ ਕਹਿ ਦਿੰਦੇ ਪੰਜਾਬੀ 'ਚ, ਮੈਂ ਇਹੀ ਬੋਲਦੀ ਹੁਣ, ਤੇ ਉਹ ਨਾ ਜਿੱਦਾਂ ਮਤਲਬ ਕਿ ਮੈਨੂੰ ਐ ਫੀਲ ਹੁੰਦਾ ਆ ਵੀ ਉੱਥੋਂ ਕੱਸ ਜਿਹਾ ਹੋ ਜਾਂਦਾ ਆ। ਹੁਣ ਮੈਨੂੰ ਪਤਾ ਨੀ ਗਾ ਕੀ ਗੱਲ ਆ, ਤੇ ਮੈਂ ਦੁੱਧ ਵੀ ਚੇਂਜ ਕੀਤਾ, ਬੇਟੀ ਨੇ ਹੋਰ ਕੋਈ ਮੈਨੂੰ ਦੱਸਿਆ ਸੀਗਾ ਤੇ ਚਾਹ ਹੀ ਪੀਂਦੀ, ਦੁੱਧ ਤਾਂ ਪੀਂਦੀ ਨਹੀਂ, ਬਟ ਸਵੇਰ ਦਾ ਮੈਨੂੰ ਬਹੁਤ ਜਿੱਦਾਂ ਮਤਲਬ ਕਿ ਨਾ ਹੋ ਜਾਂਦਾ ਸਟਮਕ ਕੱਸਿਆ ਰਾਈਟ ਸਾਈਡ ਤੇ ਹੀ ਹੁੰਦਾ ਹਮੇਸ਼ਾ। ਅੱਛਾ। ਵੀ ਜੇ ਕਿਸੇ ਨੂੰ ਪਤਾ ਹੋਵੇ, ਜੇ ਕਿਸੇ ਨਾਲ ਹੋਇਆ ਹੋਵੇ ਹਨਾ ਜਿੱਦਾਂ। ਠੀਕ ਹੈ ਜੀ। ਤੇ ਮੈਨੂੰ ਜ਼ਰੂਰ ਕੋਈ ਹੋਮ ਰੈਮਡੀ ਦੱਸਣਾ। ਥੈਂਕ ਯੂ। ਪੁੱਛ ਲੈਣੇ। ਥੈਂਕ ਯੂ ਜੀ, ਥੈਂਕ ਯੂ। ਦੁੱਧ ਤਾਂ ਤੁਸੀਂ ਪੀਂਦੇ ਵੀ ਨਹੀਂ ਗੇ, ਤੇ ਜੇ ਕੋਈ ਹੋਰ ਦੱਸ ਸਕਦਾ ਵੀ ਇਹਨਾਂ ਦੀ ਰਾਈਟ ਸਾਈਡ ਤੋਂ ਜਿਹੜੀ ਬੱਖੀ ਆ ਕੱਸੀ ਕਿਉਂ ਰਹਿੰਦੀ ਆ। ਕੁਲਵਿੰਦਰ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਆਪਣੇ ਮਿਹਦੇ 'ਚ ਗਰਮੀ ਆ, ਜੇ ਕਿਸੇ ਨੂੰ ਪਤਾ ਹੋਵੇ ਨਾ ਵੀ ਉਹਦੇ ਬਾਰੇ ਦੱਸਿਓ ਕੀ ਲੈਣਾ ਚਾਹੀਦਾ। ਮਿਹਦੇ 'ਚ ਗਰਮੀ ਆ ਸਿਰ ਦੀ। ਠੀਕ ਆ, ਠੀਕ ਹੈ। ਹਾਂਜੀ ਠੀਕ ਹੈ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਹੁਣ ਬਾਰੀ ਆਉਣ 'ਤੇ ਆ ਮਿਹਦੇ ਦੀ ਗਰਮੀ ਦਾ ਦੱਸਿਆ ਹੋਇਆ, ਲਿਖਾਇਆ ਹੋਇਆ ਆ, ਅਤੇ ਪਲੀਜ਼ ਜ਼ਰੂਰ ਹੈਲਪ ਕਰ ਦਿਓ ਇਹਨਾਂ ਦੀ। ਅਗਲੇ ਕਾਲਰ ਨੇ ਸਾਡੇ ਸਾਹਿਬ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਸੁਖਤੇਜ ਆ ਜੀ। ਸੁਖਤੇਜ ਜੀ। ਹਾਂਜੀ ਭੈਣ ਜੀ, ਭਾਜੀ ਨੂੰ ਪੁੱਛਦੇ ਸੀ ਨਾ ਵੀ ਕੇਲੇ ਖਾਣੇ ਆ ਤਾਂ ਉਸ ਤੋਂ ਬਾਅਦ ਪਾਣੀ ਪੀ ਸਕਦੇ ਆ ਉਹ ਵੇਟ ਲੂਸ ਲਈ। ਉਹ ਕੇਲੇ ਭੈਣ ਜੀ ਸ਼ਾਮ ਨੂੰ ਖਾਣੇ ਆ, ਜਿਹੜੀ ਆਪਣੀ ਸ਼ਾਮ ਦੀ ਡਾਈਟ ਹੈ ਨਾ ਉਹ ਤੁਸੀਂ। ਅੱਛਾ, ਸ਼ਾਮ ਦਾ ਖਾਣਾ ਆ ਉਹ ਸ਼ਾਮ ਦਾ ਖਾਣਾ ਆ, ਉਸ ਤੋਂ ਬਾਅਦ ਨਹੀਂ ਕੁਛ ਖਾਣਾ। ਠੀਕ ਹੈ, ਕਿਤੇ ਸਵੇਰੇ ਹੀ ਨਾ ਖਾ ਕੇ ਬਾਅਦ ਵਿੱਚ ਭੁੱਖੇ ਰਹੋ। ਠੀਕ ਹੈ। ਨਹੀਂ ਭੈਣ ਜੀ, ਉਹ ਜਿੱਦਾਂ ਤੁਸੀਂ ਸਵੇਰੇ ਖਾਣਾ ਸਾਰਾ ਕੁਛ, ਸ਼ਾਮ ਨੂੰ ਵੀ ਦੁਪਹਿਰੇ ਵੀ ਖਾਣਾ ਆ। ਜਿੱਦਾਂ ਆਪਾਂ ਸ਼ਾਮ ਨੂੰ ਸੌਣਾ ਹੁੰਦਾ ਨਾ, ਸ਼ਾਮ ਨੂੰ ਆਪਾਂ ਨੂੰ ਭੁੱਖ ਨਹੀਂ ਲੱਗਦੀ, ਆਪਾਂ ਸ਼ਾਮ ਨੂੰ ਖਾਣੇ ਆ ਤੇ ਉਹ ਸ਼ਾਮ ਨੂੰ ਖਾ ਕੇ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਪੀ ਸਕਦੇ ਆ। ਠੀਕ, ਟਰਾਈ ਕਰੋ ਕੋਸਾ ਪਾਣੀ ਪੀਣ ਲਈ। ਠੀਕ ਹੈ ਜੀ। ਹਾਂਜੀ, ਤੇ ਇੱਕ ਭਾਜੀ ਨੂੰ ਪੁੱਛਦੇ ਸੀ ਨਾ ਮੇਰਾ ਸਿਰ ਦੁਖਦਾ ਆ। ਹਾਂਜੀ ਇੱਥੋਂ ਆਪਣੇ ਇੱਥੇ ਰੇਡੀਓ ਤੇ ਮੈਂ ਲਿਖਿਆ ਆ, ਉਹ ਕਹਿੰਦੇ ਸੀ ਭਈ ਕੋਸਾ ਪਾਣੀ ਪੀਣਾ ਸ਼ੁਰੂ ਕਰਨ ਉਹ। ਠੀਕ ਹੈ, ਠੀਕ ਹੈ। ਠੰਡਾ ਪਾਣੀ ਬਿਲਕੁਲ ਨਹੀਂ। ਤੇ ਦੂਜਾ ਭੈਣ ਜੀ, ਮੇਰੀ ਵਾਈਫ ਆ, ਉਹਨੇ ਨਾ ਦੋਨੋਂ ਟੀਕੇ ਲੱਗੇ ਹੋ ਆ ਮੈਡਰੋਨਾ ਦੇ। ਹਾਂਜੀ। ਪਰ ਉਹਦੀਆਂ ਲੱਤਾਂ ਬਹੁਤ ਦੁਖਦੀਆਂ। ਇਹ ਸਾਈਡ ਇਫੈਕਟ ਹੈਗੇ ਆ ਉਹਨਾਂ ਦੇ, ਬਹੁਤ ਲੋਕੀ ਔਖੇ ਆ। ਹਾਂਜੀ ਇੱਕ ਉਹਦਾ ਟ੍ਰਾਂਸਪਲਾਂਟ ਹੋਇਆ ਕਿਡਨੀ ਦਾ, ਤੇ ਉਹ ਬਹੁਤੀਆਂ ਦਵਾਈਆਂ ਵੀ ਨਹੀਂ ਖਾ ਸਕਦੀ। ਹਾਂਜੀ ਤੇ ਜੇ ਕਿਸੇ ਨੂੰ ਕੁਝ ਪਤਾ ਹੋਵੇ, ਮਤਲਬ ਬਹੁਤ ਜ਼ਿਆਦਾ ਹੀ ਹੈਗੀ ਆ ਜ਼ਿਆਦਾ ਲੱਤਾਂ ਦੇ। ਠੀਕ ਹੈ। ਹਾਂਜੀ, ਠੀਕ, ਪੁੱਛ ਲੈਣੇ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਲੋਕਾਂ ਨੂੰ ਕੰਪਲੀਕੇਸ਼ਨ ਆਈਆਂ ਜੀ ਟੀਕਿਆਂ ਤੋਂ ਬਾਅਦ। ਠੀਕ ਹੈ, ਤੁਸੀਂ ਡਾਕਟਰ ਦੇ ਜਾਓਗੇ, ਉਹ ਵੀ ਨਹੀਂ ਮੰਨਦੇ ਕਿਉਂਕਿ ਕੋਈ ਇਹਨਾਂ ਦੇ ਉੱਤੇ ਐਡੀ ਖੋਜ ਨਹੀਂ ਸੀ ਹੋਈ। ਚਲੋ ਵੇਲੇ ਸਿਰ ਇੱਕ ਟੀਕਾ ਮਿਲ ਗਿਆ ਸੀਗਾ ਜਿਹਨੂੰ ਲੋਕੀ ਲਵਾ ਕੇ ਕਹਿੰਦੇ ਵੀ ਅਸੀਂ ਠੀਕ ਆ, ਪਰ ਕੰਪਲੀਕੇਸ਼ਨਾਂ ਹੈਗੀਆਂ। ਜੇ ਕਿਸੇ ਨੂੰ ਹੋਈ ਸੀ, ਕਿਸ ਤਰ੍ਹਾਂ ਹਟੀ ਆ, ਉਹ ਜ਼ਰੂਰ ਦੱਸਿਓ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਨਾ ਗ੍ਰੈਂਡ ਸਨ ਆ 12 ਸਾਲ ਦੀ ਇੰਡੀਆ ਦੇ ਵਿੱਚ, ਤੇ ਉਹ ਨਾ ਪਹਿਲਾਂ ਜਦੋਂ 3 ਸਾਲਾਂ ਦੀ ਸੀ ਉਦੋਂ ਵੀ ਉਹਨੂੰ ਮੂੰਹ ਦਾ ਹਾਫ ਸਾਈਡ ਤੇ ਪੈਰਾਲਾਈਸਿਸ ਹੋ ਗਿਆ ਸੀ, ਜਿੱਦਾਂ ਅੱਖ ਖੁੱਲੀ ਰਹਿੰਦੀ ਆ, ਮੂੰਹ ਏਦਾਂ ਖੁੱਲਾ ਰਹਿੰਦਾ ਵਾ, ਪਾਣੀ ਵਿੱਚ ਦੀ ਨਿਕਲ ਜਾਂਦਾ। ਹੁਣ ਵੀ 12 ਸਾਲ ਬਾਅਦ ਉਹਨੂੰ ਪਰਸੋਂ ਏਦਾਂ ਹੋਈ ਆ। ਜੇ ਕਿਸੇ ਨੂੰ ਕੋਈ ਪਤਾ ਹੋਵੇ ਤੇ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ, ਅੱਖ ਵੀ ਏਦਾਂ ਖੁੱਲੀ ਰਹਿੰਦੀ ਆ ਤੇ ਮੂੰਹ ਵੀ ਏਦਾਂ ਜਿੱਦਾਂ ਹਾਫ ਸਾਈਡ ਆ, ਇੱਕੋ ਸਾਈਡ ਹੀ।
ਠੀਕ ਹੈ ਜੀ। ਹਾਂਜੀ, ਜੇ ਕਿਸੇ ਨੂੰ ਭੈਣ ਭਰਾ ਨੂੰ ਪਤਾ ਹੋਵੇ ਨੁਸਖਾ ਕੋਈ ਪੈਰਾਲਾਈਸਿਸ ਕਹਿੰਦੇ ਆ ਡਾਕਟਰ। ਠੀਕ ਹੈ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਸਤਿ ਸ਼੍ਰੀ ਅਕਾਲ। ਪੈਰਾਲਾਈਜ਼ ਤਾਂ ਕਹਿੰਦੇ ਆ ਲੋਕੀ, ਤੇ ਪਰ ਜੇ ਕਿਸੇ ਕੋਲ ਹੋਮ ਰੈਮਡੀ ਹੈਗੀ ਆ, ਚਲੋ ਕਈ ਵਾਰੀ ਹੋਮ ਰੈਮਡੀ ਨਾਲ ਪੂਰਾ ਇਲਾਜ ਨਹੀਂ ਆਉਂਦਾ, ਥੋੜ੍ਹਾ ਬਹੁਤਾ ਤਾਂ ਪਤਾ ਲੱਗੇ ਜਾਂਦਾ ਆ। ਵੈਸੇ ਡਾਕਟਰਾਂ ਨੇ ਦੱਸਿਆ ਹੈ, ਡਾਕਟਰਾਂ ਕੋਲ ਤਾਂ ਜਾਂਦੇ ਆ, ਅਤੇ ਉਹ ਤੁਸੀਂ ਜ਼ਰੂਰ ਦੱਸ ਦਿਓ ਜੀ ਜੇ ਕਿਸੇ ਨੂੰ ਪਤਾ। ਅਤੇ 4082725200 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਨੇ ਸਾਡੇ ਨਾਲ ਹਰਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀਗਾ, ਇੱਕ ਮੇਰਾ ਭਾਣਜਾ ਜੀ ਉਹਦੇ ਨਾ ਮੋਢੇ ਦੁਖਦੇ, ਉਹਦੇ ਕਹਿੰਦੇ ਮਸਲ ਟੀਅਰ ਹੋਏ ਹੋਏ ਆ। ਅੱਛਾ ਜੀ। ਜਾਂ ਮਾਸਪਟਿਆ ਕਹਿੰਦੇ ਹੋਣੇ, ਮੈਨੂੰ ਪਤਾ ਨਹੀਂ, ਮਸਲ ਟੀਅਰ ਕਹਿ ਰਹੇ ਸੀਗੇ। ਹਾਂਜੀ, ਇੱਕ ਮੇਰਾ ਭਰਾ ਜੀ, ਉਹਦੇ ਗੋਡੇ ਬਹੁਤ ਜ਼ਿਆਦਾ ਦੁਖਦੇ ਆ, ਥੋੜ੍ਹੇ ਬਹੁਤ ਟੇਢੇ ਮੇਢੇ ਜਿਹੇ ਵੀ ਹੋਏ ਪਏ ਆ। ਜੇ ਕਿਸੇ ਨੂੰ ਕੁਛ ਪਤਾ ਹੋਵੇ ਥੋੜ੍ਹਾ ਬਹੁਤ ਤਾਂ ਮੈਨੂੰ ਜ਼ਰੂਰ ਦੱਸਿਓ ਜੀ, ਹੈ ਨਾ ਜੀ। ਠੀਕ ਹੈ ਜੀ। ਹਾਂਜੀ ਓਕੇ ਜੀ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਤੁਹਾਡੀਆਂ ਕਾਲਸ ਲੈਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਦੋਂ ਤੁਹਾਡੀ ਕਾਲ ਆਉਂਦੀ ਹੈ ਉਸ ਨੂੰ ਹੋਲਡ 'ਤੇ ਪਾ ਕੇ ਫਿਰ ਤੁਹਾਡਾ ਨਾਂ ਲੈਂਦੇ ਹਾਂ ਜੀ। ਜਗਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪਿਛਲੀ ਵਾਰੀ ਇੱਕ ਨੇ ਪੁੱਛਿਆ ਸੀਗਾ ਵੀ ਧਤੂਰਾ ਕਿੱਥੋਂ ਮਿਲਦਾ ਫਰਿਜਨੋ ਚ। ਧਤੂਰਾ, ਹਾਂਜੀ। ਉਹ ਆਪਣੇ ਬੈਲਮਾਊਂਟ ਆ, ਬੈਸਟ ਬੈਲਮਾਊਂਟ ਦੇ ਉੱਤੇ ਆ। ਜਦੋਂ ਬਰੌਲੀ ਨੂੰ ਕੱਟਦੀ ਹੈ, ਬਰੌਲੀ ਤੋਂ 180 ਨੂੰ ਜਾਣਾ ਹੁੰਦਾ, ਰੇਲਵੇ ਲਾਈਨ ਆਉਂਦੀ ਹੈ ਨਾਲ ਹੀ, ਥੋੜ੍ਹਾ ਜਿਹਾ ਗਾਂਹ ਜਾ ਕੇ। ਹਾਂਜੀ। ਉਹ ਰੇਲਵੇ ਲਾਈਨ ਦੇ ਉੱਤੇ, ਉੱਥੇ ਦੋਨੀ ਪਾਸੇ ਹੈਗਾ ਧਤੂਰਾ ਲੱਗਿਆ ਹੋਇਆ, ਧਿਆਨ ਨਾਲ ਉੱਥੋਂ ਲੈ ਸਕਦੇ। ਠੀਕ ਹੈ ਜੀ। ਹਾਂਜੀ, ਉਹ ਕੋਈ ਭੈਣ ਜੀ ਪੁੱਛਦੇ ਸੀ ਪਿਛਲੀ ਵਾਰੀ, ਪਰ ਉਹ ਟਾਈਮ ਲੰਘ ਗਿਆ ਸੀ। ਮੈਂ ਮੰਗਲਵਾਰ ਤਾਂ ਮੈਂ ਦੱਸ ਨਹੀਂ ਸਕਿਆ, ਤੇ ਮੈਂ ਫਿਰ ਤੋਂ ਬਾਅਦ ਸੁਣਿਆ ਸੀ ਉਹਦੇ 'ਚ ਮੈਂ ਦੱਸਿਆ ਸੀ। ਥੈਂਕ ਯੂ ਜੀ। ਹਾਂਜੀ, ਉਹ ਹਾਂਜੀ ਬਰੌਲੀ ਦੇ ਉੱਤੇ ਬੈਲਮਾਊਂਟ ਤੋਂ, ਉਹ ਬੈਸਟ ਬੈਲਮਾਊਂਟ ਤੋਂ ਆਉਣਾ ਹੈ, ਅਤੇ ਉਹ ਜਦੋਂ 180 ਨੂੰ ਜਾਣਾ ਵਾ, ਰੇਲਵੇ ਲਾਈਨ ਆਉਂਦੀ ਹੈ ਨਾਲ ਹੀ, ਰੇਲਵੇ ਲਾਈਨ ਦੇ ਉੱਤੇ ਦੋਨੀ ਪਾਸੇ ਖੜਾ ਵਾ ਕਾਫੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ, ਇਹਨੂੰ ਕਹਿੰਦੇ ਆ ਵੀ ਆਪਾਂ ਫਿਕਰ ਬਹੁਤ ਕਰਦੇ ਇੱਕ ਦੂਜੇ ਦਾ। ਆਪਾਂ ਧਤੂਰਾ ਲੈਣਾ ਕਿਵੇਂ ਆ, ਕਿਸ ਤਰ੍ਹਾਂ ਉਹਨੂੰ ਕੀ ਕਰਨਾ ਆ, ਕਿਉਂਕਿ ਕਈ ਵਾਰ ਸਿੱਧੀਆਂ ਚੀਜ਼ਾਂ ਲੈਣੀਆਂ ਜਿਹੜੀਆਂ ਨਾ, ਉਹ ਕਈ ਵਾਰ ਨੁਕਸਾਨ ਨਾ ਹੋਵੇ, ਇਸ ਕਰਕੇ ਤੁਸੀਂ ਲੈਣਾ ਕਿਵੇਂ ਆ ਉਹਦਾ ਜ਼ਰੂਰ ਖਿਆਲ ਰੱਖਣਾ ਆ। ਕਮਲੇਸ਼। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 2 ਹਫ਼ਤੇ ਪਹਿਲਾਂ ਵੀ ਕਾਲ ਕੀਤੀ ਸੀ ਕਿ ਜਿੱਦਾਂ ਮੇਰੀ ਚੈਸਟ ਦੇ ਵਿੱਚ ਬਹੁਤ ਪੇਨ ਹੁੰਦੀ ਰਹਿੰਦੀ ਆ, ਤੇ ਉਹਦੇ ਲਈ ਰਾਣੀ ਕਾਲੋ ਜੀ ਹੁਣੀ ਦੱਸਿਆ ਸੀ ਕਿ ਅਰਥਨ ਵੇਰੀ ਦੇ ਕੈਪਸੂਲ ਜਿਹੜੇ ਉਹਨਾਂ ਨੂੰ ਜਿੱਦਾਂ ਸਾਈਡ ਇਫੈਕਟ ਜਾਂ ਮੇਬੀ ਇੰਜੈਕਸ਼ਨ ਤੋਂ ਬਾਅਦ ਹੋ ਗਿਆ, ਜਿਹੜੇ ਆਪਣੇ ਲੱਗੇ ਆ ਨਾ COVID-19 ਦੇ, ਤੇ ਮੇਰੇ ਦਿਲ ਉਹੀ ਆ ਜਿੱਦਾਂ ਕਦੀ ਕਿਸੇ ਪਾਰਟ ਵਿੱਚ ਕਾਫੀ ਜ਼ਿਆਦਾ ਸ਼ਾਰਪ ਪੇਨ ਹੁੰਦੀ ਰਹਿੰਦੀ ਆ। ਜੇ ਤਾਂ ਕਿਸੇ ਹੋਰ ਨੂੰ ਵੀ ਪਤਾ ਹੋਵੇ ਉਹ ਵੀ ਇਹਦੇ ਬਾਰੇ ਦੱਸਣ। ਤੇ ਇੱਕ ਮੈਂ ਉਹਨਾਂ ਨੂੰ ਇਹੀ ਰਿਕੁਐਸਟ ਆ ਵੀ ਜਿੱਦਾਂ ਵੀ ਬੋਲ ਕੇ ਮੈਨੂੰ ਸਪੈਲਿੰਗ ਲਿਖਾ ਦੇਣ ਵੀ ਇਹ ਕੈਪਸੂਲ ਕਿੱਥੋਂ ਮਿਲਦੇ ਆ, ਤੇ ਇਹ ਵੀ ਮੈਨੂੰ ਨਾਲ ਦੱਸਣ, ਤੇ ਉਹਨਾਂ ਦੇ ਕੈਪਸੂਲ ਦੇ ਪ੍ਰੋਪਰ ਸਪੈਲਿੰਗ ਲਿਖਾ ਦੇਣ ਵੀ ਕੀ ਆ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਇੱਕ ਜਿਨ੍ਹਾਂ ਨੇ ਵਿੱਚ ਕਾਲ ਕੀਤੀ ਸੀ ਉਹਨਾਂ ਦੇ ਸਿਰ ਦੇ ਵਿੱਚ ਦਰਦ ਜਿਹੀ ਰਹਿੰਦੀ ਆ, ਵੈਸੇ ਤਾਂ ਟਾਈਗਰ ਬਾਮ ਵੀ ਲਾ ਲਈ ਜਾਵੇ ਤਾਂ ਮੱਥੇ ਤੇ ਉਹਨਾਂ ਵੀ ਫਰਕ ਪੈ ਜਾਂਦਾ ਹੈ। ਠੀਕ ਹੈ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਜੇ ਹੋਰ ਵੀ ਕੋਈ ਹੁਣ ਸੁਣਦਾ ਹੋਵੇ ਦੱਸ ਦੇਵੇ ਹੈ ਨਾ ਵੀ ਇਹਦਾ ਕੀ ਹੋਣਾ ਚਾਹੀਦਾ। ਸਾਰੀ ਚੈਸਟ ਦੇ ਵਿੱਚ ਜਿੱਦਾਂ ਕਦੀ ਨੈਕ ਤੇ ਹੋਣ ਲੱਗ ਜਾਂਦੀ ਆ, ਕਦੀ ਜ਼ਿਆਦਾ ਥੱਲੇ ਕਾਫੀ ਪੇਨ ਹੁੰਦੀ ਰਹਿੰਦੀ ਹੈ। ਠੀਕ ਹੈ ਜੀ। ਹਾਂਜੀ, ਤੇ ਇੱਕ ਇਹ ਵੀ ਮੈਂ ਦੱਸਣਾ ਸੀ, ਮੇਰੇ ਗਲੇ ਦੇ ਵਿੱਚ ਨਾ ਛਾਲੇ ਹੋ ਜਾਂਦੇ ਆ ਜਿੱਦਾਂ ਸਾਈਡਾਂ ਤੇ, ਜਦੋਂ ਵੀ ਮੈਂ ਇੱਦਾਂ ਕੋਈ ਜਿੱਦਾਂ ਆਪਣੇ ਚੌਲ ਵਗੈਰਾ ਖਾ ਲਵਾਂ ਜਾਂ ਤਲੀਓ ਕੋਈ ਚੀਜ਼, ਯੂਜ਼ਲੀ ਜਿੱਦਾਂ ਬਹੁਤ ਪਰਹੇਜ਼ ਕਰਦੀ ਹਾਂ ਮੈਂ, ਕਦੀ 4-5 ਸਾਲ ਤੋਂ ਚਾਹ ਵੀ ਨਹੀਂ ਪੀਤੀ ਹੈਗੀ, ਉਹਦੇ ਨਾਲ ਵੀ ਹੋ ਜਾਂਦਾ, ਬਟ ਉਹ ਹਟਦੇ ਨਹੀਂ ਹੈਗੇ। ਕਈ ਵਾਰ ਤਾਂ ਜਿੱਦਾਂ ਉਹ ਵਿੱਚ ਏਦਾਂ ਛਾਲੇ ਜਾਂ ਏਦਾਂ ਦਿਸਣ ਲੱਗ ਜਾਂਦੀ, ਉਹਨਾਂ ਦੇ ਉੱਪਰਲੀ ਜਿਹੜੀ ਸਕਿਨ ਜਿਹੀ ਹੁੰਦੀ ਆ, ਫਿਰ ਉਹ ਨਿਕਲ ਜਾਂਦੇ ਆਪਣੇ ਆਪ, ਜਿੱਦਾਂ ਆਪਾਂ ਬਰਸ਼ ਕਰਕੇ ਜਾਂ ਕੁੱਦਾਂ। ਹਾਂਜੀ, ਉਹ ਮੁੜ ਕੇ ਫਿਰ ਥੋੜੇ ਦਿਨਾਂ ਬਾਅਦ ਉਹੀ ਸ਼ੁਰੂ ਹੋ ਜਾਂਦਾ ਉਹਨਾਂ ਦਾ ਕੰਮ। ਠੀਕ ਹੈ ਜੀ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਜ਼ਰੂਰ ਤੇ ਜ਼ਰੂਰ ਉਹ ਮੈਨੂੰ ਇਹਦੇ ਅਰਥਨ ਵੇਰੀ ਦੇ ਕੈਪਸੂਲ ਜਿਹੜੇ ਉਹ ਮੈਨੂੰ ਦੱਸਣ, ਕਿਉਂਕਿ ਮੈਂ ਡਾਕਟਰਾਂ ਦੇ ਜਾਂਦੀ ਰਹਿੰਦੀ ਹਾਂ, ਫਿਰ ਗਾਂਹ ਦੀ ਗਾਂਹ ਫਿਰ ਜ਼ਿਆਦਾ ਟੈਨਸ਼ਨ ਪੈ ਜਾਂਦੀ ਹੈ। ਥੈਂਕ ਯੂ ਜੀ, ਥੈਂਕ ਯੂ। ਆਪਾਂ ਜ਼ਰੂਰ ਕਮਲੇਸ਼ ਜੀ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਜ਼ਰੂਰ ਸ਼ੇਅਰ ਜ਼ਰੂਰ ਕਰ ਲਓ। ਕੇਵਲ ਸਿੰਘ ਜੀ। ਸਤਿ ਸ਼੍ਰੀ ਅਕਾਲ ਬਰਿੰਦਰ ਭੈਣ ਜੀ, ਕੇਵਲ ਸਿੰਘ ਬੋਲ ਰਿਹਾ ਮੈਂ। ਸਤਿ ਸ਼੍ਰੀ ਅਕਾਲ। ਇੱਕ ਥੋੜੇ ਦਿਨ ਪਹਿਲਾਂ ਮੇਰੇ ਖਿਆਲ ਲਾਸਟ ਮੰਗਲਵਾਰ ਨੂੰ ਪੁੱਛਿਆ ਸੀ ਕਿਸੇ ਨੇ ਵੀ ਉਹਦੇ ਬੁੱਟ ਢਿੱਲੇ ਹੋ ਗਏ ਤੇ ਦੰਦ ਵੀ ਲੂਜ਼ ਹੋਈ ਜਾਂਦੇ ਆ। ਹਾਂਜੀ। ਉਹਦੇ ਵਿੱਚ ਦਵਾਈ ਨਾ ਲੈਣੋ ਕੁਛ ਵੀ, ਸਿਰਫ ਦੰਦਾਂ ਦੀ ਮਾਲਿਸ਼, ਆਪਣੇ ਬੁੱਟਾਂ ਦੀ ਮਾਲਿਸ਼ ਵੱਧ ਤੋਂ ਵੱਧ ਕਰਨਾ। ਉੱਪਰਲੇ ਜਿਹੜੇ ਦੰਦ ਆ ਉੱਪਰੋਂ ਥੱਲੇ ਨੂੰ, ਥੱਲੇ ਜਿਹੜੇ ਆ ਥੱਲੇ ਉੱਪਰ ਨੂੰ, ਜਿੱਦਾਂ 3 ਵੇਲੇ ਜ਼ਰੂਰ ਕਰਨਾ। ਜਦੋਂ 3 ਵੇਲੇ ਤੁਸੀਂ ਬੁਰਸ਼ ਵਗੈਰਾ ਕਰਦੇ ਆ, ਜਾਂ ਉਹਨੇ ਉਂਗਲੀ ਨੂੰ ਲਾ ਕੇ ਥੋੜ੍ਹਾ ਜਿਹਾ ਪੇਸਟ ਉਹਨਾਂ ਮਾਲਿਸ਼ ਕਰਨ, ਵੱਧ ਤੋਂ ਵੱਧ ਥੋੜ੍ਹਾ ਜਿਹਾ ਦਬਾ ਕੇ ਕਰਨ, ਬਹੁਤਾ ਵੀ ਨਹੀਂ ਦਬਾਉਣਾ, ਆਪਣੇ ਦੰਦ ਛਿੱਲੇ ਬੁੱਲੇ ਛਿੱਲੇ ਜਾਣ। ਹਾਂਜੀ 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 ਹਾਂਜੀ, ਉਹ ਸਹਿੰਦਾ ਕਰਕੇ ਨਾ, ਜਿੰਨਾ ਛੇਤੀ ਮਤਲਬ ਮਾਲਿਸ਼ ਕਰਨਗੇ ਜ਼ਿਆਦਾ, ਉਨੇ ਛੇਤੀ ਠੀਕ ਹੋ ਜਾਣਗੇ। ਠੀਕ ਹੈ। ਕੁਝ ਦਿਨ ਠੀਕ ਹੋ ਜਾਣਾ, ਫਿਰ ਕਿਤੇ ਕਰਦੇ ਰਹਿਣਾ।
ਠੀਕ ਹੈ, ਦੰਦ ਵੀ ਨਾਲ ਫੜ ਲੈਣਗੇ ਉਹ ਬੁੱਟ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਓਕੇ ਜੀ, ਥੈਂਕ ਯੂ। ਬਸ ਥੈਂਕ ਯੂ ਜੀ, ਥੈਂਕ ਯੂ। ਹਾਂ ਬਹੁਤੀ ਵਾਰੀ ਕਹਿੰਦੇ ਆ ਵੀ ਜਿਹੜੀ ਫਟਕੜੀ ਆ ਉਸ ਦਾ ਪਾਣੀ ਆ ਉਹਦਾ ਵੀ ਬਰਸ਼ ਤੁਸੀਂ ਕਰ ਲਓ, ਉਹ ਵੀ ਇਹਨੂੰ ਟਾਈਟ ਕਰ ਦਿੰਦੀ ਹੈਗੀ ਆ। ਅਗਲੇ ਕਾਲਰ ਨੇ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪਿਛਲੀ ਵਾਰੀ ਵੀ ਮੈਂ ਆਪਣੇ ਸਪੋਰਟ ਦੇ ਬਾਰੇ ਪੁੱਛਿਆ ਸੀ, ਜਿਹੜਾ ਮੇਰੇ ਵਾਈਟ ਜਿਹਾ ਹੋ ਗਿਆ ਜੀ, ਤੁਸੀਂ ਤੇ ਮੈਨੂੰ ਕਿਹਾ ਸੀ ਕਿ ਇਹਦੇ ਤੇ ਨਿੰਮ ਦਾ ਤੇਲ ਲਗਾਓ। ਮੈਂ ਉਹ ਤਾਂ ਮੈਂ ਰੈਗੂਲਰ ਲਗਾ ਰਿਹਾ ਜੀ, ਪਰ ਮੈਨੂੰ ਇਹ ਸੀ ਕਿ ਚਲੋ ਹੋਰ ਵੀ ਕੁਝ ਮੈਨੂੰ ਪਤਾ ਚੱਲ ਜਾਂਦਾ ਤੇ ਹੁੰਦਾ, ਪਰ ਤੁਸੀਂ ਮੈਨੂੰ ਕਿਹਾ ਕਿ ਪਿਛਲਾ ਪ੍ਰੋਗਰਾਮ ਸੁਣ ਲਓ। ਮੈਂ ਸੁਣਿਆ ਜੀ, ਜਸਟ ਉਹ ਤੁਹਾਡਾ ਸਾਰਾ 36 ਮਿੰਟ ਦਾ ਹੀ ਲੋਡ ਹੋਇਆ ਹੈ ਜੀ। ਠੀਕ ਆ, ਮੈਂ ਉਹਦੇ ਬਾਰੇ ਪੁੱਛਣਾ ਸੀ ਜੀ। ਠੀਕ ਹੈ ਸਾਹਿਬ ਸਿੰਘ ਜੀ। ਉਹ ਪਾਰਟ 2 ਸੀਗੇ, ਲਾਸਟ ਵੀਕ ਪਾਰਟ 2 ਸੀ, ਵੈਸੇ ਯੂਜ਼ਲੀ 3 ਹੁੰਦੇ ਆ, ਅਤੇ 36 ਮਿੰਟ ਵਾਲੇ ਤੋਂ ਦੂਜਾ ਵੀ ਤੁਸੀਂ ਜ਼ਰੂਰ ਸੁਣਿਓ। ਮੈਨੂੰ ਲੱਗਦਾ ਕਿਸੇ ਨੇ ਦੱਸਿਆ ਵੀ ਸੀ, ਦੁਬਾਰਾ ਵੀ ਪੁੱਛ ਲੈਂਦੇ ਆਪਾਂ ਵੀ ਜਿਹੜਾ ਮੂੰਹ ਦੇ ਉੱਤੇ ਇੱਕ ਦਾਗ ਪਿਆ ਆ ਉਸ ਦਾ ਕੀ ਕੀਤਾ ਜਾਵੇ। ਕੁਲਦੀਪ। ਬਲਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਨਾ ਇੱਕ ਫੀਡਬੈਕ ਦੇਣੀ ਆ। ਕਿਸੇ ਵੀਰ ਨੇ ਆਪਣੇ ਰੇਡੀਓ ਤੇ ਦੱਸਿਆ ਸੀਗਾ ਕਿ ਜੇ ਕਿਸੇ ਦੇ ਪੇਟ 'ਚ ਜ਼ਿਆਦਾ ਫੈਟ ਆ ਹਨਾ, ਆਪਣਾ ਜ਼ਿਆਦਾ ਢਿੱਡ ਵੱਧਦਾ ਆ, ਤੇ ਉਹਦੇ ਲਈ ਨਿੰਬੂ ਤੇ ਉਹਨਾਂ ਨੇ ਦੱਸਿਆ ਸੀਗਾ ਵਿੱਚ ਰਾਈ ਤੇ ਕਾਲਾ ਲੂਣ ਪਾ ਕੇ ਉਹਨੂੰ ਬਣਾ ਲੈਣਾ, ਉਹਦਾ ਪੂਰਾ ਪੇਸਟ ਜਿਹਾ ਜੀ ਸਮੇਤ ਛਿੱਲ ਕੇ ਵੀ ਕੱਢ ਦੇਣੇ ਉਹਦੇ ਵਿੱਚੋਂ, ਤੇ ਉਹਦਾ ਪੇਸਟ ਬਣਾ ਕੇ ਰੱਖ ਲਓ, ਪੂਰਾ ਸਮੂਦੀ ਜਿਹੀ ਬਣਾ ਕੇ ਰੱਖ ਲਓ ਫ੍ਰਿਜ ਵਿੱਚ, ਤੇ ਉਹਨੂੰ ਸਵੇਰੇ ਅੱਧਾ ਪੌਣਾ ਚਮਚਾ ਪਾ ਕੇ ਨਾ ਗਰਮ ਪਾਣੀ ਦੇ ਵਿੱਚ ਪੀਓ, ਤੇ ਉਹਦੇ ਨਾਲ ਜਾਣੀ ਕਿ ਫੈਟ ਬਹੁਤ ਬਰਨ ਹੁੰਦੀ ਆ। ਤੇ ਭੈਣ ਜੀ ਮੈਂ 1 ਹਫ਼ਤੇ ਤੋਂ ਕੀਤਾ, ਮੇਰਾ 6 ਪੌਂਡ ਭਾਰ weight ਲੂਜ਼ ਹੋਇਆ, 6 ਪੌਂਡ ਘਟਿਆ ਮੇਰਾ ਭਾਰ। ਤੁਸੀਂ ਐਂ ਕਰੋ, ਚੀਜ਼ਾਂ ਦਾ ਦੱਸ ਦਿੱਤਾ, ਚੀਜ਼ਾਂ ਦੇ ਨਾਂ ਇੱਕ ਵਾਰੀ ਫਿਰ ਬਾਕੀਆਂ ਨੂੰ ਦੱਸ ਦਿਓ। ਨਿੰਬੂ ਰਾਈ। ਹਾਂਜੀ, ਮੈਂ 4 ਨਿੰਬੂ ਲਏ ਛਿੱਲ ਕੇ ਸਮੇਤ, ਉਹਨਾਂ ਨੂੰ ਕੱਟ ਕੇ ਬੀ ਕੱਢ ਦਿੱਤੇ ਉਹਨਾਂ ਦੇ, ਤੇ ਉਹਦੇ ਵਿੱਚ 2 ਚਮਚੇ ਰਾਈ ਦੇ ਪਾਏ ਤੇ ਅੱਧਾ ਚਮਚਾ ਕਾਲੇ ਲੂਣ ਦਾ ਪਾ ਕੇ ਉਹਨੂੰ ਐਨ ਉਹਦੇ ਆਪਣੇ ਬਲੈਂਡਰ 'ਚ ਪਾ ਕੇ ਨਾ ਪੂਰੀ ਉਹਦੀ ਸਮੂਦੀ ਜਿਹੀ ਬਣਾ ਕੇ ਇੱਕ ਡੱਬੇ 'ਚ ਪਾ ਕੇ ਮੈਂ ਉਹਨੂੰ ਫ੍ਰਿਜ 'ਚ ਰੱਖ ਕੇ ਤੇ ਸਵੇਰੇ ਗਰਮ ਪਾਣੀ ਨਾਲ ਲੈਂਦੀ ਆ। ਤੇ ਭੈਣ ਜੀ ਮੇਰਾ 6 ਪੌਂਡ ਭਾਰ ਘਟਿਆ। ਤੇ ਦੂਸਰਾ ਮੈਂ ਪਹਿਲਾਂ ਡਰਦੀ ਸੀ ਕਿ ਨਿੰਬੂ ਪੀਣ ਨਾਲ ਮੇਰੇ ਬ੍ਰੇਨ ਦੇ ਸਿਰ ਦੇ ਵਿੱਚੋਂ ਇਹਦਾ ਰੇਸ਼ਾ ਡਿੱਗਦੀ ਸੀਗੀ, ਤੇ ਮੈਂ 2 ਦਿਨ ਜਦੋਂ ਮੈਂ ਪੀਤਾ ਮੇਰੀ 2 ਦਿਨ ਰੇਸ਼ਾ ਥੋੜੀ ਕੱਚੀ ਜਿਹੀ ਰੇਸ਼ਾ ਡਿੱਗੀ। ਹੁਣ ਨਾ ਰੇਸ਼ਾ ਆ, ਕੋਈ ਕੁਛ ਨਹੀਂ। ਤੇ ਮੇਰੇ ਪੈਰਾਂ 'ਚ ਬਹੁਤ ਦਰਦ ਹੁੰਦੀ ਸੀਗੀ ਨਾ, ਜਦੋਂ ਤੁਹਾਡੇ ਐਕਸਟਰਾ ਫੈਟ ਹੁੰਦੀ ਆ ਤੁਹਾਡੀਆਂ ਨਾੜਾਂ ਨੂੰ ਬਹੁਤ ਟਾਈਟ ਕਰ ਦਿੰਦੀ ਆ, ਤਾਂ ਉਹਨਾਂ ਦਰਦ ਬਹੁਤ ਜ਼ਿਆਦਾ ਹੁੰਦੀ ਆ। ਤੇ ਮੇਰੇ ਭੈਣ ਜੀ ਮੇਰੇ ਵੀ ਇਹੀ ਚ ਕਿ ਮੈਂ ਡਰਾਈਵਿੰਗ ਦਾ ਕੰਮ ਕਰਦੀ ਆ, ਤੇ ਮੇਰੀ ਸੱਜੀ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦੀ ਸੀਗੀ। ਮੈਂ ਜਿੱਦਾਂ ਦਾ ਇਹ ਲੈਣਾ ਸ਼ੁਰੂ ਕੀਤਾ, ਇੱਕ ਤਾਂ 6 ਪੌਂਡ ਮੇਰਾ ਭਾਰ ਘਟਿਆ, ਪੈਰਾਂ ਦੀਆਂ ਦਰਦਾਂ, ਬਾਹਾਂ ਦੀਆਂ ਦਰਦਾਂ, ਪੇਟ ਕਿੰਨਾ ਘਟਿਆ ਤੇ ਬਹੁਤ ਫਰਕ ਪਿਆ। ਮੈਂ ਭਾਜੀ ਹੁਣਾਂ ਦਾ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਰੇਡੀਓ ਤੇ ਦੱਸਿਆ ਸੀ, ਤਾਂ ਮੈਂ ਉਹਨਾਂ ਨੂੰ ਸੁਣ ਕੇ ਕੀਤਾ ਤੇ ਬਹੁਤ ਗੁੱਡ ਵਰਕ ਕੀਤਾ। ਤੇ ਹੁਣ ਮੇਰੇ ਮੰਮੀ ਵੀ ਸਟਾਰਟ ਕਰ ਰਹੇ ਆ ਇਹੋ, ਜਾਣੀ ਕਿ 2 ਦਿਨਾਂ ਤੋਂ ਉਹਨਾਂ ਨੇ ਵੀ ਪੀਣਾ ਸ਼ੁਰੂ ਕੀਤਾ ਆ, ਉਹਨਾਂ ਦੇ ਵੀ ਦਰਦ ਆ ਰਹੀ। ਹਾਂਜੀ, ਤੇ ਮੈਂ ਕਹੂੰਗੀ ਵੀ ਜਿਹੜੇ ਡਰਦੇ ਆ ਨਾ ਥੋੜਾ ਲੈ ਕੇ ਟਰਾਈ ਕਰਕੇ ਦੇਖੋ, ਵਰਕ ਬਹੁਤ ਵਧੀਆ ਕਰਦਾ। ਜਾਣੀ ਕਿ ਮੈਨੂੰ ਏਦਾਂ ਲੱਗਦਾ ਸਰੀਰ ਫੁਰਤੀਲਾ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਵੱਧਦਾ ਆ ਤੇ ਉਹ ਥੋੜਾ ਜਿਹਾ ਕੰਟਰੋਲ ਨਾਲ ਲੈਣ, ਜੇ ਕੋਈ ਗੋਲੀ ਖਾਂਦਾ ਤੇ ਉਹ ਫਿਰ ਨਾਲ ਦੀ ਗੋਲੀ ਵੀ ਲੈਂਦੇ ਰਹਿਣ, ਕਿਉਂਕਿ ਇਹਦੇ ਨਾਲ ਥੋੜਾ ਜਿਹਾ ਬਲੱਡ ਪ੍ਰੈਸ਼ਰ ਵੱਧਦਾ ਹੈ ਜਦੋਂ ਆਪਾਂ ਲੈਂਦੇ ਆ। ਠੀਕ ਹੈ ਜੀ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਹੈ, ਤੇ ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਨਾਲੇ ਦੱਸਿਆ ਵਾ, ਨਾਲੇ ਫੀਡਬੈਕ ਵੀ ਦੇ ਦੇਵਾਂ ਤੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਓਕੇ ਭੈਣ, ਥੈਂਕ ਯੂ, ਸਤਿ ਸ਼੍ਰੀ ਅਕਾਲ। ਦੇਖੋ ਫੀਡਬੈਕ ਜ਼ਰੂਰ ਦੇਵੋ। ਜਿਹੜਾ ਨਿੰਬੂ ਆ ਵੈਸੇ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ, ਬੋਡੀ ਆਪੋ ਆਪਣੀ ਆ ਜੀ। ਜਦੋਂ ਤੁਸੀਂ ਚੀਜ਼ ਲੈਂਦੇ ਆ ਨਾ, ਬੋਡੀ ਜਿਹੜੀ ਵੱਖ ਤਰ੍ਹਾਂ ਦੀ ਬਣਾਈ ਹੋਈ ਆ ਪਰਮਾਤਮਾ ਨੇ। ਹਰਜੀਤ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਉਹ ਪੁੱਛ ਰਹੇ ਸੀ ਕਿ ਸ਼ੂਗਰ ਬਾਰੇ 3 ਚੀਜ਼ਾਂ ਜਿਹੜੀਆਂ। ਹਾਂਜੀ। ਇੱਕ ਮੇਥੀ ਦਾਣਾ 250 ਗ੍ਰਾਮ ਲੈਣਾ ਹੈ। ਹਾਂਜੀ। ਤੇ ਜਵੈਣ ਲੈਣੀ 100 ਗ੍ਰਾਮ। ਤੇ ਕਾਲੀ ਜੀਰੀ ਲੈਣੀ 50 ਗ੍ਰਾਮ। ਕਾਲੀ ਜੀਰੀ ਹੈ ਭੈਣ ਜੀ। ਕਾਲੀ ਜੀਰੀ ਹੈ, ਠੀਕ ਹੈ। ਕਲੌਂਜੀ ਨਹੀਂ। ਤਿੰਨਾਂ ਨੂੰ ਫਿਰ ਉਹਨਾਂ ਨੂੰ ਤੁਸੀਂ ਕਰਕੇ ਆਪਣਾ, ਤੇ ਸਵੇਰੇ ਫਿਰ ਜਿੱਦਾਂ 2 ਟਾਈਮ ਦੱਸਿਆ ਮੈਂ ਲਿਖਿਆ ਸੀਗਾ। ਹਾਂਜੀ ਫਿਰ 2 ਟਾਈਮ ਲੈ ਸਕਦੇ। ਤੀਜੀ ਜਿੱਦਾਂ ਉਹਨਾਂ ਨੂੰ ਭੁੱਲ ਗਈ ਕਹਿੰਦੇ ਸੀਗੇ ਮੈਂ। ਹਾਂਜੀ। ਜਵੈਣ ਹੈ ਤੀਸਰੀ, ਜਿੱਦਾਂ ਉਹਨਾਂ ਨੂੰ ਪਤਾ ਨਹੀਂ ਹੁਣ ਕਿਹੜਿਆਂ ਦਾ ਚੇਤਾ ਕਿਹੜਿਆਂ ਦਾ ਨਹੀਂ, 3 ਚੀਜ਼ਾਂ ਹੀ ਆ ਬਸ। ਠੀਕ ਹੈ ਜੀ। ਓਕੇ ਭੈਣ ਜੀ, ਓਕੇ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਲਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਹਾਂਜੀ ਦੀਦੀ, ਮੇਰੇ ਮੋਢੇ ਪਿੱਛੋਂ ਬਹੁਤ ਸੌਂਦੇ, ਜਿੱਦਾਂ ਹੱਥਾਂ 'ਚ ਕੀੜੀਆਂ ਨਹੀਂ ਲੱਗਦੀਆਂ ਏਦਾਂ।
ਅੱਛਾ ਜੀ, ਮੋਢਿਆਂ ਹਾਂਜੀ, ਕੋ ਤੇ ਠੀਕ ਆ। ਹਾਂਜੀ, ਮੋਢਿਆਂ ਦੇ ਪਿੱਛੇ ਬੈਕ ਤੇ ਇਦਾਂ ਜਿੱਦਾਂ ਦਿਨ 'ਚ 3-4 ਵਾਰੀ ਸੌਂਦੇ ਜਿੱਦਾਂ ਕੀੜੀਆਂ ਲੜਦੀਆਂ ਹੁੰਦੀਆਂ ਤੇ ਮੈਨੂੰ ਐਸਿਡ ਵੀ ਬਹੁਤ ਬਣਦਾ। ਮੈਂ ਜੋ ਖਾਂਦੀ ਤਾਂ ਅੰਦਰ ਜ਼ਹਿਰ ਬਣੀ ਜਾਂਦਾ। ਤਾਂ ਮੈਂ ਡਾਕਟਰ ਤੋਂ ਵੀ ਜਾ ਕੇ ਆਈ ਹਾਂ, ਤਾਂ ਉਹਨੇ ਇੱਕ ਸਵੇਰੇ ਮੈਡੀਸਨ, ਇੱਕ ਸ਼ਾਮੀ, ਜਿੱਦਾਂ ਉਹਨਾਂ ਨਹੀਂ ਕੋਈ ਫਰਕ ਪਿਆ। ਠੀਕ ਆ। ਹਾਂਜੀ, ਚਲੋ ਆਪਾਂ ਹੋਰ ਪੁੱਛ ਲੈਂਦੇ ਹਾਂ। ਦੇਖੋ ਕਿੰਨੇ ਲੋਕਾਂ ਨੂੰ ਆਰਾਮ ਵੀ ਆਉਂਦਾ ਚੀਜ਼ਾਂ ਤੋਂ। ਕੋਈ ਨਹੀਂ, ਪੁੱਛਦੇ ਆਪਾਂ। ਹਾਂਜੀ, ਠੀਕ ਹੈ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਰਮਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਨੂੰ ਉਹਨੇ ਵੀ ਮੇਰਾ ਕੁਐਸਚਨ ਵੀ ਇਹੀ ਸੀ। ਮੈਂ ਵੀ ਡਰਾਈਵਿੰਗ ਕਰਦਾ, ਮੇਰਾ ਪੇਟ ਵੱਧਦਾ, ਤੇ ਉਹ ਇੱਕ ਤਾਂ ਆਪਾਂ ਕੀ ਲੈਣਾ ਜੀ, ਨਿੰਬੂ ਸਾਬਤ ਹੀ ਪਾ ਲੈਣੇ ਜੀ? ਹਾਂਜੀ ਹਾਂਜੀ, ਹਾਂ, ਉਹਨਾਂ ਦੇ ਬੀਜ ਕੱਢ ਲੈਣੇ ਆ, ਵਿੱਚ ਨਿੰਬੂ ਛਿੱਲਾਂ ਸਣੇ ਕੱਟ ਲੈਣੇ ਆ। ਹਾਂਜੀ ਹਾਂਜੀ, ਤੇ ਉਹਦੇ ਵਿੱਚ ਹੋਰ ਕੀ ਪਾਉਣਾ ਜੀ? ਇੱਕ ਰਾਈ ਦੱਸੀ ਆ ਉਹਨੇ, ਰਾਈ। ਰਾਈ ਕਿੱਥੋਂ ਮਿਲਦੀ ਹੈ? ਗ੍ਰੋਸਰੀ ਸਟੋਰ ਤੋਂ ਮਿਲਦੀ? ਹਾਂਜੀ ਹਾਂਜੀ, ਪੰਜਾਬੀ ਸਟੋਰਾਂ ਤੋਂ ਮਿਲ ਜਾਣੀ ਰਾਈ। ਤੇ ਆਪਣਾ ਕਾਲਾ ਲੂਣ ਹੈ? ਹਾਂਜੀ, ਕਾਲਾ ਲੂਣ ਉਹ ਲੋੜ ਅਨੁਸਾਰ ਆ, ਜੇ ਤੁਸੀਂ ਪਾਉਣਾ ਪਾ ਲਓ, ਨਹੀਂ ਤਾਂ ਉਹ ਦਵਾਈ ਕਰਕੇ ਪੀ ਲਓ ਨਾ, ਉਹ ਕੋਈ ਲੋੜ ਨਹੀਂ। ਉਹ ਗਰਮ ਜਿਹਾ ਪਾਣੀ 'ਚ ਜਿੱਦਾਂ ਪੀ ਸਕਦੇ ਆ, ਉਹਦੇ ਵਿੱਚ ਪਾ ਕੇ ਪੀ ਲਓ। ਠੀਕ ਹੈ ਜੀ। ਤੇ ਆਪਣਾ ਰਾਈ ਕਿੰਨੀ ਕੁ ਪਾਉਣੀ ਹੈ ਜੀ, ਜੇ 4 ਨਿੰਬੂ ਪਾਈਏ? ਇਹ ਹੁਣ ਉਹ ਭੁੱਲ ਗਏ ਦੱਸਣਾ। ਤੇ ਤੁਸੀਂ ਵੈਸੇ ਜੇ ਤਾਂ ਉਹਨਾਂ ਦੀ ਲਾਈਨ ਮਿਲ ਗਈ ਤਾਂ ਉਹ ਦੱਸ ਦੇਣਗੇ, ਸੁਣਦੇ ਰਹੋ। ਨੰਬਰ ਨਹੀਂ ਦੇ ਸਕਦਾ ਹੁੰਦਾ ਕੋਈ ਵੀ, ਨੰਬਰ ਕੋਈ ਵੀ ਨਾ ਛੱਡਿਓ ਪਲੀਜ਼ ਆਪਣਾ, ਪਰ ਤੁਸੀਂ ਸੁਣਦੇ ਰਹੋ। ਠੀਕ ਹੈ, ਹਾਂ ਜੀ, ਮੈਨੂੰ ਰਾਈ ਦੱਸ ਦੇਣ। ਚੰਗੀ ਗੱਲ ਹੈ। ਥੈਂਕ ਯੂ ਜੀ, ਥੈਂਕ ਯੂ। ਬਲਵੰਤ ਮੰਗਲ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। 2 ਚਮਚੇ ਰਾਈ ਦੇ ਕਿਹਾ ਸੀ ਉਹਨਾਂ ਨੇ ਜੀ। ਅੱਛਾ, 2 ਚਮਚੇ ਰਾਈ ਦੇ। 4 ਨਿੰਬੂ, 2 ਚਮਚੇ ਰਾਈ ਦੇ, ਤੇ 1 ਚਮਚਾ ਉਹਨਾਂ ਨੇ ਨੂਣ ਦਾ ਕਿਹਾ ਸੀ। ਪਰ ਉਹਨਾਂ ਨੇ ਜ਼ਿਆਦਾ ਕਿਹਾ ਸੀ ਜੇ ਕਾਲਾ ਨੂਣ ਅੱਧਾ ਪਾ ਲਓ, ਅੱਧੇ 'ਚ ਅੱਧਾ ਪਾ ਲਓ, ਜ਼ਿਆਦਾ ਨਹੀਂ ਜੇ ਪਾਉਣਾ ਚਾਹੀਦਾ, ਫਿਰ ਨਹੀਂ ਬਲੱਡ ਪ੍ਰੈਸ਼ਰ ਹੁੰਦਾ। ਹਾਂਜੀ ਹਾਂਜੀ, ਜੇ ਨੂਣ ਹੀ ਬਲੱਡ ਪ੍ਰੈਸ਼ਰ ਕਰਦਾ, ਨਿੰਬੂ ਤਾਂ ਬਲੱਡ ਪ੍ਰੈਸ਼ਰ ਕਰਦਾ ਨਹੀਂ ਹੈਗਾ ਜੀ, ਉਹ ਘਟਾਉਂਦਾ। ਤੇ ਹਾਂਜੀ, ਤੇ ਕਿਸੇ ਨੇ ਕਿਹਾ ਸੀ ਵੀ ਰਾਈਸ ਖਾਦੇ ਤੇ ਗਲਾ ਖਰਾਬ ਹੋ ਜਾਂਦਾ। ਹਾਂਜੀ, ਉਹ ਕਈਆਂ ਨੂੰ ਅਲਰਜੀ ਹੁੰਦੀ ਹੈ। ਰਾਈਸ ਤਾਂ ਐਵੇਂ ਹੀ ਬੈ ਹੁੰਦੇ ਨੇ, ਕਿਸੇ ਨੂੰ ਖਪਦੇ ਨੇ, ਜਿਹੜੇ ਆਮ ਲੋਕੀ ਖਾਂਦੇ ਰਹਿੰਦੇ ਨੇ। ਪਰ ਉਹ ਕੀ ਕਰਨ, ਪਤਾਸੇ ਤੇ ਕਾਲੀਆਂ ਮਿਰਚਾਂ ਜਾਣੀ ਹੁਣ ਤੋਲੇ ਤਾਂ ਹੈ ਨਹੀਂ, 100 ਗ੍ਰਾਮ ਦੇ ਹੁੰਦਾ ਪਤਾਸਿਆਂ ਦਾ ਪੈਕਟ ਜਿਹੜਾ ਮੈਂ ਲੈ ਕੇ ਆਉਂਦੀ ਹੁੰਦੀ ਹਾਂ। ਉਹਦੇ ਵਿੱਚ 1 ਚਮਚਾ ਮੈਂ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਦਾ ਰਲਾ ਕੇ ਫਿਰ ਉਹ ਮਿਕਸ ਕਰਕੇ ਰੱਖ ਲੈਂਦੀ ਹਾਂ। ਮੈਨੂੰ ਵੀ ਜਦੋਂ ਮੈਂ ਰਾਈਸ ਖਾਵਾਂ ਤਾਂ ਮੇਰਾ ਜਦੇ ਗਲਾ ਪੱਕ ਜਾਂਦਾ, ਤੇ ਫਿਰ ਅਸੀਂ ਉਹ ਲੈ ਲੈਂਦੀ ਹਾਂ ਮੈਂ ਰਾਤ ਨੂੰ। ਤੇ ਜਿਵੇਂ ਕਿ ਚਮਚੇ ਦਾ ਚੌਥਾ ਹਿੱਸਾ ਲੈ ਕੇ ਬਸ ਫਿਰ ਮੂੰਹ 'ਚ ਪਾਣੀ ਪੂਣੀ ਨਹੀਂ ਪਾਉਣਾ, ਕੁਛ ਵੀ ਔਕਣੇ ਚੂਸ ਕੇ ਜਾਣੀ ਅੰਦਰ ਪਾਣੀ ਆਪਣੇ ਆਪੇ ਫਿਰ ਉਹ ਚਲਿਆ ਜਾਂਦਾ ਨਾ, ਪਾਣੀ ਜਿਹਾ ਬਣ ਕੇ ਪਤਾਸਿਆਂ ਦਾ, ਨਾਲ ਹੀ ਕਾਲੀਆਂ ਮਿਰਚਾਂ ਚੱਲੀ ਜਾਂਦੀਆਂ ਨੇ। ਪਰ ਗਲਾ ਰਾਤ ਨੂੰ ਇਹ ਠੀਕ ਹੋ ਜਾਂਦਾ, ਫਿਰ ਸਵੇਰ ਨੂੰ ਐਨ ਸਾਫ਼ ਹੁੰਦਾ। ਤੇ ਫਿਰ ਕਿਸੇ ਨੇ ਕਿਹਾ ਸੀ ਵੀ ਦਾਗ ਪਿਆ ਹੋਇਆ ਮੂੰਹ ਤੇ ਉਹ ਹਟਦਾ ਨਹੀਂ ਹੈਗਾ। ਔਨੀਅਨ ਲੈ ਲੈਣਾ, ਉਹਨੂੰ ਜਾਣੀ ਜੇ ਸਰੋਂ ਦੇ ਤੇਲ ਵਿੱਚ ਜਿੰਨਾ ਕੁ ਵੀ ਕਰਨਾ ਉਹਨਾਂ ਨੇ, ਛੋਟਾ ਔਨੀਅਨ ਲੈ ਲੈਣ, ਉਹਨੂੰ ਤੇ ਸਰੋਂ ਦੇ ਤੇਲ ਵਿੱਚ ਜਾਲ ਲੈਣਾ ਜਿਵੇਂ ਕੋਲੇ ਹੋ ਜਾਣ। ਫਿਰ ਉਹ ਸਰੋਂ ਦਾ ਤੇਲ ਪਾਉਣ ਲੈਣ, ਉਹ ਲਾ ਲਿਆ ਕਰਨ। ਚਾਹੇ ਕਿਸੇ ਫੋੜੇ ਫਿੰਸੀ ਦਾ ਦਾਗ ਆ, ਚਾਹੇ ਇਹਦਾ ਜਲੇ ਹੋਏ ਦਾ ਦਾਗ ਆ, ਨਿਸ਼ਾਨ ਰਹਿੰਦਾ ਮੈਨੂੰ ਨਹੀਂ ਭੋਰਾ ਵੀ ਹਾਂ ਲੱਗ ਤਾਂ ਜਾਂਦੇ ਨੇ 15-20 ਦਿਨ ਉਹ ਹੋਣ ਨੂੰ ਕਲੀਨ, ਪਰ ਸਕਿਨ ਬਿਲਕੁਲ ਸੇਮ ਹੋ ਜਾਂਦੀ ਹੈ ਜਿੱਦਾਂ ਦੀ ਆਪਣੀ ਨੇਚਰਲ ਹੁੰਦੀ ਆ। ਠੀਕ ਹੈ ਜੀ। ਹਾਂਜੀ, ਤੇ ਹੋਰ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਤੇ ਸੁਣਦੇ ਸੀ। ਮੈਂ ਕਿਹਾ ਚਲੋ ਮੈਂ 2 ਗੱਲਾਂ ਦੱਸਦਾ ਹੈ ਤੇ ਠੀਕ ਆ ਜੀ। ਠੀਕ ਹੈ, ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ। ਅਤੇ ਸਰੋਤਿਓ ਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਇਸੇ ਤਰ੍ਹਾਂ ਜੁੜੇ ਰਹਾਂਗੇ। ਤੇ ਇਸ ਦੇ ਵਿੱਚ ਇੱਕ ਵਾਰੀ ਫਿਰ ਦੱਸੀਏ, ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ। ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੈਗੀ ਆ ਤੇ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। ਫੀਡਬੈਕ ਆ ਜਿਹੜੀ ਉਹ ਪੁੱਛੀ ਜਾਂਦੀ ਆ, ਫੀਡਬੈਕ ਜ਼ਰੂਰ ਤੁਸੀਂ ਦੇ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਕੋਈ ਵੀ ਹੋਮ ਰੈਮਡੀ ਦੱਸ ਸਕਦੇ ਆ, ਪੁੱਛ ਸਕਦੇ ਆ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ, ਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਹੋਮ ਰੈਮਡੀ ਦੇ ਵਿੱਚ ਤੁਸੀਂ ਆਪਣੀਆਂ ਹੋਮ ਰੈਮਡੀਜ਼ ਦੱਸਦੇ ਆ, ਜਿਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਆਰਾਮ ਆਇਆ ਹੁੰਦਾ ਆ ਉਹਨਾਂ ਦੀ ਤੁਸੀਂ ਗੱਲ ਕਰਦੇ ਆ। ਅਤੇ ਨਾਲ ਦੀ ਨਾਲ ਸਾਨੂੰ ਫੀਡਬੈਕ ਆ ਜਿਹੜੀ ਉਹ ਵੀ ਜ਼ਰੂਰ ਦਿਆ ਕਰੋ। ਫੀਡਬੈਕ ਦੇਣੀ ਬਹੁਤ ਜ਼ਰੂਰੀ ਆ। ਜਿਹੜੀਆਂ ਚੀਜ਼ਾਂ ਤੁਸੀਂ ਲਈਆਂ ਸੀਗੀਆਂ ਉਹਨਾਂ ਤੋਂ ਤੁਹਾਨੂੰ ਆਰਾਮ ਆਏ ਆ, ਉਹਨਾਂ ਦੀ ਵੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇਵੇ, ਜਾਂ ਤੁਹਾਨੂੰ ਉਹ ਕੋਈ ਨਬਜ਼ ਦੇਖ ਲਵੇ ਤੁਹਾਡੀ ਕਿ ਆਹ ਦਵਾਈ ਤੁਹਾਨੂੰ ਕਰਦੀ ਆ ਕਿ ਉਹ ਤੁਸੀਂ ਡਾਕਟਰ ਦੇ ਜਾਣਾ ਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਬਹੁਤ ਵੱਡੀ ਪ੍ਰੋਬਲਮ ਆ, ਉਹ ਤੁਸੀਂ ਡਾਕਟਰ ਦੇ ਜਾ ਕੇ ਉਹਨਾਂ ਨੂੰ ਪੁੱਛ ਸਕਦੇ ਆ।
ਤੇ ਪਰ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਸਿਰਫ ਤੇ ਸਿਰਫ ਅਸੀਂ ਹੋਮ ਰੈਮਡੀ ਦੀ ਹੀ ਗੱਲ ਕਰਦੇ ਹਾਂ। ਜਿਸ ਨੂੰ ਬਜ਼ੁਰਗ ਲੈਂਦੇ ਸੀਗੇ, ਸਾਡੇ ਵੱਡੇ ਵਡੇਰੇ ਆ, ਉਦੋਂ ਡਾਕਟਰ ਨਹੀਂ ਸੀ ਹੁੰਦੇ ਅਤੇ ਉਦੋਂ ਸਿਰਫ ਤੇ ਸਿਰਫ ਇਹਨਾਂ ਚੀਜ਼ਾਂ ਦੇ ਨਾਲ ਹੀ ਉਹਨਾਂ ਨੂੰ ਆਰਾਮ ਆਉਂਦਾ ਸੀ। ਤੁਹਾਡੀਆਂ ਕਾਲਸ ਵੱਲ ਚੱਲਾਂਗੇ, ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਵੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਪੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੋ ਬਸੇਰੀ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ 5594920513 ਉਹਨਾਂ ਤੋਂ ਹੋਮੋਪੈਥੀ ਦੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸੇਵਾ ਦੇ ਵਿੱਚ ਜੁਟੇ ਰਹੋ ਜੀ। ਬਹੁਤ ਬਹੁਤ ਧੰਨਵਾਦ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਬਹਾਦਰ ਸਿੰਘ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਜ਼ਿਆਦਾਤਰ ਪ੍ਰੋਬਲਮ ਆ ਰਹੀ ਆ ਆਪਣੇ ਕਮਿਊਨਿਟੀ ਦੇ ਵਿੱਚ ਟੀਕਿਆਂ ਦੀ, ਟੀਕਾ ਲਵਾ ਕੇ ਸਾਈਡ ਇਫੈਕਟ ਹੁੰਦੇ ਨੇ ਨਾ। ਹਾਂਜੀ। ਇਹ ਜੇ ਤਾਂ ਆਮ ਬੁਖਾਰ ਹੋ ਗਿਆ ਜਾਂ ਸਿਰ ਦੁਖਦਾ ਜਾਂ ਕੋਈ ਵੀ, ਅਸੀਂ ਨਕਸ ਵਾਮਿਕਾ ਲੈ ਸਕਦੇ ਹਾਂ ਭੈਣ ਜੀ। ਇਹ ਹੋਮਿਓਪੈਥੀ ਦੀ ਦਵਾਈ ਹੈਗੀ ਆ। ਇਹ ਕਿਸੇ ਵੀ ਆਪਾਂ ਹੋਲ ਫੂਡ ਵਗੈਰਾ ਤੋਂ ਮਿਲ ਜਾਂਦੀ ਆ ਆਪਾਂ ਨੂੰ, ਤੇ 200 ਪੋਟੈਂਸੀ ਦੀ ਲੈ ਕੇ ਇਹ 2 ਵਾਰੀ ਦਿਨ ਦੇ ਵਿੱਚ ਲੈ ਲੈਣੀ ਆ। ਆਮ ਵੈਸੇ ਇਹ ਰਾਤ ਨੂੰ ਹੀ ਲਈਦੀ ਹੁੰਦੀ ਆ, ਤੇ ਦੁਪਹਿਰੇ ਤੇ ਸ਼ਾਮ ਨੂੰ ਇੱਕ ਖੁਰਾਕ 5 ਗੋਲੀਆਂ ਦੀ ਲਈ ਜਾਵੇ, ਠੀਕ ਹੋ ਜਾਂਦਾ। ਅਗਰ ਲੱਤਾਂ ਦੁਖਦੀਆਂ ਨੇ ਟੀਕੇ ਤੋਂ ਬਾਅਦ, ਫਿਰ ਰਸਟੌਕਸ ਲੈਣੀ ਆ ਜੀ। ਰਸਟੌਕਸ ਇਹ ਵੀ 200 ਦੀ ਲਈ ਜਾ ਸਕਦੀ ਆ, ਦਿਨ 'ਚ 1 ਵਾਰੀ ਲਈ ਜਾਵੇ ਤਾਂ ਵੀ ਆਲਰਾਈਟ ਆ। ਭੈਣ ਜੀ ਇੱਕ ਭੈਣਾਂ ਨੇ ਕਿਹਾ ਸੀਗਾ, ਉਹਨਾਂ ਦੇ ਸ਼ਾਇਦ ਹਸਬੈਂਡ ਦੇ, ਉਹਨਾਂ ਦਾ ਮੂੰਹ ਖੁੱਲ੍ਹਾ ਰਹਿੰਦਾ ਤੇ ਅੱਖ ਖੁੱਲ੍ਹੀ ਰਹਿੰਦੀ ਆ ਨਾ। ਅੰਨੇ ਕੋ ਬੱਚਾ ਹੈ 12 ਸਾਲ ਦਾ ਬੱਚਾ। ਇਹ ਬੈਲਜ਼ ਪਾਲਸੀ ਹੋ ਗਈ ਜੀ ਉਹਨਾਂ ਨੂੰ। ਇਹਨੂੰ ਬੈਲਜ਼ ਪਾਲਸੀ ਕਹਿੰਦੇ ਆ। ਮੂੰਹ ਦਾ ਅਧਰੰਗ ਹੁੰਦਾ ਹੈ। ਹਾਂਜੀ। ਉਹ ਆਪਣੇ ਕੋਲ ਦਵਾਈ ਇੱਕ ਬੜੀ ਸਪੈਸ਼ਲ ਹੈਗੀ ਆ। ਅਗਰ ਉਹ ਸੋਤੋਂ ਨੰਬਰ ਲੈ ਲੈਣ, ਸੋ ਤੁਸੀਂ ਤੰਗ ਕਰ ਲੈਣ ਤੁਹਾਨੂੰ ਮਾੜਾ ਜਿਹਾ, ਤੁਸੀਂ ਨੰਬਰ ਦੇ ਦਿਓ ਜੀ ਪਲੀਜ਼। ਇਹ ਬੱਚੇ ਦਾ ਕੰਮ, ਤੇ ਉਹ ਠੀਕ ਹੋ ਸਕਦੇ ਨੇ ਜੀ। ਆਪਾਂ ਉਹਨਾਂ ਨੂੰ ਗਾਈਡ ਕਰ ਦੇਵਾਂਗੇ। ਹੋਮਿਓਪੈਥੀ ਵੀ ਹੈਗੀ ਆ ਇਹਦੇ ਲਈ, ਕੁਛ ਹੋਰ ਵੀ ਆਉਂਦਾ ਜੀ, ਤੇ ਤੁਸੀਂ ਹੈਲਪ ਕਰ ਦਿਓ। ਜਿਹੜਾ ਸਿਰ ਦੁਖਦਾ ਭੈਣ ਜੀ, ਇਹਦੇ ਲਈ ਹੋ ਸਕਦਾ ਉਹਨਾਂ ਨੂੰ ਕਬਜੀ ਦੀ ਪ੍ਰੋਬਲਮ ਹੋਵੇ। ਕਬਜੀ ਦੇ ਨਾਲ ਹਮੇਸ਼ਾ ਪ੍ਰੋਬਲਮਾਂ ਆਉਂਦੀਆਂ ਨੇ ਜੀ। ਪਹਿਲਾਂ ਤਾਂ ਸਾਰਿਆਂ ਨੂੰ, ਸਰੋਤਿਆਂ ਨੂੰ ਬੇਨਤੀ ਆ, ਕਬਜੀ ਕਦੇ ਨਾ ਹੋਣ ਦੇਣ ਜੀ। ਤੇ ਉਹ ਆਪਣੀ ਉਂਗਲੀਆਂ ਦੇ ਸਿਰੇ, ਜਿਹੜੇ ਉਂਗਲੀਆਂ ਦੇ, ਹੱਥਾਂ ਦੀਆਂ ਉਂਗਲੀਆਂ ਦੇ ਸਿਰੇ, ਪੈਰਾਂ ਦੀਆਂ ਉਂਗਲੀਆਂ ਦੇ ਸਿਰੇ, ਇਹਨਾਂ ਨੂੰ ਨਪਾ ਲੈਣ, ਕਟਵਾ ਲੈਣ ਕਿਸੇ ਤੋਂ ਵੀ। ਜਾਂ ਫਿਰ ਜਿਹੜੀ ਆਪਣੀ ਪਿੰਜਣੀ ਹੈਗੀ ਆ, ਪਿੰਨੀ, ਉਹਦੇ ਜਿਹੜੇ ਹੱਡੀ ਆ, ਹੱਡੀ ਦਾ ਸਿਰੇ ਤੇ ਛੋਟੀਆਂ ਛੋਟੀਆਂ ਗਟੋਲੀਆਂ ਹੁੰਦੀਆਂ, ਗੁੱਠਿਆਂ ਨਾਲ ਨੱਪਣ ਉਹਨਾਂ ਨੂੰ। ਉਹਦੇ ਨਾਲ ਨਾਲੇ ਤਾਂ ਬੈਕ ਦਾ ਦਰਦ ਠੀਕ ਹੋ ਜਾਂਦਾ ਜੀ, ਨਾਲੇ ਆਪਣਾ ਸਿਰ ਵੀ ਠੀਕ ਹੋ ਸਕਦਾ। ਜਾਂ ਫਿਰ ਜਿਹੜੇ ਕਾਬਲੀ ਛੋਲੇ ਨੇ, ਚਿੱਟੇ ਛੋਲੇ, ਉਹ ਕਿਸੇ ਦਰੀ ਤੇ ਪਾ ਲੈਣ, ਉਹਦੇ ਉੱਪਰ ਖੜਨ। ਉਹ ਪੈਰਾਂ ਦੇ ਥੱਲੇ ਪ੍ਰੈਸ਼ਰ ਪੁਆਇੰਟ ਹੁੰਦੇ ਨੇ, ਤੇ ਉਦੋਂ ਜਦੋਂ ਉਹਦੇ ਉੱਪਰ ਖੜਨਗੇ ਉਹ ਪ੍ਰੈਸ਼ਰ ਪੁਆਇੰਟ ਨੱਪੇ ਜਾਣਗੇ, ਫਿਰ ਵੀ ਉਹਨਾਂ ਦਾ ਸਿਰ ਠੀਕ ਹੋ ਸਕਦਾ ਜੀ। ਠੀਕ ਹੈ। ਜਿਹੜਾ ਦਾਗ ਮੂੰਹ ਤੇ ਹੈਗਾ ਭੈਣ ਜੀ, ਜੇ ਅਗਰ ਭੈਣਾਂ ਤਾਂ ਇੱਕ ਦੱਸ ਵੀ ਗਏ ਨੇ, ਬਹੁਤ ਵਧੀਆ ਦੱਸਿਆ ਉਹਨਾਂ ਨੇ। ਅਗਰ ਜਲੇ ਹੋਏ ਦਾ ਦਾਗ ਹੋਵੇ ਬੋਡੀ ਤੇ ਕਿਤੇ ਵੀ, ਤਾਂ ਕੱਚੀ ਲੱਸੀ ਦੁੱਧ ਦੀ ਬਣਾ ਕੇ ਉਹਨੂੰ ਧੋਂਦੇ ਰਹੀਏ ਲਗਾਤਾਰ ਲੰਬਾ ਟਾਈਮ, ਤੇ ਉਹ ਠੀਕ ਹੋ ਜਾਂਦੀ ਹੈ ਜੀ। ਜਿਹੜੀ ਭੈਣਾਂ ਨੇ ਹੁਣ ਕਿਹਾ ਸੀ ਨਾ ਕੀੜੀਆਂ ਚੱਲਦੀਆਂ ਨੇ ਉਹਦੇ ਮੋਢਿਆਂ ਦੇ ਵਿਚਾਲੇ, ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜੀ। ਤੇ ਸਰਵਾਈਕਲ ਦੀ ਪ੍ਰੋਬਲਮ ਕਪਿੰਗ ਨਾਲ ਠੀਕ ਹੋ ਜਾਂਦੀ ਆ ਜੀ, ਕਿਉਂਕਿ ਮਕੈਨੀਕਲੀ ਪ੍ਰੋਬਲਮ ਆ, ਉਹਦੇ ਮਣਕੇ ਦਬੇ ਹੋਏ ਨੇ, ਤੇ ਉਹ ਠੀਕ ਹੋ ਸਕਦੇ ਨੇ। ਉਹ ਜੇ ਕਿਸੇ ਆਪਣੇ ਚਾਈਨੀਜ਼ ਦੇ ਨੇੜੇ ਹੋਣ ਤਾਂ ਉਹ ਕਰਵਾ ਸਕਦੇ ਨੇ ਭੈਣ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਅੱਗੇ ਕੁਲਦੀਪ ਕੌਰ ਜੀ। ਹਾਂਜੀ ਬਲਵਿੰਦਰ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਨਾ ਦੱਸਣ ਲਈ ਆਈ ਹਾਂ ਦੁਬਾਰਾ। ਵੀਰੇ ਹੁਣੀ ਪੁੱਛਦੇ ਸੀਗੇ ਕਿ ਕਿੰਨਾ ਸਮਾਨ ਲੈਣਾ ਹੈ ਨਾ। 4 ਨਿੰਬੂ ਤੇ 2 ਚਮਚੇ ਰਾਈ ਦੇ, ਤੇ ਅੱਧੇ ਨਾਲੋਂ ਵੀ ਘੱਟ ਚਮਚਾ ਲੂਣ ਦਾ ਪਾਉਣਾ, ਕਾਲੇ ਲੂਣ ਦਾ। ਠੀਕ। ਤੇ ਉਹਨੂੰ ਬਸ, ਹਾਂਜੀ, ਛਿੱਲ ਕੇ ਸਮੇਤ ਨਿੰਬੂ ਲੈਣੇ ਆ। ਉਹਨਾਂ ਨੂੰ ਕੱਟ ਕੇ ਬਸ ਉਹਨਾਂ ਦੇ ਵਿੱਚੋਂ ਬੀ ਕੱਢ ਦਿਓ। ਜੇ ਬੀ ਵਿੱਚ ਪੀ ਹੋ ਗਿਆ ਤਾਂ ਫਿਰ ਹੋਰ ਜ਼ਿਆਦਾ ਕੜਤਣ ਮਾਰੂਗਾ। ਤੇ ਉਹਦੀ ਸਮੂਥੀ ਜਿਹੀ ਬਣਾ ਕੇ ਫਰਿੱਜ ਵਿੱਚ ਰੱਖ ਲਓ। 1 ਵੀਕ ਬੜੇ ਆਰਾਮ ਨਾਲ ਨਿਕਲ ਜਾਂਦਾ। ਸਵੇਰੇ ਖਾਲੀ ਪੇਟ ਲੈਣਾ, ਗਰਮ ਪਾਣੀ ਦੇ ਨਾਲ। ਕੋਸਾ ਪਾਣੀ ਨਹੀਂ ਹੋਵੇ, ਥੋੜ੍ਹਾ ਜਿਹਾ ਗਰਮ ਪਾਣੀ ਹੋਵੇ ਤਾਂ ਜ਼ਿਆਦਾ ਵਰਕ ਕਰਦਾ ਆ।
ਤੇ ਉਹ ਤੋਂ 20-25 ਮਿੰਟ ਬਾਅਦ ਤੁਸੀਂ ਕੁਝ ਵੀ ਖਾਣਾ, ਪਹਿਲਾਂ ਉਹਨਾਂ ਚਿਰ 20 ਮਿੰਟ ਕੁਝ ਨਹੀਂ ਖਾਣਾ। ਠੀਕ। ਉਹਨੂੰ ਹਾਂਜੀ ਸਵੇਰੇ ਖਾਲੀ ਪੇਟ ਲੈਣਾ ਹੈ ਤੇ ਬਹੁਤ ਵਧੀਆ ਚੀਜ਼ ਹੈ ਭੈਣ ਜੀ। ਮੈਂ ਤਾਂ ਸੱਚੀ ਥੈਂਕ ਯੂ ਕਰਦੀ ਵੀਰ ਜੀ ਹੁਣਾਂ ਦਾ, ਤੇ ਇੰਨਾ ਆਰਾਮ ਔਰ ਬਹੁਤ ਵਧੀਆ ਚੀਜ਼ ਹੈ। ਤੇ ਮੈਂ ਨਾ ਇੱਕ ਵੀਰ ਜੀ ਹੁਣ ਪੁੱਛਦੇ ਸੀ ਜਿਹੜਾ ਫੇਸ ਤੇ ਨਿਸ਼ਾਨ ਆ, ਉਹ ਮੈਂ ਨੈਕਸਟ ਟਾਈਮ ਮੈਂ ਦੱਸੂਗੀ, ਮੇਰੇ ਕੋਲ ਲਿਖਿਆ ਪਿਆ ਘਰੇ ਹੈ ਨਾ, ਹੁਣ ਮੈਂ ਬਾਹਰ ਆ। ਜੀ ਜੀ ਠੀਕ ਹੈ। ਉਹ ਇੱਕ ਵਾਰੀ ਮੈਂ ਦੱਸਿਆ ਸੀ ਤਾਂ ਉਹਨਾਂ ਦੀ ਡਾਕਟਰ ਨੇ ਯੂਜ਼ ਕੀਤਾ ਸੀ ਤਾਂ ਫੀਡਬੈਕ ਆਈ ਸੀ ਆਪਾਂ ਨੂੰ ਹੈ ਨਾ ਯੂਜ਼ ਕਰਨ ਤੋਂ ਬਾਅਦ। ਤੇ ਮੇਰੇ ਕੋਲ ਸਾਰਾ ਸਮਾਨ ਘਰੇ ਲਿਖਿਆ ਪਿਆ ਆ, ਕਿੰਨੀ ਕੁਆਂਟਿਟੀ 'ਚ ਲੈਣਾ ਹੈ, ਕਿੱਦਾਂ ਯੂਜ਼ ਕਰਨਾ ਹੈ ਕਾਂਟੀ ਨੂੰ, ਤੇ ਉਹਦੇ ਫਿਰ ਭਾਜੀ ਉਹ ਕਰਨ ਯੂਜ਼ ਤੇ ਜ਼ਰੂਰ ਆਰਾਮ ਆ ਜਾਊਗਾ, ਉਹਨਾਂ ਦਾ ਫੇਸ ਕਲੀਅਰ ਹੋ ਜਾਊਗਾ। ਠੀਕ ਹੈ ਜੀ। ਹਾਂਜੀ ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੁਖਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਤਾਂ ਬਾਈ ਤੁਹਾਡਾ ਮੈਂ ਬਹੁਤ ਸੋਹਣਾ ਪ੍ਰੋਗਰਾਮ ਸੁਣਦੀ ਹਾਂ ਜੀ, ਬਹੁਤ ਪਿਆਰ ਦੇ ਨਾਲ। ਅੱਜ ਮੈਨੂੰ ਛੁੱਟੀ ਸੀ, ਅੱਜ ਮੈਂ ਕਿਹਾ ਜੀ ਮੈਂ ਜਲਦੀ ਸੁਣਨਾ ਆ ਕੇ। ਜੀ ਠੀਕ ਹੈ। ਮੈਂ ਆਪਦੇ ਹਸਬੈਂਡ ਨੂੰ ਕਹਿਣਾ ਮੈਨੂੰ ਬੁਲਾਉਣਾ ਨਹੀਂ, ਮੈਂ ਹੁਣ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ, ਹੈ ਨਾ। ਧੰਨਵਾਦ ਜੀ। ਹਾਂਜੀ ਇੱਕ ਤਾਂ ਜੀ ਜਿਹੜਾ ਉਹ ਵੀਰ ਜੀ ਕਹਿੰਦੇ ਸੀ ਸਾਡਾ ਮੇਰਾ ਸਿਰ ਦੁਖਦਾ ਹੈ ਨਾ, ਹਾਂਜੀ, ਉਹਨੂੰ ਘਰ ਰਾਤ ਨੂੰ ਨਾ ਇੱਕ ਥੋੜਾ ਜਿਹਾ ਦੇਸੀ ਘਿਓ ਲੈ ਲੈਣਾ, ਨਾਰੀਅਲ ਦਾ ਤੇਲ ਲੈ ਲੈਣਾ, ਉਹਨੂੰ ਜੀ ਤਾਲਗੇ ਦੇ ਉੱਤੇ ਪਾ ਕੇ ਪੁੜਪੜੀਆਂ 'ਚ ਉਹਨੂੰ ਲਗਾਤਾਰ 3-4 ਦਿਨ ਲਗਾਤਾਰ ਝੱਸਣਾ। ਮੇਰਾ ਹੀ ਬਹੁਤ ਦੁਖਦਾ ਹੁੰਦਾ ਸੀ, ਇੱਥੋਂ ਹੀ ਸੁਣਿਆ ਸੀ ਮੈਂ ਵੀ ਰੇਡੀਓ ਤੋਂ ਹੀ। ਹਾਂਜੀ ਤੇ ਇੱਕ ਤੁਸੀਂ ਆਖਿਆ ਸੀ ਨਾ 6 ਕੈਪਸੂਲ ਆ ਕੋਈ ਵਿਟਾਮਿਨ ਹੈ ਜੀ, ਉਹ ਮਾੜੇ ਜਿਹੇ ਬੋਲ ਕੇ ਦੱਸ ਦਿਓਗੇ ਕਾਹਦੇ ਹੈਗੇ ਆ ਕੈਪਸੂਲ? 6 ਕਹਿੰਦੇ ਸੀ ਇਹ ਵਿਟਾਮਿਨ ਹੈ ਕੋਈ, ਦੱਸਿਆ ਸੀ ਕਿਸੇ ਨੇ ਵਿੱਚ ਰੇਡੀਓ, ਪੁੱਛ ਲੈਂਦੇ ਨਾੜਾਂ ਚੜ੍ਹਦੀਆਂ। ਹਾਂਜੀ ਪਰ ਮੈਨੂੰ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਲੱਗਦਾ, ਮੈਂ ਤਾਂ ਸੁਣਨਾ ਹੀ ਸੁਣਨਾ ਤੁਹਾਡਾ ਹਮੇਸ਼ਾ, ਬਾਅਦ 'ਚ ਬਸ ਐਂ ਸੁਣਦੀ ਰਹਿੰਦੀ ਹਾਂ ਜੀ ਤੁਹਾਡਾ ਪ੍ਰੋਗਰਾਮ। ਠੀਕ ਹੈ ਜੀ। ਠੀਕ ਹੈ। ਹਾਂਜੀ ਇੱਕ ਤੁਹਾਡੇ ਬੋਲ ਬਹੁਤ ਪਿਆਰੇ ਲੱਗਦੇ ਆ, ਰਾਣੀ ਕੌਲੋ ਜੀ ਦੇ ਬਹੁਤ ਸੋਹਣੇ ਬੋਲ ਲੱਗਦੇ ਆ ਜੀ ਸਾਨੂੰ। ਥੈਂਕ ਯੂ ਜੀ। ਅਸੀਂ ਤਾਂ ਸੁਣਦੇ ਜਾਂਦੇ ਹਾਂ। ਹਾਂਜੀ ਤੇ ਜ਼ਰੂਰ ਦੱਸਿਓ ਭੈਣ ਜੀ, ਹੈ ਨਾ। ਠੀਕ ਹੈ ਜੀ। ਠੀਕ ਹੈ। ਥੈਂਕ ਯੂ ਜੀ। ਓਕੇ ਥੈਂਕ ਯੂ ਜੀ। ਥੈਂਕ ਯੂ। ਅਤੇ ਸਰੋਤੇ ਫੇਸਬੁੱਕ 'ਤੇ ਵੀ ਇਹ ਪ੍ਰੋਗਰਾਮ ਚੱਲ ਰਿਹਾ ਨਾਲ ਦੀ ਨਾਲ, ਅਤੇ ਤੁਸੀਂ ਯੂਟਿਊਬ 'ਤੇ ਵੀ ਸੁਣ ਸਕਦੇ ਆ, ਬਸ ਰੇਡੀਓ 'ਤੇ ਤਾਂ ਤੁਸੀਂ ਸੁਣ ਹੀ ਰਹੇ ਆ। ਸੁਰਿੰਦਰ ਸਤਿ ਸ਼੍ਰੀ ਅਕਾਲ। ਪ੍ਰੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬਹੁਤ ਭਲੇ ਦਾ ਕੰਮ ਕਰਦੇ ਆ। ਥੈਂਕ ਯੂ ਜੀ। ਸਾਰੀ ਦੁਨੀਆ ਤੇ ਡਾਕਟਰ ਹੋ ਗਏ ਹੁਣ ਪੰਜਾਬੀ ਰੇਡੀਓ ਤੇ। ਹਾਂਜੀ ਸਾਡਾ ਕੰਮ ਹੀ ਇਹ ਹੈਗਾ ਕਿ ਤੁਹਾਨੂੰ ਬਿਮਾਰੀਆਂ ਤੋਂ ਆਰਾਮ ਆਵੇ ਤਾਂ ਤੁਸੀਂ ਖੁਦ ਹੀ ਡਾਕਟਰ ਬਣੋ। ਬਹੁਤ ਜ਼ਿਆਦਾ ਫਾਇਦਾ ਹੁੰਦਾ, ਸਾਰੇ ਵਰਡ ਤਾਂ ਹੀ ਹੁੰਦਾ। ਜੀ ਜੀ ਜੀ। ਤੁਹਾਡਾ ਰੱਬ ਬਹੁਤ ਜ਼ਿਆਦਾ ਭਲਾ ਕਰੇ, ਤੰਦਰੁਸਤੀ ਦੇਵੇ ਤੁਹਾਨੂੰ ਵੀ। ਥੈਂਕ ਯੂ ਜੀ। ਤੇ ਦੂਜੀ ਗੱਲ ਆ, ਮੇਰਾ ਇਹ ਆਪਣਾ ਕੀਤਾ ਆ, ਇੱਕ ਪੁੱਛਦੇ ਵੀਰ ਜੀ ਬਈ ਜਲਿਆ ਆ ਸਕੈਨ ਕਾਲੀ ਹੋਈ ਆ। ਜਲਿਆ ਤਾਂ ਨਹੀਂ, ਉਦਾਂ ਹੀ ਮੇਰਾ ਜ਼ਿਆਦਾ ਚੁੱਪੜ ਕੇ ਉਹ ਗਰਮ ਕੇ ਉਂਗਲ ਦੇ ਨਾਲ ਲਾਉਣਾ ਆ। ਅੱਛਾ। ਮੇਰਾ ਤਾਂ ਭੈਣ ਜੀ 2 ਵਾਰੀ ਲਾਉਣ ਦੇ ਨਾਲ ਮੇਰੇ ਠੋਡੀ ਤੇ ਏਦਾਂ ਹੀ ਪਤੀਲੇ ਨੂੰ ਲੱਗ ਗਈ ਸੀ, ਮੈਂ ਸਟੀਮ ਕਰਦੀ ਸੀ ਤੇ ਆਰਾਮ ਆ ਗਿਆ 2 ਵਾਰੀ ਲਾਉਣ ਦੇ ਨਾਲ ਹੀ। ਉਹ ਕਰਕੇ ਦੇਖ ਲੈਣ। ਠੀਕ ਹੈ ਜੀ। ਹਾਂਜੀ ਇਹ ਫੀਡਬੈਕ ਆ ਪੰਜਾਬੀ ਰੇਡੀਓ ਤੇ ਮੈਂ ਸੁਣਿਆ ਸੀਗਾ ਤੇ ਅਜੇ ਸਾਲ ਹੀ ਹੋਇਆ ਕੀਤੀ ਨੂੰ। ਥੈਂਕ ਯੂ ਜੀ। ਹਾਂਜੀ ਓਕੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਫੀਡਬੈਕ ਜ਼ਰੂਰ ਦਿਓ। ਬਾਕੀ ਦੇਖੋ ਬੋਡੀ ਜਿਹੜੀ ਉਹ ਆਪੋ ਆਪਣੀ ਹੁੰਦੀ ਆ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਬੜੀ ਜਲਦੀ ਆ ਜਾਂਦਾ ਆ, ਕਈਆਂ ਨੂੰ ਥੋੜ੍ਹਾ ਟਾਈਮ ਲੱਗਦਾ ਆ। ਵੈਸੇ ਸਾਈਡ ਇਫੈਕਟ ਇਹਦਾ ਕੋਈ ਨਹੀਂ, ਵੈਸੇ ਕਈ ਚੀਜ਼ਾਂ ਗਰਮ ਹੁੰਦੀਆਂ ਤੁਹਾਨੂੰ ਪਚਦੀਆਂ ਨਹੀਂ ਆ, ਜਾਂ ਕਈ ਬਾਏ ਹੁੰਦੀਆਂ ਉਹ ਤੁਹਾਨੂੰ ਨਹੀਂ ਪਚਦੀਆਂ ਤਾਂ ਹੈਗੀਆਂ, ਪਰ ਤੁਹਾਨੂੰ ਐਂ ਲੱਗਦਾ ਕਿ ਤੁਹਾਨੂੰ ਗਰਮੀ ਹੋ ਗਈ ਆ ਜਾਂ ਬਾਏ ਹੋ ਗਈ ਆ, ਅਤੇ ਉਹਨਾਂ ਦੇ ਇਲਾਜ ਹੈਗੇ ਆ ਕਿ ਉਹਨਾਂ ਨੂੰ ਬੈਲੈਂਸ ਕਿਵੇਂ ਕਰਨਾ ਹੈ। ਬਾਕੀ ਕੋਈ ਸਾਈਡ ਇਫੈਕਟ ਚੀਜ਼ਾਂ ਦੇ ਨਹੀਂ ਹੈਗੇ। ਹਰਜੀਤ ਤੁਹਾਡੀ ਜਦੋਂ ਕਾਲ ਮਿਲ ਜਾਂਦੀ ਹੈ ਤੇ ਪਲੀਜ਼ ਆਪਣਾ ਰੇਡੀਓ ਬੰਦ ਕਰ ਲਿਆ ਕਰੋ, ਨਹੀਂ ਤਾਂ ਤੁਹਾਡੀ ਕਾਲ ਆ ਉਹ ਕੱਟੀ ਜਾਊਗੀ। ਰਣਜੀਤ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਦੁਬਾਰਾ ਆਇਆ ਭੈਣ ਜੀ, ਉਹ ਮੂੰਹ ਤੇ ਵਾਲਾਂ ਬਾਰੇ ਇੱਕ ਭੈਣ ਨੇ ਦੱਸਿਆ ਸੀ ਜੰਡ ਦੀਆਂ ਫਲੀਆਂ ਵੀ ਉਹ ਵਰਤਣੀਆਂ ਕਿੱਦਾਂ ਆ ਤੇ ਮਿਲਦੀਆਂ ਕਿੱਥੋਂ? ਮਿਲਣੀਆਂ ਤਾਂ ਪੰਜਾਬ ਤੋਂ, ਇੰਡੀਆ ਤੋਂ, ਕਿਤੇ ਵੀ। ਅੱਛਾ ਜੀ, ਇੱਥੋਂ ਨਹੀਂ ਮਿਲ ਸਕਦੀਆਂ? ਇੱਥੋਂ ਨਹੀਂ ਮਿਲਦੀਆਂ। ਅੱਛਾ ਜੀ, ਤੇ ਵਰਤਣੀਆਂ ਕਿੱਦਾਂ ਜੀ? ਕਈ ਦੁਕਾਨਦਾਰਾਂ ਨੇ ਆਪਣੇ ਬਿਠਾਇਆ ਫੈਮਿਲੀ ਮੈਂਬਰ ਲਿਖੋ ਕੀ ਦੱਸਦੇ, ਸ਼ਾਇਦ ਉਹ ਭੇਜ ਵੀ ਦੇਣ ਤੇ ਵਰਤਣੀਆਂ ਵੀ ਦੱਸ ਦੇਣਗੇ ਨੈਕਸਟ ਵੀਕ ਕੋਈ ਨਾ ਕੋਈ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਜੋਗਿੰਦਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ। ਭੈਣ ਜੀ ਮੇਰੇ ਡਾਕਟਰ ਨੇ ਦੱਸਿਆ ਕਿ ਕਿੰਨੀਆਂ ਅੱਗੇ 30% ਕੰਮ ਕਰਦੀਆਂ ਸੀ, ਹੁਣ ਬਿਲਕੁਲ ਹੀ ਉਹ ਵਿੱਚ ਜਿਹੜੇ ਫੋੜੇ ਹੋਏ ਹੁੰਦੇ ਨੇ ਇਸ ਤਰ੍ਹਾਂ ਭਰਿਓ ਆ ਪਾਣੀ ਨਾਲ। ਅੱਛਾ। ਤਾਂ ਹੁਣ ਉਹ ਕਹਿੰਦੇ ਕੁਛ ਨਹੀਂ ਹੋ ਸਕਦਾ, ਇਹ ਤਾਂ ਕਹਿੰਦੇ ਅਸੀਂ ਜਾਣਾ ਹੀ ਚਾਹੀਏ, ਹੁਣ ਉੱਥੇ ਇਲਾਜ ਕਰਾਵਾਂਗੇ ਨਾ ਹੋਊਗਾ। ਚਲੋ ਆਪਾਂ ਪੁੱਛ ਲੈਂਦੇ ਹਾਂ। ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਚਿਰ ਤੁਸੀਂ ਡਾਕਟਰ ਨੂੰ ਫੋਲੋ ਕਰੋ। ਦੇਖੋ ਕਿਡਨੀਆਂ ਬਾਰੇ ਬਹੁਤ ਵਾਰੀ ਦੱਸਿਆ ਗਿਆ, ਕਈਆਂ ਨੂੰ
ਇਹ ਵੀ ਹੈਗਾ ਕਿ ਬਹੁਤਿਆਂ ਨੇ ਡਾਈਟ ਚੇਂਜ ਕੀਤੀ ਆ ਅਤੇ ਉਹ ਬਿਲਕੁਲ ਠੀਕ ਠਾਕ ਆ। ਉਹਨਾਂ ਨੂੰ ਕਾਫੀ ਟਾਈਮ ਪਹਿਲਾਂ ਡਾਕਟਰ ਨੇ ਦੱਸਿਆ ਸੀਗਾ, ਇੱਥੇ ਹੀ ਰੇਡੀਓ 'ਤੇ ਹੀ ਉਹ ਦੱਸ ਕੇ ਗਏ ਆ, ਆਪਣੀਆਂ ਹੱਡਬੀਤੀਆਂ ਦੱਸ ਕੇ ਗਏ ਆ, ਆਪਣੇ ਇਲਾਜ ਉਹਨਾਂ ਨੇ ਆਪ ਕਿਵੇਂ ਕੀਤੇ ਆ, ਕਿਸ ਤਰ੍ਹਾਂ ਲੂਣ ਵੀ ਛੱਡ ਦਿੱਤਾ ਅਤੇ ਕਿਸ ਤਰ੍ਹਾਂ ਦਾ ਉਹ ਫੂਡ ਖਾਂਦੇ ਤਾਂ ਬਿਲਕੁਲ ਠੀਕ ਠਾਕ ਹੈਗੇ ਆ। ਅਤੇ ਕਿਡਨੀਆਂ ਵੀ ਇੰਪਰੂਵ ਹੋਈਆਂ ਆ। ਅਤੇ ਉਹਨਾਂ ਨੂੰ ਵੀ ਜੇ ਉਹ ਸੁਣਦੇ ਆ ਤਾਂ ਜ਼ਰੂਰ ਆ ਕੇ ਜ਼ਰੂਰ ਦੱਸ ਜਾਓ ਜੀ। ਬਾਕੀਆਂ ਦਾ ਭਲਾ ਕਰੋ। ਪਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਦੂਜਾ ਇੱਕ ਇਲਾਜ ਦੱਸਣਾ, ਜਿਹੜੇ ਕਹਿੰਦੇ ਨਾ ਅੱਖ ਖੁੱਲੀ ਰਹਿੰਦੀ ਤੇ ਮੂੰਹ ਵੀ। ਹਾਂਜੀ ਹਾਂਜੀ। ਤੇ ਸਾਡੀ ਫੈਮਿਲੀ 'ਚ ਹੋ ਗਿਆ 3 ਸਾਲ ਪਹਿਲਾਂ, ਇੱਥੇ ਰੇਡੀਓ ਦੱਸਿਆ ਸੀ ਕਿ ਕਲੌਂਜੀ ਦੇ ਤੇਲ ਦੀ ਮਾਲਿਸ਼ ਕਰੋ ਤੇ ਬਲੂਨ ਹੁੰਦੇ ਆ ਘੁੰਗੜੇ, ਉਹ ਫਲਾਈ ਜਾਓ, ਹਵਾ ਕੱਢੀ ਜਾਓ, ਫੇਰ ਫਲਾਈ ਜਾਓ, ਐਕਸਰਸਾਈਜ਼ ਜਿੱਦਾਂ ਕਰੋ ਤੇ ਉਹ ਹਫ਼ਤੇ 'ਚ ਠੀਕ ਹੋਗਾ। ਤੇ ਦੂਸਰਾ ਇੱਕ ਪੁੱਛਣਾ ਕਿ ਫੈਮਿਲੀ 'ਚ ਜਨੇਊ ਹੋ ਗਿਆ ਤੇ 3 ਮਹੀਨੇ ਉਹਦਾ ਸੁੱਕ ਗਿਆ, ਪਰ ਉਹ ਕਹਿੰਦੇ ਜਿੱਦਾਂ ਹੁਣ ਜਿੱਦਾਂ ਸੋਨੇ ਉਹ ਸਾਰਾ ਥਾਂ ਸੋਨੇ ਆ, ਜਿੱਦਾਂ ਏਦਾਂ ਲੱਗਦਾ ਜਿੱਦਾਂ ਬਹੁਤ ਭਾਰਾ। ਠੀਕ ਹੈ। ਤੇ ਇੱਕ 3 ਸਾਲ ਤੋਂ ਸਾਡਾ ਇਹ ਪ੍ਰੋਗਰਾਮ ਸੁਣਦੇ ਤਾਂ ਮੇਰੀ ਤਾਂ ਜਿੱਦਾਂ ਜ਼ਿੰਦਗੀ ਬਦਲ ਗਈ ਕਿ ਨੱਕ 'ਚ ਆਲਮੰਡ ਦਾ ਤੇਲ ਪਾਉਣਾ ਤੇ ਦਿਨ ਨੱਕ ਪਾਉਣਾ ਜਿਹੜਾ ਸੰਗ ਤੱਕਰ ਚੱਲ ਜਾਵੇ ਤੁਹਾਡੀ। ਠੀਕ ਹੈ। ਤੇ 3 ਸਾਲ ਜਦੋਂ 2 ਸਾਲ 2 ਵਾਰੀ ਮੈਂ ਸਰਜਰੀ ਕਰਾ ਲਈ ਸੀ, ਜਿੱਦਾਂ 8-9 ਸਾਲ ਦਾ ਸੀ ਜਦ ਦੀ ਮੈਨੂੰ ਇਹ ਪ੍ਰੋਬਲਮ ਸੀ। ਤੇ ਹੁਣ ਮੇਰੇ 58 ਸਾਲ ਦੀ ਉਮਰ ਹੋ ਗਈ ਤੇ ਹਰ ਵੇਲੇ ਨੇਜ਼ਲ ਸਪਰੇਅ ਕਰਨੀ ਪੈਂਦੀ ਸੀ ਤੇ ਆ ਜਿਹੜੀਆਂ ਐਲਰਜੀ ਦੀਆਂ ਦਵਾਈ ਵੀ ਖਾਣੀ ਪੈਂਦੀ ਸੀ। 3 ਸਾਲ ਤੋਂ ਮੈਂ ਇਹ ਕਰਦਾ, ਕਦੇ ਸਿਰ ਨਹੀਂ ਦੁਖਿਆ ਤਾਂ ਕਦੇ ਕੋਈ ਗੋਲੀ ਨਹੀਂ ਖਾਧੀ। ਬਹੁਤ ਜਿੱਦਾਂ ਨਾ ਮਾਤਰ ਇੱਦਾਂ ਕਿਤੇ ਹੀ ਜਿੱਦਾਂ ਖਾਣੀ ਪਵੇ, ਨਹੀਂ ਤਾਂ ਬਹੁਤ ਕਾਫੀ ਫਾਇਦਾ ਆ। ਇਹਦੇ ਨਾਲ ਨੱਕ 'ਚ ਆਲਮੰਡ ਪਾਉਣ ਨਾਲ ਜਿਹੜੇ ਕਹਿੰਦੇ ਨਾ ਸਾਡੀ ਨੀਂਦ ਖੁੱਲ ਜਾਂਦੀ ਰਾਤ ਨੂੰ। ਹਾਂਜੀ। ਤੇ ਉਹਦਾ ਮੇਰੀ ਵੀ ਸੇਮ ਹੀ ਪ੍ਰੋਬਲਮ ਸੀ। ਇਹਦੇ ਨਾਲ ਤੁਹਾਡੇ ਜਦੋਂ ਸੌਂਦੇ ਨਾ ਤੁਹਾਨੂੰ ਨੱਕ ਰਾਹੀਂ ਸਾਹ ਆਉਣਾ ਚਾਹੀਦਾ ਤੇ ਇਹਦੇ ਨਾਲ ਮੈਨੂੰ ਇਹਦਾ ਵੀ ਬਹੁਤ ਫਾਇਦਾ ਹੋਇਆ ਜਦ ਮੈਂ ਪਾਉਣਾ। ਜਦੋਂ 2-3 ਹਫ਼ਤੇ ਥੋੜੇ ਡਰਾਪ ਪਾ ਲਓ ਨੱਕ ਦੇ ਵਿੱਚ। ਤੇ ਆ ਜਨੇਊ ਦਾ ਜ਼ਰੂਰ ਦੱਸੋ ਜੀ। ਜਿੱਦਾਂ ਉਹਦਾ ਜਾਗੂ ਤਾਂ ਸੁੱਕ ਗਏ ਆ, ਪਰ ਇੱਦਾਂ ਜਿੱਦਾਂ ਕਹਿੰਦੇ ਜਿੱਦਾਂ ਉਹ ਥਾਂ ਸੁੰਨ ਹੋਇਆ ਆ। ਹੈ ਵੀ ਲੱਗਦਾ ਜ਼ਰੂਰ ਕੋਈ ਨਾ ਕੋਈ ਦੱਸਿਓ। ਥੈਂਕ ਯੂ ਜੀ, ਥੈਂਕ ਯੂ। ਦੇਖੋ ਫੀਡਬੈਕ ਆ ਪਲੀਜ਼ ਜ਼ਰੂਰ ਦਿਆ ਕਰੋ ਇੱਕ ਦੂਜੇ ਨੂੰ। ਤੁਸੀਂ ਜਦੋਂ ਫੀਡਬੈਕ ਦਿੰਦੇ ਆ ਅਤੇ ਫਿਰ ਬਹੁਤਿਆਂ ਨੂੰ ਜਿਹਨੇ ਇਲਾਜ ਨਹੀਂ ਆਪਣਾ ਕੀਤਾ ਹੁੰਦਾ ਨਾ ਉਹ ਕਰ ਲੈਂਦੇ ਆ। ਕਈਆਂ ਦਾ ਬਹੁਤਾ ਜਿਹੜਾ ਇੰਨਾ ਯਕੀਨ ਹੁੰਦਾ ਆ ਨਾ ਉਹ ਕਿ ਅਸੀਂ ਗੋਲੀਆਂ ਦੇ ਫੱਕੇ ਮਾਰਨੇ ਆ। ਗੋਲੀਆਂ ਖਾਈ ਜਾਓ, ਆਪਾਂ ਨਹੀਂ ਕਹਿੰਦੇ ਤੁਸੀਂ ਨਾ ਖਾਵੋ, ਖਾ ਲਓ, ਪਰ ਇਹਦੇ ਨਾਲ ਗੋਲੀਆਂ ਤੁਹਾਡੀਆਂ ਘੱਟ ਹੋ ਜਾਂਦੀਆਂ ਆ। ਸੋ ਗੋਲੀਆਂ ਨੂੰ ਘੱਟ ਕਰੋ ਜੀ। ਮਨਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਭੈਣ ਜੀ ਪੁੱਛਣਾ ਸੀਗਾ, ਮੇਰੇ ਨਾ ਫਾਦਰ ਇਨ ਲਾ ਆ ਭੈਣ ਜੀ, ਉਹਨਾਂ ਦੇ ਨਾ ਜਿਵੇਂ 70+ ਆ ਅਤੇ ਬਾਥਰੂਮ ਨਹੀਂ ਕੰਟਰੋਲ ਹੁੰਦਾ ਭੈਣ ਜੀ, ਬੜਾ ਇਲਾਜ ਕਰਾ ਲਿਆ ਅਤੇ ਉਹਨਾਂ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਇਹਨੂੰ ਕਹਿ ਦਿੰਦੇ ਆ ਫਿਰ ਜਿਹੜਾ ਬਲੱਡ ਰਿਹਾ ਉਹ ਕਮਜ਼ੋਰ ਹੋਇਆ ਆ ਅਤੇ ਬਾਥਰੂਮ ਕੰਟਰੋਲ ਨਹੀਂ ਹੁੰਦਾ ਹੈਗਾ। ਅਤੇ ਜੇ ਕਿਸੇ ਨੂੰ ਤਾਂ ਪਤਾ ਹੈ ਤਾਂ ਜ਼ਰੂਰ ਦੱਸ ਦਿਓ ਜੀ। ਇਹਦਾ ਤਾਂ ਬਹੁਤ ਵਾਰੀ ਦੱਸਿਆ ਗਿਆ ਆ ਵੈਸੇ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਜਸਮੀਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਬੱਚਾ ਵਾ 1.5 ਸਾਲ ਦਾ ਜੀ, ਉਹਨੂੰ ਨਾ ਇਨਫੈਕਸ਼ਨ ਹੋਈ ਆ। ਮਤਲਬ ਜਦੋਂ ਅਸੀਂ ਬਾਥਰੂਮ ਟੈਸਟ ਕਰਵਾਇਆ ਵਾ ਉਹਦੇ 'ਚ ਇਨਫੈਕਸ਼ਨ ਆਉਂਦੀ ਆ। ਅਸੀਂ 3-4 ਵਾਰੀ ਮਤਲਬ 10 ਦਿਨ ਲਈ ਡਾਕਟਰ ਨੇ ਐਂਟੀਬਾਇਓਟਿਕਸ ਦਿੱਤੇ ਆ, ਉਹ ਖਾ ਲੈਂਦਾ ਵਾ, ਪਰ ਫਿਰ ਜਦੋਂ ਫਿਰ ਟੈਸਟ ਕਰਾਉਂਦੇ ਆ ਤੇ ਫਿਰ ਮਤਲਬ ਪੋਜ਼ੀਟਿਵ ਆ ਜਾਂਦਾ ਵਾ, UTI ਆ। ਹਾਂਜੀ, ਉਹਦੇ ਬਾਰੇ ਪੁੱਛਣਾ ਸੀ ਜੇ ਕਿਸੇ ਨੂੰ ਪਤਾ ਹੋਵੇ। ਤੇ ਡਾਕਟਰ ਨੇ ਅਲਟਰਾਸਾਊਂਡ ਕਰਨ ਲਈ ਵੀ ਕਿਹਾ ਵੀ ਕਿਡਨੀਜ਼ ਦੀ ਕਰ ਲਈਏ, ਉਹ ਵੀ ਕਰਵਾਈ ਆ, ਹਾਲੇ ਉਹਦਾ ਰਿਪੋਰਟ ਨਹੀਂ ਆਈ। ਤੇ ਅਸੀਂ ਇਹਦੇ ਬਾਰੇ ਪੁੱਛਣਾ ਸੀ ਜੇ ਕੋਈ ਦੱਸ ਸਕਦਾ, ਜੇ ਕਿਸੇ ਨਾਲ ਏਦਾਂ ਹੋਇਆ ਹੋਵੇ। ਹਾਂਜੀ, ਕਿੰਨੇ ਸਾਲ ਦਾ ਬੱਚਾ ਦੱਸਿਆ? 1.5 ਸਾਲ ਦਾ। 1.5 ਸਾਲ ਦਾ, ਛੋਟਾ ਆ। ਹਾਂਜੀ, ਅਸੀਂ ਡਾਇਪਰ ਵੀ ਇਹਦਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੀ ਹੋ ਸਕਦਾ ਵੀ ਡਾਇਪਰ ਨਾ ਹੁੰਦੀ ਹੋਵੇ। ਬਹੁਤ ਮਤਲਬ ਘੱਟ ਯੂਜ਼ ਕਰਦੇ ਆ ਹੁਣ। ਠੀਕ ਆ। ਹਾਂਜੀ ਹਾਂਜੀ, ਇਹੀ ਪੁੱਛਣਾ ਸੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਪਲੀਜ਼ ਇੱਕ ਦੂਸਰੇ ਦੀ ਹੈਲਪ ਹੈ ਜਿਹੜੀ ਜ਼ਰੂਰ ਕਰਦਿਆ ਕਰੋ। ਕਰ ਭਲਾ ਹੋ ਭਲਾ, ਕਿਉਂਕਿ ਇਹਦੇ ਵਿੱਚ ਡਾਕਟਰਾਂ ਦੇ ਤਾਂ ਤੁਸੀਂ ਘੁੰਮਦੇ ਹੀ ਆ, ਡਾਕਟਰਾਂ ਦੇ ਤਾਂ ਤੁਸੀਂ ਜਾਂਦੇ ਹੀ ਆ, ਅਤੇ ਪਰ ਜੇ ਕਿਸੇ ਇਲਾਜ ਦਾ ਪਤਾ ਹੁੰਦਾ ਆ ਤਾਂ ਤੁਸੀਂ ਪਲੀਜ਼ ਇੱਕ ਦੂਸਰੇ ਦੇ ਨਾਲ ਜ਼ਰੂਰ ਸ਼ੇਅਰ ਜ਼ਰੂਰ ਕਰਿਆ ਕਰੋ। 408272 ਸਟੂਡੀਓ ਦਾ ਫੋਨ ਨੰਬਰ ਆ। ਹਰਜੀਤ। ਹੈਲੋ, ਸਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੈਂ ਪੁੱਛਣਾ ਸੀਗਾ
ਤੇ ਇੱਕ ਤਾਂ ਮੇਰੇ ਜਿੱਦਾਂ ਮੈਂ 2 ਵਾਰੀ ਐਵਰਸਾਂਸੀ 3 ਵਾਰ ਜਾ ਆਈ ਹਾਂ। ਜਿੱਦਾਂ ਮੇਰੇ ਧੁੰਨੀ ਥੱਲੇ ਦਰਦ ਹੁੰਦੀ ਸੀਗੀ, ਉਹ ਕਹਿੰਦੇ ਤੇਰਾ ਸਟੋਡੀਅਮ ਘਟਿਆ ਆ, ਲੂਣ ਘਟਦਾ ਆ। ਤੇ ਉਦੋਂ ਦਵਾਈ ਉੱਥੇ ਦੇ ਦਿੰਦੇ ਜਾਂ ਜੋ ਵੀ ਚੜਾਉਂਦੇ ਆ ਚੜਾ ਦਿੰਦੇ, ਘਰ ਆਣ ਕੇ ਫੇਰ ਮੈਨੂੰ ਐਂਟੀਬਾਇਓਟਿਕ ਦਿੱਤੇ, ਕਹਿੰਦੇ ਨਾੜਾਂ ਨੂੰ ਸੋਜੇ ਸੀ ਅੰਦਰ। ਅੱਛਾ। ਤੇ ਉਹ ਮੈਨੂੰ ਪਚੀਆਂ ਨਹੀਂ, ਐਂਟੀਬਾਇਓਟਿਕ ਮੈਨੂੰ ਪਚੇ ਨਹੀਂ। 500 ਮਿਲੀ ਦੇ 3-4 ਦਿਨ ਚ ਖਾਣੇ ਸੀਗੇ, ਮੈਨੂੰ ਪਚੇ ਨਹੀਂ, ਮੈਂ ਖਾਧੇ ਨਹੀਂ। ਹੁਣ ਫੇਰ ਵੀ ਮੈਂ ਜਿੱਦਾਂ ਇੱਕ ਮੇਰਾ BP ਹਾਈ ਰਹਿੰਦਾ, BP ਨਹੀਂ ਕੰਟਰੋਲ ਹੁੰਦਾ, ਮੈਨੂੰ ਇੰਨੀਆਂ ਦਵਾਈਆਂ ਦਿੱਤੀਆਂ। ਅੱਜ ਹੁਣ ਫੇਰ ਡਾਕਟਰ ਦੇ ਜਾ ਕੇ ਆਈ ਹਾਂ। ਨਗਰ ਕੀਰਤਨ ਤੇ ਚਲ ਗਈ ਉਦਣ, ਉਹ ਮੇਰੀ ਭਰਜਾਈ ਨੇ ਮੈਨੂੰ ਬਾਂਹ ਫੜ ਕੇ ਤਾਂ ਇੱਦਾਂ ਦਰਸ਼ਨ ਕਰਾ ਦਿੱਤੇ। ਤਾਂ ਹੁਣ ਉਹ ਜਿਹੜਾ ਬਾਂਹ ਆ ਪਤਾ ਨਹੀਂ ਮਸਲ ਪੁੱਲ ਹੋਇਆ ਆ, ਕੀ ਹੋਇਆ, ਬਾਂਹ 'ਚ ਦਰਦ ਹੁੰਦੀ ਆ। ਤੇ ਜਿੱਦਾਂ ਬਾਂਹ 'ਚ ਦਰਦ ਕੂਹਣੀ ਤੋਂ ਉੱਤੇ ਜਿਹੜੀ ਪਿੰਨੀ ਜਿਹੀ ਹੁੰਦੀ ਮੋਢੇ ਦੇ ਨਾਲ, ਉੱਥੇ ਹੁੰਦੀ ਦਰਦ। ਉਦੋਂ ਮੈਂ ਡਾਕਟਰ ਦੇ ਗਈ ਤਾਂ ਉਹਨਾਂ ਨੇ ਸਾਰਾ ਟੈਸਟਾਂ ਟੂਸਟਾਂ ਕੀਤੀਆਂ, ਕਹਿੰਦੇ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਗੀ, ਤੇ ਇਹ ਤੇਰੀ ਨਾੜ ਜਿਹੜੀ ਆ ਉੱਤੇ ਇਕੱਠੀ ਹੋਈ ਗਈ। ਅੱਛਾ। ਉਹਨਾਂ ਨੇ ਮੈਨੂੰ ਦੇਤੀ ਰੀਫਲ, ਆ ਕੀ ਸੀਗੀ ਮੋਟਰੀਨ ਗੋਲੀ। ਉਹ ਹੁਣ ਮੈਂ ਅੱਜ ਡਾਕਟਰ ਦੇ ਗਈ, ਉਹ ਮੇਰੇ ਫਿਰ ਇਹ ਰਾਤ ਨੂੰ 12 ਘੰਟੇ ਬਾਅਦ ਫੇਰ ਦਰਦ ਹੋਣ ਲੱਗ ਪੈਂਦੀ ਆ। ਗੋਲੀ ਦਾ ਅਸਰ ਘੱਟ ਜਾਂਦਾ, ਫਿਰ ਨਾਲ ਧੌਣ ਨੂੰ ਵੀ ਖਿੱਚ ਪੈਂਦੀ, ਜਿੱਦਾਂ ਸਿਰ ਨੂੰ ਖਿੱਚ ਪੈਂਦੀ। ਬਹੁਤ ਮੇਰੀ ਹਾਲਤ ਮੰਦੀ ਹੈ। ਜੇ ਡਾਕਟਰ ਦੇ ਗਈ, ਉਹ ਕਹਿੰਦੀ ਟੈਨਾਲੋਨ ਖਾ, ਇਹ ਨਾ ਖਾਈ, ਇਹਨਾਂ ਤੇਰੇ ਗੁਰਦਿਆਂ 'ਚ ਵੀ ਅਸਰ ਪੈਣਾ ਆ, ਇਹ ਬੰਦ ਕਰ ਦਿੱਤੀ ਆ। BP ਦੀਆਂ 3 ਗੋਲੀਆਂ ਕਿ ਦਿਨ 'ਚ ਖਾਈ, ਪਹਿਲਾਂ ਤਾਂ 2, ਪਹਿਲਾਂ ਸਵੇਰ ਨੂੰ 1 ਖਾਣੀ, ਫਿਰ ਹਾਰਟ ਦੀ ਖਾਣੀ, ਫਿਰ BP ਦੀ। ਹੁਣ ਇੱਕ ਰਾਤ ਨੂੰ 40 ਦੀ BP ਦੀ ਖਾਣੀ ਆ। ਹੁਣ ਅੱਜ ਕਹਿੰਦੀ 3 ਖਾ, ਤਾਂ BP ਫਿਰ ਬੜਾ ਕੰਟਰੋਲ ਨਹੀਂ ਸੀ, ਦਿਲ ਪੱਟ ਹੋਵੇ ਬਾਹਰ ਬੈਠੀ ਰਹੀ। ਠੀਕ। ਤੇ ਮੈਨੂੰ ਕੋਈ ਮੇਰੀ ਵੀ ਬਾਰੇ ਭੈਣ ਜੀ ਪਲੀਜ਼ ਮੈਨੂੰ ਕੁਝ ਜ਼ਰੂਰ ਸੁਣਦੇ ਰਹੋ ਤੁਸੀਂ। ਹਾਂਜੀ, ਇੱਕ ਤਾਂ ਮੇਰੇ ਨਾੜਾਂ ਨੂੰ ਜਿਹੜੀ ਸੋਜਸ ਆ ਉਹਦਾ ਦੱਸਣਾ ਮੈਨੂੰ, ਤੇ ਇੱਕ ਜਿੱਦਾਂ BP ਵੀ ਮੇਰਾ ਥੋੜਾ ਕੰਟਰੋਲ 'ਚ ਹੋਵੇ, ਤਾਂ ਸਟੋਡੀਅਮ ਕੀ ਖਾਣ ਨਾਲ ਵਧੂਗਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਪਹਿਲਾਂ ਤਾਂ ਬਹੁਤੀਆਂ ਬਿਮਾਰੀਆਂ 'ਤੇ ਗੱਲ ਹੈਗੀ ਆ ਵੀ ਆਪਣੇ ਖਾਣੇ 'ਤੇ ਕੰਟਰੋਲ ਸਾਨੂੰ ਬਹੁਤ ਜ਼ਰੂਰੀ ਆ, ਕਿ ਖਾਣਾ 'ਤੇ ਕੰਟਰੋਲ ਕਰੀਏ। ਰੈਗੂਲਰ ਖਾਣਾ ਆ ਨਾ ਜਿਹੜਾ, ਉਹ ਆਪਾਂ ਖਾਂਦੇ ਰਹਿੰਦੇ ਹਾਂ, ਸਾਨੂੰ ਯਕੀਨ ਨਹੀਂ ਆਉਂਦਾ ਰੋਟੀਆਂ ਬਿਨਾਂ ਵੀ, ਪਰ ਫਿਰ ਵੀ ਬਹੁਤ ਸਾਰੇ ਖਾਣੇ ਆ, ਉਹਨਾਂ ਨੂੰ ਚੇਂਜ ਕਰੋ। ਜਿਹੜੀ ਬਿਮਾਰੀ ਆ ਉਹ ਖਾਣੇ ਤੋਂ ਹੀ ਚੱਲਦੀ ਆ। ਖਾਣੇ ਨੂੰ ਕੰਟਰੋਲ ਕਰ ਲਓ, BP ਨੂੰ ਕੰਟਰੋਲ ਕਰੋ, ਤੁਹਾਡਾ ਗੋਲੀਆਂ 'ਤੇ ਯਕੀਨ ਬਹੁਤ ਜ਼ਿਆਦਾ ਵਧਿਆ ਹੋਇਆ ਆ। ਜਿਹੜੀ ਤੁਹਾਨੂੰ ਕਦੀ ਕੋਈ ਗੋਲੀ ਦੇਤੀ ਕੋਈ, ਤਾਂ ਉਹ ਪੇਨ ਕਿਲਰ ਆ ਫਿਰ ਹੋਲ ਲਾਈਫ ਆ, ਤੁਹਾਡੀ ਸਾਰੀ ਲਾਈਫ ਲਈ। ਉਹਦਾ ਕੋਈ ਹੋਰ ਇਲਾਜ ਤੁਸੀਂ ਕਰ ਸਕਦੇ ਆ, ਅਤੇ ਉਹ ਪਲੀਜ਼ ਜ਼ਰੂਰ ਕਰ ਲਓ। ਬਲਵੰਤ ਮੰਗਟ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ BP ਵਾਲੇ ਨੇ ਜਿਹੜੇ BP ਆਪਣਾ ਜਿਹੜਾ ਹੁੰਦਾ ਨਾ ਇਹ ਵਾਟਰਮੈਲਨ, ਉਹ ਜੇ ਤਾਂ ਉਹਦੀ ਸਮੂਦੀ ਬਣਾ ਕੇ ਪੀ ਲੈਣ, ਸਣੇ ਬੀਜ ਹੋਣ, ਤਾਂ ਫਿਰ ਉਹਦੇ ਨਾਲ 1 ਵੀਕ ਵਿੱਚ ਕੰਟਰੋਲ 'ਚ ਆ ਜਾਂਦਾ। ਤੁਸੀਂ ਹਦਵਾਣਾ ਦੱਸੋ ਉਹਨਾਂ ਨੂੰ, ਹਦਵਾਣਾ ਖਾਓ। ਹਾਂਜੀ, ਹਦਵਾਣਾ ਦੱਸੋ, ਚਲੋ ਹਦਵਾਣਾ ਕਹਿ ਦੋ। ਕਿੰਨੇ ਕੋਈ ਤਰਬੂਜ ਕਹਿੰਦਾ, ਕੋਈ ਹਦਵਾਣਾ ਕਹਿੰਦਾ। ਹਾਂਜੀ, ਉਹਦੀ ਸਮੂਦੀ ਬਣਾ ਕੇ, ਹੁਣ ਵਿੰਟਰ ਆ ਗਈ, ਜੇ ਇਹਨਾਂ ਨੂੰ ਕਿਤੋਂ ਉਹਦੇ ਬੀਜ ਮਿਲ ਸਕਦੇ ਨੇ ਤਾਂ ਬੀਜ ਰਾਤ ਨੂੰ ਪਾਣੀ 'ਚ ਭਿਉਂਦੇ ਨੇ, ਸਵੇਰ ਨੂੰ ਉਹ ਬੀਜ ਰੜਕ ਕੇ ਪੀਣ। ਖਾਣੇ ਤਾਂ ਬੀਜ ਨੇ, ਹਦਵਾਣੇ ਵਿੱਚ ਵੀ ਬੀਜ ਸਿੱਟਣੇ ਨਹੀਂ ਬਾਹਰ, ਉਹ ਡਾਊਨ ਬੀਜਾਂ ਨਾਲ ਹੀ ਹੁੰਦਾ ਥੱਲੇ। ਇਹ ਸਾਰਾ ਕੁਝ ਦੱਸੀ ਜਾਓ, ਇਹਨਾਂ ਦੇ ਸ਼ਹਿਰ ਸਭ ਕੁਝ ਮਿਲਦਾ। ਹਾਂਜੀ, ਜੇ ਬੀਜ ਮਿਲ ਜਾਣ ਇਹਨਾਂ ਨੂੰ ਤਾਂ ਚੰਗੀ ਗੱਲ ਆ। ਉਹਦੇ ਬੀਜ ਰਾਤ ਨੂੰ 2 ਚਮਚੇ ਭਿਉਂਦੇ ਨੇ, ਸਵੇਰ ਨੂੰ ਉਹਨਾਂ ਨੂੰ ਗ੍ਰਾਈਂਡ ਕਰਕੇ ਪੀ ਲੈਣ। ਬਹੁਤ ਛੇਤੀ, ਇੱਕ ਦਾ 400 ਰਹਿੰਦਾ ਸੀ, ਉਹ ਕਹਿੰਦੀ ਮੇਰਾ ਨੋਰਮਲ ਆ ਹੁਣ ਇਹਨਾਂ ਨਾਲ। ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਆਪਿਆਂ ਨੂੰ ਹਦਵਾਣਾ ਪੀਣ ਲਾਤਾ, ਕਹਿੰਦੀ ਸਮੂਦੀ ਬਣਾ ਕੇ ਪੀਆ ਕਰੋ। ਨਾਲੇ ਤਾਂ ਕਿਉਂਕਿ ਹੁਣ ਵਿੰਟਰ ਵਿੱਚ ਕਈਆਂ ਨੂੰ ਜਿਵੇਂ ਇਹ ਕਹਿੰਦੇ ਨੇ ਵੀ ਬਾਂਹ 'ਚ ਵੀ ਚੀਜ਼ ਪੈਂਦੀ ਆ, ਫਿਰ ਉਹ ਐਂ ਨਾ ਹੋਵੇ ਵੀ ਉਹ ਠੰਡ ਨਾ ਕਰੇ ਇਹਨਾਂ ਨੂੰ, ਫਿਰ ਜੇ ਹਦਵਾਣਾ ਹੀ ਪੀਣਗੇ ਬੀਜ, ਫਿਰ ਉਹ ਉਨੀ ਠੰਡ ਨਹੀਂ ਕਰਦੇ। ਉਹਨਾਂ ਨੂੰ ਆਪਾਂ ਥੋੜਾ ਜਿਹਾ ਕੋਸਾ ਕਰਕੇ ਵੀ ਪੀ ਸਕਦੇ ਹਾਂ, ਰਗੜ ਕੇ। ਠੀਕ। ਹਾਂਜੀ, ਤੇ ਉਹਦੇ ਨਾਲ ਬਹੁਤ ਛੇਤੀ ਕੰਟਰੋਲ ਹੁੰਦਾ। ਮੈਂ ਸੁਣਦੀ ਸੀ, ਮੈਂ ਕਿਹਾ ਚੱਲ ਮੈਂ ਹੁਣੇ ਦੱਸਦਾ ਵੀ ਕਿੰਨੇ ਨੂੰ ਆਰਾਮ ਆਇਆ ਉਹਨਾਂ ਨਾਲ। ਬਿਲਕੁਲ, ਤੁਸੀਂ ਸੁਣਦੇ ਰਹੋ, ਹੋਰ ਵੀ ਕੋਈ ਇਲਾਜ ਹੋਇਆ ਤਾਂ ਵਾਪਸ ਆ ਜਾਓ। ਠੀਕ ਹੈ ਜੀ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆ ਜਿਹੜੇ ਹੁਣੇ BP ਵਾਲੇ ਕਹਿੰਦੇ ਸੀ, ਤੇ ਇਹਨਾਂ ਨੇ ਦੱਸ ਹੀ ਦਿੱਤਾ, ਇਹ ਮੈਂ ਵੀ ਦੱਸਣਾ ਸੀ ਇਹਨਾਂ ਨੂੰ। ਬੀਜ ਇੱਥੇ ਸਾਡੇ ਤਾਂ ਮਿਲਦੇ ਆ ਨਿਊਯਾਰਕ ਤੋਂ, ਤੇ ਆਹ ਵਾਟਰਮੈਲਨ ਦੇ ਮਤਲਬ ਤਰਬੂਜ ਦੇ ਬੀਜ, ਜਾਂ ਇੱਕ ਮੈਂ ਹੋਰ ਦੱਸਣਾ ਸੀ ਜਿਹੜਾ ਗ੍ਰੇਪ ਸੀਡ ਹੁੰਦੇ ਆ, ਜਿਹੜੇ ਅੰਗੂਰਾਂ ਦੇ ਬੀਆਂ ਦਾ ਤੇਲ, ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ। ਹਾਂਜੀ ਹਾਂਜੀ ਹਾਂਜੀ, ਤੇ ਉਹ 1 ਚਮਚਾ ਵੈਸੇ ਤਾਂ ਉਹਨਾਂ ਨੇ ਦੱਸਿਆ ਸੀ ਅੱਧੇ ਤੋਂ ਸ਼ੁਰੂ ਕਰ ਲੈਣ, ਘੱਟ ਤੋਂ ਪਹਿਲਾਂ ਸ਼ੁਰੂ ਕਰਨ। ਠੀਕ ਹੈ। ਹਾਂਜੀ, ਬਾਕੀ ਜਿਹੜੀ ਉਹਨਾਂ ਦੀ ਬਾਂਹ ਦੁਖਦੀ ਆ, ਮੈਂ ਹੁਣੇ ਸੁਣਨਾ ਸ਼ੁਰੂ ਕੀਤਾ, ਮੈਨੂੰ ਐਗਜ਼ੈਕਟਲੀ ਨਹੀਂ ਪਤਾ ਲੱਗਿਆ ਵੀ ਬਾਂਹ ਉਹਨਾਂ ਦੀ ਕੂਹਣੀ ਤੋਂ ਦੁਖਦੀ ਹੈ ਜਾਂ ਮੋਢੇ ਤੇ ਕਿਹਾ ਉਹਨਾਂ ਨੇ। ਮੋਢਾ
ਹਾਂ ਮੋਢਾ ਕਿਹਾ, ਉਹ ਮੈਂ ਅੱਗੇ ਵੀ ਦੱਸਿਆ ਸੀ। ਜਿਹੜੀ ਆਪਣੀ ਡੌਲਾ ਹੁੰਦਾ ਵਾ, ਕੱਛ ਹੁੰਦੀ ਆ, ਜਿੱਥੋਂ ਆਪਣੀ ਕੱਛ ਖਤਮ ਹੁੰਦੀ ਆ ਇਹਦੇ ਨਾਲ ਛਾਤੀ ਦੇ ਨਾਲ ਬ੍ਰੈਸਟ ਦੇ ਨਾਲ ਆਪਣੇ ਉੱਥੇ ਪੁਆਇੰਟ ਆ, ਤੇ ਉਹਨੂੰ ਨੱਪ ਲੈਣ। ਉਹਦੇ ਨਾਲ ਨਾਲੇ ਤਾਂ ਇਹਨਾਂ ਦਾ ਮੋਢਾ ਵੀ ਠੀਕ ਹੋ ਜੂ। ਜੇ ਇਹਨਾਂ ਦੇ ਕੋਈ ਗਰਦਨ 'ਚ ਪੇਨ ਆ, ਕੋਈ ਮਤਲਬ ਮਸਲ ਕੋਈ ਪੁੱਲ ਹੋਇਆ, ਕੋਈ ਨਰਵ ਪੈਂਚ ਹੋਈ ਆ, ਉਹ ਉਹਦੇ ਨਾਲ ਠੀਕ ਹੋ ਜੂ। 5-7 ਵਾਰ ਏਦਾਂ ਹੀ ਹੌਲੀ ਹੌਲੀ ਉਹ ਨੱਪਣ ਉਹਨੂੰ। ਤੇ ਜਿਹੜੀ ਇੱਕ ਹੁੰਦੀ ਆ ਸੌਫਟ ਬਾਲ ਲੈ ਕੇ ਆਪਦੇ ਇਹਦੇ ਕੱਛ ਦੇ ਥੱਲੇ ਤੇ ਉਹਨੂੰ ਕੂਹਣੀ ਨੂੰ ਇਸ ਤਰ੍ਹਾਂ ਮੋੜ ਲੈਣ ਤੇ ਹੱਥ ਨੂੰ ਗਰਦਨ ਤੇ ਰੱਖਣ, ਤੇ ਉਹਦੇ ਨਾਲ ਵੀ ਇਹਨਾਂ ਦੇ ਜਿਹੜੀ ਉਹ ਕੋਈ ਪ੍ਰੈਸ ਹੋਈ ਹੋਊ ਨਰਵ, ਉਹ ਵੀ ਠੀਕ ਹੋ ਜੂ। ਬਾਕੀ ਜੇ ਇਹ ਟਕੋਰ ਕਰ ਸਕਦੇ ਆ ਤਾਂ ਉਹਦੀ ਨੂਨ ਦੀ ਨਮਕ ਪਾ ਲੈਣ, ਉਹਦੇ 'ਚ ਜਰਾਬ 'ਚ ਪਾ ਲਓ ਤੇ ਉਹਦੇ 'ਚ ਪਾ ਕੇ ਗਰਮ ਪਾਣੀ 'ਚ ਉਹਨੂੰ ਡਬੋ ਕੇ ਉਹਦੇ ਤੇ ਕੂਹਣੀ ਤੇ ਆਪਦੇ ਤੇ ਟਕੋਰ ਕਰੋ। ਤੇ ਫਿਰ ਉਸ ਤੋਂ ਬਾਅਦ ਕੋਈ ਵੀ ਤੇਲ, ਜਿਹੜਾ ਮਰਜ਼ੀ ਤੇਲ ਲਾ ਲਓ, ਜਾਣੀ ਤੇਲ ਜ਼ਰੂਰ ਲਾਉਣਾ ਵਾ, ਗਰਮ ਕਰਕੇ ਥੋੜ੍ਹਾ ਜਿਹਾ, ਤੇ ਤੇਲ ਲਾ ਕੇ ਉਹਨੂੰ ਬਾਂਹ ਨੂੰ ਲਪੇਟ ਲੈਣ, ਚਾਹੇ ਕੂਹਣੀ ਕੋਲੋਂ ਆ ਚਾਹੇ ਕਿਸੇ ਕੋਲੋਂ ਵੀ ਆ। ਜਿਹੜੀ ਉਹਨਾਂ ਦੀ ਸੋਜ ਹੋਊਗੀ ਉਹ ਚਲੀ ਜਾਊ। ਜੇ ਬਾਹਰੀ ਹੋਊਗੀ, ਜਿਹੜੀ ਅੰਦਰੋਂ ਕੋਈ ਮਸਲ ਪੁੱਲ ਹੋਇਆ ਹੋਊ, ਉਹ ਤਾਂ ਆਕੂਪ੍ਰੈਸ਼ਰ ਨਹੀਂ ਜਾਣੀ ਹੈ ਜੀ। ਹਾਂਜੀ, ਆਕੂਪ੍ਰੈਸ਼ਰ ਨਹੀਂ ਜਾਣੀ ਹੈ। ਜਿਹੜਾ ਮੈਂ ਪੁਆਇੰਟ ਦੱਸਿਆ ਉਹ ਕਰਨ। ਤੇ ਇੱਕ ਜਿਹੜਾ ਉਹ ਕਹਿੰਦੇ ਕਿਸੇ ਨੇ ਕਿਹਾ, ਪਤਾ ਨਹੀਂ ਇਹਨਾਂ ਨੇ ਕਿਹਾ ਸ਼ਾਇਦ, ਵੀ ਮੇਰੇ ਪੇਟ 'ਚ ਦਰਦ ਹੁੰਦਾ ਵਾ। ਉਹ ਮੇਰੀ ਫਰੈਂਡ ਨੇ ਕੀਤਾ ਪਿਛਲੇ ਹਫ਼ਤੇ ਹੀ, ਉਹਨੇ ਮੈਨੂੰ ਦੱਸਿਆ। ਮੈਂ ਉਹਨੂੰ ਦੱਸਿਆ ਸੀ ਦਾਲ ਚੀਨੀ, ਜੈਤੂਨ ਦੇ ਤੇਲ 'ਚ, ਔਲੀਵ ਆਇਲ 'ਚ, ਜਿਹੜਾ ਮਰਜ਼ੀ ਪਾ ਲਓ, ਚਾਹੇ ਜੈਤੂਨ ਦਾ ਪਾ ਲਓ, ਜਿਹੜਾ ਵੀ ਇਹਨਾਂ ਨੂੰ ਠੀਕ ਲੱਗਦਾ। ਤੇ ਬਸ ਉਹਨਾਂ ਨੇ ਇਹ ਪਾਇਆ ਜੈਤੂਨ ਦੇ 'ਚ, ਔਲੀਵ ਆਇਲ 'ਚ ਦਾਲ ਚੀਨੀ ਕੱਢ ਕੇ ਉਹ ਪੁਣ ਕੇ ਉਹਨੂੰ ਵੀ ਕੋਈ ਰਵੇ ਨਾ, ਤੇ ਉਹ ਧੁੰਨੀ 'ਚ ਪਾਉਂਦੇ ਆ। ਉਹ ਕਹਿੰਦੇ ਉਹਨਾਂ ਨੂੰ ਮੈਨੂੰ ਨੀਂਦ ਵੀ ਆਉਂਦੀ। ਅੱਛਾ ਜੀ। ਹਾਂਜੀ, ਨੀਂਦ ਵੀ ਆਉਂਦੀ ਹੈ। ਤੇ ਬਾਕੀ ਮੇਰੇ ਜਿਹੜਾ ਕਹਿੰਦੇ ਪੇਟ ਮੇਰਾ ਕੱਸਿਆ ਰਹਿੰਦਾ, ਉਹ ਵੀ ਠੀਕ ਰਹਿੰਦਾ। ਉਹਦੇ ਨਾਲ ਮੈਨੂੰ ਸ਼ੂਗਰ ਨੂੰ ਵੀ, ਉਹਨਾਂ ਦੀ ਸ਼ੂਗਰ ਡਾਇਬਟੀ ਲੈਵਲ ਹਾਈ ਹੈ ਥੋੜ੍ਹਾ, ਉਹ ਵੀ ਠੀਕ ਹੁੰਦਾ। ਤੇ ਇੱਕ ਉਹਨੂੰ ਮੈਂ ਮੋਢੇ ਦਾ ਉਹਨਾਂ ਨੂੰ ਪੁਆਇੰਟ ਦੱਸਿਆ ਸੀ, ਉਹ ਕਹਿੰਦੇ ਮੋਢੇ ਦਾ ਵੀ ਮੇਰਾ ਦਰਦ ਹਟ ਗਿਆ। ਹੁਣ ਮੈਂ ਨੱਪਦੀ ਰਹਿੰਦੀ ਹਾਂ। ਮੈਂ ਉਹਨਾਂ ਨੂੰ ਵੀਡੀਓ ਕਾਲ ਕਰਕੇ WhatsApp 'ਤੇ ਦੱਸਿਆ ਸੀ ਵੀ ਇੱਥੇ ਹੁੰਦਾ ਇਹ ਪੁਆਇੰਟ। ਤੇ ਬਾਕੀ ਹੋਰ ਚਲੋ ਠੀਕ ਹੈ, ਜੇ ਕੋਈ ਹੋਰ ਹੋਇਆ ਫਿਰ ਦੱਸ ਦਾਂਗੇ, ਕਿਉਂਕਿ ਮੈਂ ਹੁਣੇ ਸੁਣਨਾ ਸ਼ੁਰੂ ਕੀਤਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਤੇ ਤੁਸੀਂ ਵੀ ਜੀ ਕਾਲ ਕਰਕੇ ਜੇ ਕਿਸੇ ਨੂੰ ਕੋਈ ਫੀਡਬੈਕ ਦੇਣੀ ਆ ਤਾਂ ਦੇ ਸਕਦੇ ਹਾਂ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜਿਹੜੇ ਹੋਲਡ 'ਤੇ ਆ ਪਲੀਜ਼ ਇਸੇ ਤਰ੍ਹਾਂ ਤੁਸੀਂ ਹੋਲਡ 'ਤੇ ਬਣੇ ਰਹਿਣਾ। ਵਾਪਸ ਆਣ ਕੇ ਤੁਹਾਡੀਆਂ ਅਸੀਂ ਕਾਲਸ ਉਸੇ ਤਰ੍ਹਾਂ ਲਵਾਂਗੇ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਉਸ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੀ ਫੀਡਬੈਕ ਦੇ ਸਕਦੇ ਹਾਂ। ਭਲੇ ਵਾਲਾ ਕੰਮ ਆ, ਭਲਾ ਕਰ ਸਕਦੇ ਹਾਂ। ਅਤੇ ਵਾਪਸ ਆਉਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਵਿੱਚ ਕੋਈ ਡਾਕਟਰ ਤਾਂ ਹੁੰਦਾ ਨਹੀਂਗਾ, ਤੁਹਾਡੀਆਂ ਹੋਮ ਰੈਮਡੀਜ਼ ਹੁੰਦੀਆਂ। ਤੁਸੀਂ ਫੀਡਬੈਕ ਦਿੰਦੇ ਹੋ, ਹੋਮ ਰੈਮਡੀ ਦੱਸਦੇ ਹੋ, ਅਤੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ। ਵੈਸੇ ਵੀ ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਇਹ ਚੀਜ਼ਾਂ ਤੁਸੀਂ ਵਰਤ ਸਕਦੇ ਆ। ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਘਰ ਵਿੱਚ ਰੱਖੋ। ਇਹ ਵੀ ਬਹੁਤ ਜ਼ਰੂਰੀ ਹੈ ਕਿ ਛੋਟੇ ਹੁੰਦੇ ਬੱਚਿਆਂ ਨੂੰ ਹੀ ਇਹਨਾਂ ਚੀਜ਼ਾਂ ਦੇ ਨਾਲ ਜ਼ਰੂਰੀ ਯੂਜ਼ ਟੂ ਕਰੋ, ਨਾ ਕਿ ਤੁਸੀਂ ਸਿੱਧਾ ਦਵਾਈਆਂ ਦੇ ਨਾਲ। ਡਾਕਟਰ ਨੂੰ ਪੁੱਛ ਜ਼ਰੂਰ ਲਓ ਬਿਮਾਰੀ ਕੀ ਆ। ਕਈ ਵਾਰੀ ਸੀਰੀਅਸ ਬਿਮਾਰੀਆਂ ਹੁੰਦੀਆਂ, ਤੁਹਾਨੂੰ ਛੇਤੀ ਰਾਈਟ ਵੇ ਡਾਕਟਰ ਦੀ ਲੋੜ ਹੁੰਦੀ ਹੈ, ਜਾਓ ਜ਼ਰੂਰ। ਪਰ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਰੀ ਉਮਰ ਗੋਲੀਆਂ 'ਤੇ ਲੱਗੇ ਰਹੋ। ਸਾਨੂੰ ਹੁਣ ਪੀਣ ਦੀ ਆਹ ਦਵਾਈ ਬਦਲ ਦਿੱਤੀ ਆ, ਆਹ ਬਦਲ ਦਿੱਤੀ ਆ। ਪਰ ਆਪਣੀ ਸਿਹਤ ਨੂੰ ਜ਼ਰੂਰ ਠੀਕ ਰੱਖੋ, ਆਪਣਾ ਇਮਿਊਨ ਸਿਸਟਮ ਆ ਉਹਨੂੰ ਜ਼ਰੂਰ ਠੀਕ ਰੱਖੋ। ਅਤੇ ਇਹ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਇਸ ਦਾ ਰਿਪੀਟ ਵੀ ਸੁਣਦੇ ਆ। ਮੰਗਲਵਾਰ ਨੂੰ ਇਹ ਪ੍ਰੋਗਰਾਮ ਲਾਈਵ ਹੁੰਦਾ 4 ਤੋਂ 5:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ, ਜਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਹੀ ਪ੍ਰੋਗਰਾਮ ਤੁਸੀਂ YouTube ਅਤੇ Facebook 'ਤੇ ਲਾਈਵ ਵੀ ਸੁਣ ਰਹੇ ਹੋ। ਅਤੇ ਅੱਗੇ ਚੱਲਦੇ ਹਾਂ ਅਸੀਂ ਆਪਣੇ ਕਾਲਰਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਨੂੰ ਕਾਲ ਇਹੀ ਹੈਗੀ ਡਾਇਲਿਸਿਸ ਬਾਰੇ। ਹਾਂਜੀ, ਡਾਇਲਿਸਿਸ ਨੂੰ ਘਟਾਉਣ ਦਾ ਜਾਂ ਪੋਸਟਪੋਨ ਕਰਨ ਦਾ ਵਧੀਆ ਤਰੀਕਾ ਇਹ ਹੈਗਾ ਕਿ ਉਹ ਕਮ ਸੇ ਕਮ ਮਹੀਨੇ ਦੇ ਵਿੱਚ ਇੱਕ ਵਾਰ ਜ਼ਰੂਰ ਸਮੁੰਦਰ ਦੇ ਵਿੱਚ ਜਾਂ ਬੀਚ ਦੇ ਵਿੱਚ ਨਹਾ ਕੇ ਆਉਣ। ਇੱਕ ਜੇ ਉਹ ਨਹੀਂ ਜਾ ਸਕਦੇ ਤਾਂ ਟੱਬ ਦੇ ਵਿੱਚ ਸੀ ਸਾਲਟ ਪਾ ਕੇ ਨਾ, ਇੱਕ ਮੁੱਠੀ ਸੀ ਸਾਲਟ, 1 ਜਾਂ 2 ਮੁੱਠੀਆਂ ਪਾ ਲੈਣਾ, ਅਤੇ ਉਹਦੇ ਵਿੱਚ ਟੱਬ ਦੇ ਵਿੱਚ ਇਸ਼ਨਾਨ ਕਰਨ।
ਉਹਦੇ 'ਚ ਜਿਹੜੇ ਸੀ ਸਾਲਟ ਦੇ ਵਿੱਚ ਜਿਹੜੇ ਐਲੀਮੈਂਟਸ ਹੈਗੇ ਨੇ, ਜਿਹੜੇ ਕੈਮੀਕਲਸ ਹੈਗੇ ਨੇ, ਉਹ ਸਕਿਨ ਦੇ ਰਾਹੀਂ, ਚਮੜੀ ਦੇ ਰਾਹੀਂ ਅੰਦਰ ਚਲੇ ਜਾਂਦੇ ਨੇ, ਔਰ ਜਿਹੜੇ ਫਾਲਤੂ ਯੂਰੀਆ ਕ੍ਰੀਟਿਨਿਨ ਜਿਹੜਾ ਕਿ ਡਾਇਲਿਸਿਸ ਨਹੀਂ ਕੱਢਣਾ ਹੁੰਦਾ ਹੈਗਾ, ਉਹ ਸਕਿਨ ਆਟੋਮੈਟਿਕਲੀ ਜਿਹੜਾ ਨਾ ਕੁਛ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਉਹ ਨਾਲ ਫਿਰ ਜਿਹੜਾ ਹੈਗਾ ਡਾਇਲਿਸਿਸ ਜੇ 3 ਵਾਰੀ ਕਰਾਉਣਾ ਪੈਂਦਾ ਨਾ ਹਫ਼ਤੇ 'ਚ, ਤਾਂ 2 ਵਾਰ ਤੇ ਹੋਣ ਦੇ ਚਾਂਸਸ ਹੈਗੇ ਨੇ। ਤੇ ਜਿਹੜਾ ਤੁਸੀਂ ਸੀ ਸਾਲਟ ਕਹਿੰਦੇ ਆ, ਇਹ ਤਾਂ ਸਟੋਰ ਤੋਂ ਵੀ ਮਿਲ ਜਾਂਦਾ, ਉਹੀ ਹੈ ਨਾ? ਹਾਂਜੀ ਹਾਂ ਭੈਣ ਜੀ, ਉਹੀ ਸੀ ਸਾਲਟ ਹੈ। ਹਾਂਜੀ ਹਾਂ ਹਾਂਜੀ। ਤੇ ਆਪਣੇ ਸੈਨ ਹੋਜ਼ੇ ਵਿੱਚ ਨਾ ਇੱਕ 4 ਸੀਜ਼ਨਸ ਕੰਪਨੀ ਹੈਗੀ ਹੈ, 4 ਸੀਜ਼ਨ ਸਟੋਰ ਹੈਗਾ ਇੱਧਰ ਇੱਧਰ ਹਾਂ ਈਸਟ ਸੈਨ ਹੋਜ਼ੇ ਵਿੱਚ ਹੈਗਾ। ਹਾਂਜੀ, ਤੇ ਜਾਂ ਇਹ ਵੈਸੇ ਇਹ ਜਿਹੜਾ ਹੈ ਨਾ ਲੱਕੀ ਐਂਡ ਸੇਫਵੇ, ਇੱਥੇ ਵੀ ਮਿਲ ਜਾਣਾ ਚਾਹੀਦਾ। ਦੇਖ ਲੈਣਗੇ। ਹਾਂਜੀ ਹਾਂਜੀ, ਆਪੋ ਆਪਣੇ ਜਿੱਥੇ ਵੀ ਦੁਨੀਆ ਰਹਿੰਦੀ ਆ, ਆਪਾਂ ਆਪਣੇ ਸਟੋਰਾਂ 'ਚ ਜ਼ਰੂਰ ਲੱਗ ਦੇਖ ਲਿਓ ਜੀ। ਹਾਂ, ਤੇ ਬਾਕੀ ਜਿਹੜਾ ਹੈ ਨਾ ਸੈਲਰੀ ਸੀਡ ਜਿਹੜਾ ਹੈਗਾ ਨਾ ਉਹ ਖਾਣ, ਕਿਉਂਕਿ ਸੈਲਰੀ ਸੀਡਸ ਵੀ ਇਹ ਜਿਹੜੇ ਨਾ ਅੰਦਰੋਂ ਟੌਕਸਨ ਜਿਹੜੀਆਂ ਹੈਗੇ ਨੇ, ਜਿਹੜੀ ਵੀ ਕੋਈ ਪੋਇਜ਼ਨਸ ਐਲੀਮੈਂਟਸ ਹੈਗੇ ਨੇ, ਉਹ ਇੰਟੈਸਟਿਨਸ ਦੇ ਰਾਹੀਂ, ਅੰਤੜੀਆਂ ਦੇ ਰਾਹੀਂ ਬਾਹਰ ਕੱਢ ਦਿੰਦੇ ਹੈਗੇ ਆ। ਅੱਛਾ, ਤੇ ਬਾਕੀ ਉਹ ਜ਼ਿਆਦਾ ਕੱਚੀਆਂ ਖਾਣ, ਜਿਹੜੀਆਂ ਜਿਸ ਤਰ੍ਹਾਂ ਗਾਜਰਾਂ ਹੈਗੀਆਂ ਨੇ, ਮੂਲੀਆਂ ਹੈਗੀਆਂ ਨੇ, ਜਾਂ ਕੱਚਾ ਧਨੀਆ ਹੈਗਾ, ਹਾਂਜੀ, ਤੇ ਉਹ ਧੁੱਪ ਜ਼ਰੂਰ ਦੇਣੇ ਸਰੀਰ ਨੂੰ, ਕਿਉਂਕਿ ਜਿਹੜਾ ਹੈਗਾ ਸਕਿਨ ਦੇ ਰਾਹੀਂ ਕੁਛ ਜਿਹੜਾ ਮਾਦਾ ਹੈਗਾ, ਗੰਦਾ ਮਾਦਾ, ਉਹ ਨਿਕਲ ਜਾਂਦਾ ਹੈ, ਤੇ ਇਸ ਤਰ੍ਹਾਂ ਜਿਹੜਾ ਹੈ ਨਾ ਡਾਇਲਿਸਿਸ ਦਾ ਕੁਛ ਘਟਾਇਆ ਜਾ ਸਕਦਾ ਹੈ। ਦੂਸਰਾ, ਆਪਾਂ ਨੂੰ ਇੱਕ ਕਾਲ ਆਈ ਸੀਗੀ ਵੀ ਜਿਹੜੇ 70 ਸਾਲ ਦੇ ਬਜ਼ੁਰਗ ਹੈਗੇ ਨੇ, ਵੀ ਉਹਨਾਂ ਨੂੰ ਪਿਸ਼ਾਬ ਦੀ ਪੈਰੀ ਹੈਗੀ ਹੈ, ਕੰਟਰੋਲ ਨਹੀਂ ਹੁੰਦਾ ਹੈਗਾ। ਹਾਂ, ਉਹਦੇ ਵਿੱਚ ਤਕਰੀਬਨ 9 ਆਫ 10 ਚਾਂਸ ਇਹ ਹੈਗੇ ਨੇ ਕਿ ਉਹਨਾਂ ਨੂੰ ਗਦੂਦ ਦੀ ਸੋਜਿਸ਼ ਹੈ, ਪ੍ਰੋਸਟੇਟ ਦੀ ਜਿਹਨੂੰ ਕਹਿੰਦੇ ਹੈਗਾ, ਹਾਂਜੀ, ਪ੍ਰੋਸਟਾਈਟਿਸ ਹੈਗਾ ਜਾਂ ਹਾਈਪਰਪਲੇਜ਼ੀਆ ਵੀ ਇਹਨੂੰ ਕਹਿੰਦੇ ਹੈਗੇ ਨੇ। ਉਹ ਬਿਲਕੁਲ ਵੀ ਡਿਲੇ ਨਾ ਕਰਨ, ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਨਾ ਉਹ ਬਾਇਓਪਸੀ ਕਰਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਜਿਸ ਏਜ ਵਿੱਚ ਦੀ ਲੰਘ ਰਹੇ ਨਾ, ਇੱਥੇ ਇਹ ਬੜਾ ਕਾਮਨ ਹੈਗਾ ਪ੍ਰੋਸਟੇਟ ਦੀਆਂ ਜਿਹੜੀਆਂ ਪ੍ਰੋਬਲਮ ਹੈਗੇ ਨੇ, ਉਹ ਆਪਣੇ ਆਪ ਨਹੀਂ ਠੀਕ ਹੁੰਦੀਆਂ, ਪਰ ਫਿਰ ਵੀ ਉਹ ਹਰਬਲ ਮੈਡੀਸਨ ਦੇ ਪੁਆਇੰਟ ਆਫ ਵਿਊ ਤੋਂ ਸਾਪਲਮੀਟੋ ਹੈਗਾ, SAWPALMETTO, ਸਾਪਲਮੀਟੋ, ਪਾਮ ਟਰੀ ਜਿਹੜੇ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਨਮੋਲੀਆਂ ਹੈਗੇ ਨੇ ਜਾਂ ਉਹਨਾਂ ਦੇ ਜਿਹੜੇ ਸੀਡ ਹੈਗੇ ਨੇ, ਉਹ ਖਾਣੇ ਨੇ, ਬੇਰਾਂ ਵਰਗੇ ਹੁੰਦੇ ਨੇ, ਥੋੜ੍ਹੇ ਥੋੜ੍ਹੇ ਮਿੱਠੇ ਹੁੰਦੇ ਨੇ ਤਕਰੀਬਨ, ਉਹ ਖਾਣ, ਬਸ ਇੱਕ ਜਾਂ 2 ਹਰ ਰੋਜ਼ ਖਾਣ। ਤੇ ਜਿਹੜਾ ਹੈਗਾ ਜੀ ਬਾਕੀ ਜਿਹੜੇ ਪੇਠੇ ਦੇ ਤੇ ਪਪੀਤੇ ਦੇ ਜਿਹੜੇ ਕੱਚੇ ਅਨਸਾਲਟਡ ਸੀਡ ਹੈਗੇ ਨੇ, ਉਹ ਖਾਣ, ਕਾਲੇ ਤਿਲ ਖਾਣ, ਹਾਂਜੀ, ਤੇ ਚਾਹ ਥੋੜ੍ਹੀ ਘੱਟ ਕਰ ਦੇਣਾ। ਬਸ ਇਹ ਇੰਨਾ ਖਾਲੀ ਪ੍ਰੀਵੈਂਸ਼ਨ ਕਰ ਸਕਦੇ ਹੈਗੇ ਨੇ, ਪਰ ਉਹ ਟੈਸਟ ਜ਼ਰੂਰ ਕਰਾ ਲੈਣ ਡਾਕਟਰ ਦੇ ਕੋਲੋਂ। ਠੀਕ ਹੈ ਜੀ, ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ, ਦੇਖੋ ਜਦੋਂ ਡਾਕਟਰ ਦੇ ਜਾਣਾ, ਅਪਾਇੰਟਮੈਂਟ ਬਣਨੀ, ਉਦੋਂ ਜਾਣਾ। ਵੈਸੇ ਤੁਸੀਂ ਜਿਹੜੇ ਜੌਂ ਹੁੰਦੇ ਆ ਨਾ, ਉਹਨੂੰ ਉਬਾਲ ਕੇ ਪੀਣਾ ਵੀ ਸ਼ੁਰੂ ਕਰੋ, ਉਹਦੇ ਨਾਲ ਵੀ ਤੁਹਾਡੀ ਬਲੈਡਰ ਦੀ ਕਮਜ਼ੋਰੀ ਆ ਉਹ ਦੂਰ ਹੋ ਜਾਂਦੀ ਹੈ। ਕਈ ਵਾਰੀ ਕਹਿ ਦਿੰਦੇ ਹੁੰਦੇ ਕਾਲੇ ਤਿਲ ਗੁੜ 'ਚ ਪਾ ਕੇ ਵੀ ਖਾਓ, ਪਰ ਇਹ ਜਿਹੜੇ ਓੜ ਪੋੜ ਜਿਹਨੂੰ ਪੰਜਾਬੀ 'ਚ ਕਹਿੰਦੇ ਨਾ, ਉਹ ਕਰ ਸਕਦੇ ਤੁਸੀਂ। ਭੁਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਦੱਸਣਾ ਸੀਗਾ ਜਿਹੜੇ ਬਲੱਡ ਪ੍ਰੈਸ਼ਰ ਵਾਲਿਆਂ ਬਾਰੇ ਕੀਤਾ ਸੀ, ਬੀਜੀ ਨੇ ਫੋਨ, ਇੱਥੇ ਮੈਨੂੰ ਲੱਗਦਾ ਯੂਨੀਵਰਸਿਟੀ ਤੋਂ ਸੀਗੇ। ਉਹ ਨਾ ਪੂਦਨੇ ਨੂੰ ਆਪਣੇ ਘਰਾਂ ਵਿੱਚ ਆਮ ਤੌਰ ਤੇ ਹੁਣ ਤਾਂ ਬਥੇਰਾ ਪੂਦਨਾ ਹੈ, ਉਹਦੀ ਨਾ 2 ਸੋਹਣੇ ਪੱਤੇ ਪਾ ਕੇ ਕਰ, ਅੱਧੀ ਚੀਰਨੀ, ਉਹਦੀ ਨਾ ਸਮੂਦੀ ਜਿਹੀ ਬਣਾ ਕੇ ਪੀਣ, ਬਲੈਂਡਰ 'ਚ ਗ੍ਰਾਈਂਡ ਕਰਕੇ ਪਾਣੀ ਪਾ ਕੇ ਉਹ ਪੀ ਲੈਣ। ਦਿਲ ਕਰਦਾ ਤਾਂ ਲੂਣ ਪਾ ਲੈਣ, ਨਹੀਂ ਤਾਂ ਕਾਲੀ ਮਿਰਚ ਜ਼ਰੂਰ ਪਾਉਣ। ਇੱਕ ਗੱਲ। ਦੂਸਰੀ ਗੱਲ ਇਹ ਆ ਵੀ ਉਹ 4 ਦਿਨ ਏਦਾਂ ਕਰਨ। ਇੱਕ ਚੀਚੀ ਉਂਗਲੀ ਤਾਂ ਜਿਹੜੀ ਗਗਲੀ ਉਂਗਲੀ ਹੁੰਦੀ ਵੱਡੀ, ਇਹਨੂੰ ਆਪਣੀਆਂ ਜਿਹੜੀਆਂ ਚੁੰਡੀਆਂ ਹੁੰਦੀਆਂ ਕੱਪੜੇ ਟੰਗਣ ਵਾਲੀਆਂ, ਇਹ ਲਾ ਲੈਣ, ਜਿੰਨਾ ਚਿਰ ਉਹ ਸਹਿ ਸਕਦੇ ਜੀ। ਤੇ 8 ਦਿਨ ਏਦਾਂ ਕਰਨ ਤੋਂ ਬਾਅਦ ਫਿਰ ਉਹ ਚਮਚਾ ਰੋਜ਼ਾਨਾ ਹੀ ਚਟਨੀ ਦਾ ਖਾ ਲਿਆ ਕਰਨ, ਪੂਦਨੇ ਦੀ ਚਟਨੀ। ਬਲੱਡ ਪ੍ਰੈਸ਼ਰ ਦੀ ਗੋਲੀ ਛੁੱਟ ਗਈ ਆ ਮੇਰੀ ਸਿਸਟਰ ਦੀ, ਵੱਡੇ ਆ ਸਾਥੋਂ ਕਾਫੀ ਏਜ 'ਚ। ਅੱਛਾ, ਦੂਸਰੀ ਗੱਲ ਇਹ ਆ ਵੀ ਜਿਹੜੇ ਹੈਗੇ ਆ ਬਹਾਦਰ ਸਿੰਘ ਭਾਜੀ ਆ, ਮੈਂ ਉਹਨਾਂ ਦੇ ਕੋਲ 2 ਵਾਰੀ ਗਈ ਸੀ ਕਪਿੰਗ ਵਾਸਤੇ, ਇੱਥੋਂ ਜੂਬਾ ਸੀ, ਤੇ ਮੈਨੂੰ ਉਹਨਾਂ ਦੇ ਨਾਲ ਮੇਰੀ ਨਾ ਤਾਂ ਲੱਤ ਤੁਰਦੀ ਸੀਗੀ, ਤੇ ਨਾਲੇ ਮੇਰਾ ਉੱਪਰਲਾ ਜਿਹੜੀ ਹੁੰਦੀ ਨਾ ਕਰਕੇ ਮੇਰੀ ਜੋਬ ਇੱਦਾਂ ਦੀ ਆ, ਤੇ ਉਹਦੇ ਨਾਲ ਮੈਨੂੰ ਇੰਨਾ ਕੁ ਫਾਇਦਾ ਮੈਂ ਦੱਸ ਨਹੀਂ ਸਕਦੀ। ਜਿਹੜੀਆਂ ਕੀੜੀਆਂ ਜਲਾਉਂਦੀਆਂ, ਇਹ ਸਹੀ ਗੱਲ ਆ, ਇਹ ਸਰਵਾਈਕਲ ਹੀ ਆ, ਇਹ ਸਰਵਾਈਕਲ ਹੀ ਆ, ਤੇ ਇਹ ਦੇਖ ਲੈਣ, ਉੱਥੇ ਨਹੀਂ ਕਰਾਉਣਾ, ਹੋਰ ਟੋਲ ਲੈਣ। ਹਾਂਜੀ, ਦੂਰ ਪਾਰ ਵੀ ਰਹਿੰਦੇ ਨਾ ਲੋਕੀ, ਬਾਹਲਾ ਦੂਰ ਹੈ, ਤੇ ਉਹ ਆਪੋ ਆਪਣੇ ਲਾਗੇ ਕਰਾ ਸਕਦੇ ਆ। ਹਾਂਜੀ, ਤੀਸਰੀ ਗੱਲ ਇਹ ਆ, ਜਿਹੜਾ ਉਹਨੇ ਕਿਹਾ ਸੀ ਮੇਰੇ ਨਾਲ ਇਨਫੈਕਸ਼ਨ ਆ, ਉਹ ਇੱਥੇ ਭਾਜੀ ਜਿਹੜੇ ਹੁਣੇ ਬੋਲ ਕੇ ਗਏ ਪੌਲ ਸਿੰਘ ਕੀ ਪੌਲ, ਉਹਨਾਂ ਦਾ ਨਾਂ, ਉਹ ਦੱਸਦੇ ਹੁੰਦੇ ਮਲੱਠੀ ਬਹੁਤ ਚੰਗੀ ਆ। ਹਲਦੀ ਕੱਚੀ ਆਪਣੇ ਜੂਬਾ ਸਿਟੀ ਤਾਂ ਹਰ ਪੰਜਾਬੀ ਸਟੋਰ ਤੇ ਪਈ ਆ, ਹਰ ਗੋਰਿਆਂ ਦੇ ਸਟੋਰੇ ਪਈ ਆ। ਲਿਆ ਕੇ ਉਬਾਲੋ, ਪਾਣੀ ਦੇ ਵਿੱਚ ਉਬਾਲ ਕੇ ਉਹਦੇ ਵਿੱਚ ਰੇਣਕ ਕਾਲੀ ਮਿਰਚ ਪਾਵੋ, ਤੇ 2 ਦੇ ਕੇ ਘਿਓ ਦੇ ਪਾ ਕੇ ਉਹ ਪੀ ਲਓ। ਕਿਤੇ ਜਾਂਦੀ ਇਨਫੈਕਸ਼ਨ ਕੋਈ ਦਵਾਈ ਦੀ ਲੋੜ ਨਹੀਂ। ਬਾਕੀ ਇਹ ਗੱਲ ਜ਼ਰੂਰ ਆ, ਜਿੱਦਾਂ ਭਾਜੀ ਨੇ ਕਿਹਾ ਮੇਰੇ ਤੋਂ ਪਹਿਲਾਂ ਜਿਹੜੇ ਬੋਲੇ ਆ, ਕੱਚੀਆਂ ਚੀਜ਼ਾਂ ਜਿੰਨਾ ਤੁਸੀਂ ਕੱਚਾ ਫੂਡ ਖਾਓਗੇ ਉਨੇ ਸੁੱਖ ਵੱਲ ਨੂੰ ਜਾਓਗੇ।
ਬਸ ਇਹੀ ਮੈਂ ਤਾਂ ਆਪਣੇ ਅਜਮਾਇਆ ਦੱਸਦੀ ਹਾਂ ਜੀ। ਇੱਥੇ ਤੁਹਾਡੇ ਰੇਡੀਓ ਤੇ ਸੁਣ ਕੇ ਪ੍ਰਮਾਤਮਾ ਕਰੇ ਤੁਹਾਡਾ ਰੇਡੀਓ ਹੋਰ ਵੀ ਤਰੱਕੀ ਕਰੇ, ਜਿੰਨਾ ਤੁਸੀਂ ਭਲਾ ਕਰਦੇ ਤੁਹਾਡਾ ਹੀ ਭਲਾ ਹੋਵੇ। ਥੈਂਕ ਯੂ ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਹਲਦੀ ਆ ਜਿਹੜੀ ਨਾ ਬਹੁਤ ਚੰਗੀ ਚੀਜ਼ ਆ। ਹੁਣ ਕਈਆਂ ਨੂੰ ਇਹੀ ਨਹੀਂ ਪਤਾ ਕਿ ਕੱਚੀ ਹਲਦੀ ਕੀ ਹੁੰਦੀ ਆ। ਉਹ ਗੱਠੀਆਂ ਹੁੰਦੀਆਂ, ਹਰੇਕ ਸਟੋਰ ਦੇ ਉੱਤੇ ਉਹ ਪਈਆਂ ਆ। ਜੇ ਤੁਹਾਨੂੰ ਪਤਾ ਹੀ ਨਹੀਂਗਾ ਕਿਸ ਤਰ੍ਹਾਂ ਵਰਤਣੀ ਆ, ਅਤੇ ਉਹਨੂੰ ਗ੍ਰਾਇੰਡ ਕਰਕੇ ਰੱਖ ਲਓ। ਉਹਨੂੰ ਫਰੀਜ਼ ਕਰਕੇ ਰੱਖ ਸਕਦੇ ਹਾਂ, ਗ੍ਰਾਇੰਡ ਕਰਕੇ ਉਹਨੂੰ ਆਈਸ ਕਿਊਬ ਦੇ ਵਿੱਚ ਪਾ ਕੇ ਉਹਨੂੰ ਫਰੀਜ਼ ਕਰ ਸਕਦੇ ਹਾਂ, ਅਤੇ ਫਿਰ ਉਹਨੂੰ ਆਪਣੇ ਪਲਾਸਟਿਕ ਬੈਗ ਦੇ ਵਿੱਚ ਪਾ ਕੇ ਰੱਖ ਸਕਦੇ। ਜਦੋਂ ਤੁਸੀਂ ਵਰਤਣੀ ਆ ਦੁੱਧ 'ਚ ਪਾ ਲਓ, ਦੁੱਧ 'ਚ ਪਾ ਕੇ ਪੀ ਲਓ, ਪਾਣੀ 'ਚ ਉਬਾਲ ਕੇ ਪੀ ਲਓ। ਜਿਸ ਤਰ੍ਹਾਂ ਵੀ ਦੱਸੀ ਜਾਂਦੀ ਹੈ ਸਮੂਦੀ ਜਿਹੜੇ ਪੀਂਦੇ ਆ, ਸਮੂਦੀ ਦੇ ਵਿੱਚ ਪਾ ਕੇ ਪੀ ਲਓ। ਇਹ ਤਾਂ ਅੱਜ ਕੱਲ੍ਹ ਦੇ ਬੱਚੇ ਵੀ ਆ, ਉਹ ਇਹਨਾਂ ਚੀਜ਼ਾਂ ਨੂੰ ਪੀਂਦੇ ਆ। ਅਦਰਕ ਆ, ਲਸਣ ਆ, ਇਹ ਚੀਜ਼ਾਂ ਜਿਹੜੀਆਂ ਨਾ, ਪਿਆਜ਼ ਆ, ਇਹ ਚੀਜ਼ਾਂ ਨੂੰ ਛੱਡੋ ਨਾ। ਕਈ ਬਹੁਤ ਸਾਰੇ ਲੋਕ ਆ ਇਹਨਾਂ ਨੂੰ ਘਰਾਂ 'ਚੋਂ ਕੱਢ ਰਹੇ ਆ। ਇਹ ਇੱਕ ਬਿਮਾਰੀਆਂ ਦੇ ਇਲਾਜ ਆ, ਇਹਨਾਂ ਨੂੰ ਜ਼ਰੂਰ ਵਰਤਦੇ ਰਹੋ ਤੁਸੀਂ। ਸਾਡੇ ਅਗਲੇ ਕਾਲਰ ਨੇ ਜੀ ਸੁਰਿੰਦਰ। ਪਲੀਜ਼ ਤੁਸੀਂ ਜਦੋਂ ਤੁਹਾਡਾ ਨਾਂ ਲਿਆ ਜਾਂਦਾ ਆਪਣਾ ਰੇਡੀਓ ਬੰਦ ਕਰਿਆ ਕਰੋ। ਅਗਲੇ ਕਾਲਰ ਸਾਡੀ ਕੁਲਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਆਪਣਾ ਪੁੱਛਣਾ ਹੈ। ਮੇਰਾ ਸੱਜਾ ਹੱਥ ਰਾਤ ਨੂੰ ਸੌ ਜਾਂਦਾ ਹੈ ਬਹੁਤ ਜ਼ਿਆਦਾ, ਤੇ ਵਿੱਚ ਕੀੜੀਆਂ ਵੀ ਜਿੱਦਾਂ ਤੁਰਦੀਆਂ ਇਦਾਂ ਹੁੰਦਾ ਆ। ਤੁਹਾਨੂੰ ਸੁੱਤਿਆਂ ਪਿਆਂ ਤੇ ਕਿਵੇਂ ਲੱਗਦਾ ਵੀ ਕੀੜੀਆਂ ਤੁਰਦੀਆਂ? ਹਾਂਜੀ, ਫਿਰ ਮੈਨੂੰ ਸੁੱਤੇ ਜਾਗ ਆ ਜਾਂਦੀ ਹੈ। ਅੱਛਾ, ਮੈਂ ਕਿਹਾ ਜੇ ਤੁਸੀਂ ਸੌ ਜਾਂਦੇ ਤਾਂ ਹੱਥ ਵੀ ਸੌ ਜਾਂਦਾ। ਹਾਂਜੀ, ਨਹੀਂ ਸੱਜਾ ਹੱਥ ਆ ਮੇਰਾ, ਤੇ ਸੌਂ ਜਾਂਦਾ ਰੋਜ਼ ਹੀ। ਮੈਨੂੰ ਤਕਰੀਬਨ ਹੀ ਹੋ ਤਾਂ ਗਏ ਉਹਦਾ ਮਹੀਨਾ ਖੰਡ ਹੀ ਹੋ ਗਿਆ ਆ, ਪਰ ਉਹਦਾ ਮੈਂ ਆਪਣੀ ਮਸਾਜ ਤਾਂ ਕਰਦੀ ਰਹਿੰਦੀ ਹਾਂ, ਪਰ ਪਤਾ ਨਹੀਂ ਮੈਨੂੰ ਵੀ ਕਿਉਂ ਨਹੀਂ ਉਹ ਹਟਦਾ ਹੈਗਾ। ਉਂਗਲੀਆਂ ਵੀ ਸੌ ਜਾਂਦੀਆਂ ਮੂਹਰੇ, ਤਾਂ ਉਹਦੇ ਵਿੱਚ ਕੀੜੀਆਂ ਜੜਾਉਂਦੀਆਂ ਆ। ਠੀਕ ਆ, ਹਾਂਜੀ, ਇਹਦਾ ਪੁੱਛਣਾ ਸੀ ਭੈਣ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ। ਕੀੜੀਆਂ ਜ਼ਰੂਰ ਤੁਰਦੀਆਂ, ਕਿਸੇ ਦੇ ਮੋਢਿਆਂ 'ਚ ਤੁਰਦੀਆਂ, ਕਿਸੇ ਦੇ ਹੱਥਾਂ 'ਚ। ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਦੂਸਰੀ ਵਾਰ ਆਈ ਹਾਂ ਮੈਂ, ਤੇ ਮੇਰੇ ਹਦਵਾਣੇ ਦੇ ਬੀਜ ਕਾਹਦੇ ਲਈ ਖਾਣੇ ਸੀ? ਅੱਛਾ, ਇਹੀ ਪੁੱਛਣਾ। ਪਏ ਆ ਤੁਹਾਡੇ? ਹਾਂਜੀ, ਪਏ ਆ ਘਰੇ? ਨਾ ਲਿਆਵਾਂਗੇ, ਮੰਗਾਉਣੀ ਪੈਣੀ। ਠੀਕ ਹੈ, ਠੀਕ ਹੈ, ਠੀਕ ਹੈ। ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਸੁਣਿਓ, ਐਤਵਾਰ ਨੂੰ ਰੇਡੀਓ 'ਤੇ ਲੱਗੂਗਾ, ਅਤੇ ਜੇ ਤੁਸੀਂ YouTube ਦੇਖ ਸਕਦੇ ਹੋ ਤਾਂ ਉੱਤੇ ਦੇਖੋ, ਅਤੇ ਕਿਉਂਕਿ ਉਹ ਦੁਬਾਰਾ ਦੱਸਣਾ ਮੁਸ਼ਕਿਲ ਵੀ ਹੋ ਜਾਂਦਾ। ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਐਕਚੁਅਲੀ ਇਹ ਪੁੱਛਣਾ ਚਾਹੁੰਦੀ ਸੀ ਕਿ ਮੇਰੇ ਨਾ ਅੱਡੀਆਂ ਬਹੁਤ ਦਰਦ ਕਰਦੀਆਂ, ਦੋਨੋਂ ਪੈਰਾਂ ਦੀਆਂ। ਅੱਡੀਆਂ ਦੁਖਦੀਆਂ? ਤੇ ਹਾਂਜੀ, ਅੱਡੀਆਂ ਦੁਖਦੀਆਂ, ਤੇ ਲਾਈਕ ਰਾਤੀ ਜਦੋਂ ਮੈਂ ਸਵੇਰੇ ਉੱਠਦੀ ਹਾਂ ਨਾ, ਬੈੱਡ ਤੋਂ ਥੱਲੇ ਮੇਰਾ ਪੈਰ ਨਹੀਂ ਲੱਗਦਾ। ਬਹੁਤ ਜ਼ਿਆਦਾ ਇੱਦਾਂ ਲੱਗਦਾ ਕਿ ਵੀ ਮੇਰਾ ਕੁਛ ਹੋ ਜਾਏਗਾ, ਵੀ ਬਹੁਤ ਜ਼ਿਆਦਾ ਦਰਦ ਹੁੰਦੀ ਹੈ, ਬਿਲਕੁਲ ਨਹੀਂ ਪੈਰ ਨੀਚੇ ਲੱਗਦਾ। ਫਿਰ ਮੈਂ ਥੋੜ੍ਹੀ ਦੇਰ ਉਹਦੀ ਮਾਲਿਸ਼ ਕਰਦੀ ਹਾਂ, ਫਿਰ ਉੱਠਦੀ ਹਾਂ, ਫਿਰ ਜਦੋਂ ਵਾਕ ਕਰਦੇ ਹਾਂ ਥੋੜ੍ਹੀ ਦੇਰ, ਫਿਰ ਥੋੜ੍ਹਾ ਠੀਕ ਲੱਗਣ ਲੱਗ ਪੈਂਦਾ। ਬਟ ਐਵਰੀ ਡੇ, ਐਵਰੀ ਨਾਈਟ ਇੱਦਾਂ ਹੁੰਦਾ, ਲਾਈਕ ਐਵਰੀ ਮਾਰਨਿੰਗ। ਬਿਲਕੁਲ ਗੁਰਪ੍ਰੀਤ ਜੀ, ਤਾਂ ਤੁਸੀਂ ਤਾਂ ਇਹੀ ਸੋਚਦੇ ਹੋਣੇ ਰੱਬ ਕਰੇ ਦਿਨ ਨਾ ਚੜ੍ਹੇ, ਇੰਨੀਆਂ ਦੁਖਦੀਆਂ ਤੁਹਾਡੀਆਂ ਹੱਡੀਆਂ। ਹਾਂਜੀ, ਨਹੀਂ ਪਰ ਦਿਨ ਤਾਂ ਚੜ੍ਹਨਾ ਹੀ ਹੈ ਜੀ, ਕੰਮ ਤੇ ਵੀ ਜਾਣਾ, ਪਰ ਦੁਖਦੀਆਂ ਬਹੁਤ ਜ਼ਿਆਦਾ ਆ। ਹਾਂਜੀ, ਦੁਖਦੀਆਂ ਬਹੁਤ ਜ਼ਿਆਦਾ, ਤੇ ਕੋਈ ਦੇਸੀ ਦੱਸ ਸਕਦਾ? ਥੈਂਕ ਯੂ ਸੋ ਮਚ। ਥੈਂਕ ਯੂ। ਅੱਡੀਆਂ ਦੇ ਇਲਾਜ ਬੜੇ ਦੱਸੇ ਗਏ ਆ। ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਆਪਣੇ ਦੱਸ ਕੇ ਗਏ ਸੀ ਇੱਕ ਭੈਣ ਜੀ ਮੋਟਾਪੇ ਵਾਸਤੇ 4 ਨਿੰਬੂ ਛਿੱਲ ਕੇ ਰਾਈ ਦੇ ਪੁੱਛਣਾ ਸੀ ਜੀ, ਕੀ ਸਪੈਲਿੰਗ ਆ, ਤੁਸੀਂ ਦੱਸ ਸਕਦੇ ਹੋ ਪਲੀਜ਼? ਤੁਹਾਡੇ ਸ਼ਹਿਰ ਵਿੱਚ ਹਰੇਕ ਸਟੋਰ 'ਤੇ ਰਾਈ ਪਈ ਆ, ਜਿਹੜੀ ਅਚਾਰ ਦੇ ਵਿੱਚ ਪੈਂਦੀ, ਸਰੋਂ ਵਰਗੀ ਜੇ ਹੁੰਦੀ ਆ। ਉਹ ਰੰਗ ਸ਼ਾਇਦ ਹੋਰ ਹੋਊਗਾ, ਤੁਸੀਂ ਉਹਨਾਂ ਨੂੰ ਕਿਉਂ ਰਾਈ ਦੇ ਦਿਓ, 2 ਚਮਚੇ ਉਹਦੇ ਵਰਤਣੇ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਅਜੀਤ ਸਿੰਘ। ਮੈਂ ਜੀ ਅੱਗੇ ਦੱਸਿਆ ਸੀ ਮੇਰਾ ਨਾ ਚੌਥਾ ਹਿੱਸਾ ਸਰੀਰ ਦਾ, ਸਿਰ ਦਾ ਸੁੱਤਾ ਰਹਿੰਦਾ, ਹਾਂਜੀ, ਤੇ ਨਾਲੇ ਮਤਲਬ ਮੇਰੀਆਂ ਦੋਨੋਂ ਲੱਤਾਂ ਜਿਹੜੀਆਂ ਸੁੱਤੀਆਂ, ਖੱਬੀ ਜ਼ਿਆਦਾ ਤਾਂ ਸੱਜੀ ਘੱਟ ਆ। ਮੈਂ ਕਈ ਵਾਰੀ ਪੁੱਛਿਆ ਕਿ ਮੈਨੂੰ ਦੱਸਿਆ ਨਹੀਂ ਕੁਛ। ਠੀਕ ਹੈ ਜੀ, ਠੀਕ ਹੈ ਅਜੀਤ ਸਿੰਘ ਜੀ। ਸੁੱਤਿਆਂ ਤੋਂ ਦੱਸ ਦਿੱਤਾ ਹੁੰਦਾ। ਬਸ ਜਿੰਨਾ ਚਿਰ ਕੋਈ ਨਹੀਂ ਦੱਸਦਾ ਨਾ, ਤੁਸੀਂ ਜਿਹੜੀ ਸੌਗੀ ਆ ਉਹਨੂੰ ਭੇਂ ਲਿਆ ਕਰੋ। ਕਈ ਲੋਕ ਤਾਂ ਨਿੰਬੂ ਦੇ ਪਾਣੀ 'ਚ ਭੇਂਦੇ ਆ। ਜੇ ਤੁਸੀਂ ਉਹ ਨਹੀਂ ਆ, ਖੱਟੀ ਲੱਗਦੀ ਹੈ ਤੁਹਾਨੂੰ, ਵੈਸੇ ਪਾਣੀ ਦੇ ਵਿੱਚ ਰਾਤ ਨੂੰ ਭੇਂਦਿਆ ਕਰੋ, ਸਵੇਰ ਨੂੰ ਉਹਨੂੰ ਤੁਸੀਂ ਖਾ ਲਿਆ ਕਰੋ। ਇਹ ਜਿਹੜੀ ਦਾਖਾਂ ਕਹਿੰਦੇ ਆ, ਜਿਹਨੂੰ ਸੌਗੀ ਕਹਿੰਦੇ ਆ, ਉਹਦੀ ਗੱਲ ਕਰ ਰਹੀ ਹਾਂ, ਉਹ ਲੈ ਲਿਆ ਕਰੋ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਤਾਂ ਕੁਛ ਹੋਰ ਸੀਗਾ, ਪਰ ਮੈਂ ਸੁਣਿਆ ਕਿ ਹਲਦੀ ਬਾਰੇ ਕਹਿ ਰਹੇ ਹੋ ਤੁਸੀਂ। ਜੀ ਜੀ। ਤੇ ਹਲਦੀ ਬਹੁਤ ਹੀ ਤਰੀਕੇ ਨਾਲ ਖਾਈ ਜਾ ਸਕਦੀ ਹੈ। ਕੱਚੀ ਹਲਦੀ ਜਿਹੜੀ ਆ, ਉਹਦਾ ਅਚਾਰ ਬਹੁਤ ਸੋਹਣਾ ਪੈਂਦਾ ਆ, ਉਹ ਅਚਾਰ ਬਣਾਇਆ ਜਾ ਸਕਦਾ। ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮਸਾਲੇ ਕਿਹੜੇ ਕਿਹੜੇ ਪਾਣੇ। ਉਹ ਤੁਸੀਂ ਉਹ ਸ਼ੁੱਕਰਵਾਰ ਦੱਸਿਓ, ਬਣਾਉਣੀਆਂ ਚੀਜ਼ਾਂ ਸ਼ੁੱਕਰਵਾਰ। ਹੁਣ ਤੁਸੀਂ ਫਾਇਦੇ ਦੱਸੋ। ਮੈਂ ਕਿਹਾ ਟਾਈਮ ਇੰਨਾ ਕਿ ਥੋੜਾ, ਹਾਂਜੀ ਟਾਈਮ ਘੱਟਿਆ। ਹਾਂਜੀ, ਤੇ ਮੈਂ ਉਹ ਦੱਸਦੀ ਪਈ ਹਾਂ ਕਿ ਆ ਜਿਹੜੇ ਵੀਰ ਜੀ ਬੋਲ ਕੇ ਗਏ ਨੇ ਕਿ ਉਹਨਾਂ ਦਾ ਅੱਧਾ ਸਿਰ ਦੁਖਦਾ,
ਤੇ ਉਹ ਜਿਸ ਤਰ੍ਹਾਂ ਭੈਣ ਇੱਕ ਪੁੱਛਦੀ ਗਈ ਹੈ ਵੀ ਆਪਾਂ ਕੀ ਕਰਨਾ ਹਦਵਾਣੇ ਦੇ ਮਗਜ਼ਾਂ ਦਾ, ਹਨਾ। ਇਸ ਤਰ੍ਹਾਂ 4 ਮਗਜ਼ ਲੈ ਲੈਣ, 4 ਮਗਜ਼। ਤੇ ਅੱਗੇ ਵੀ ਦੱਸਿਆ ਕਿਸੇ ਨੇ, ਪਰ ਬਹੁਤ ਹੀ ਫਾਇਦੇਮੰਦ ਚੀਜ਼ਾਂ ਨੇ, ਲੋਕੀ ਸੁਣ ਲੈਂਦੇ ਨੇ ਕਈ, ਪਰ ਉਹਦੇ ਤੇ ਅਮਲ ਨਹੀਂ ਕਰਦੇ। ਮੇਰੀ ਬੇਨਤੀ ਤੁਹਾਡੇ ਰੇਡੀਓ ਥਰੂ ਸਾਰਿਆਂ ਨੂੰ ਇਹ ਹੈ ਕਿ ਦੇਸੀ ਚੀਜ਼ਾਂ ਦਾ ਕਿਸੇ ਦਾ ਵੀ ਬਹੁਤਾ ਸਾਈਡ ਇਫੈਕਟ ਨਹੀਂ ਹੁੰਦਾ। ਆਪਣੇ ਸਰੀਰ ਦੀ ਤਸੀਰ ਨੂੰ ਪਛਾਣੋ ਕਿ ਤੁਹਾਡੇ ਸਰੀਰ ਦੀ ਤਸੀਰ ਗਰਮ ਆ, ਕਿ ਤੁਹਾਡੇ ਸਰੀਰ ਦੀ ਬਾਈ ਵੱਧਦੀ ਹੈਗੀ ਆ, ਕਿ ਤੁਹਾਡਾ ਸਰੀਰ ਕਿਸ ਤਰ੍ਹਾਂ ਦੀ, ਉਹ ਆਪਣੇ ਆਪ ਨੂੰ ਜਜਮੈਂਟ ਹੋ ਜਾਂਦੀ ਹੈ ਕਿ ਕਿਹੜੀ ਚੀਜ਼ ਮੈਨੂੰ ਫਿੱਟ ਬੈਠਦੀ ਹੈ, ਤੇ ਕਿਹੜੀ ਮੈਨੂੰ ਗਰਮੀ ਕਰ ਦਿੰਦੀ ਹੈ, ਤੇ ਕਿਹੜੀ ਮੇਰੇ ਸਰੀਰ ਨੂੰ ਠੰਡਾ ਕਰ ਦਿੰਦੀ ਹੈ। ਉਹਦੇ ਮੁਤਾਬਕ ਸਾਰੇ ਹੀ ਸੁਣਨ ਵਾਲੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸਰੀਰ ਨੂੰ ਪੜ੍ਹ ਕੇ ਤੇ ਦੇਸੀ ਚੀਜ਼ਾਂ ਦਾ ਨੂੰ ਵਰਤ ਕੇ ਆਪਣੀ ਹਰ ਬਿਮਾਰੀ ਦਾ ਹੱਲ ਉਹ ਲੱਭ ਸਕਦੇ ਨੇ। ਜੀ ਜੀ। ਕੁਛ ਅਜੇ ਹਾਲੇ ਦੱਸਣਾ ਸੀ, ਇੱਕ ਵੀਰ ਜੀ ਕਹਿੰਦੇ ਸੀਗੇ ਵੀ ਆ ਤਾਂ 4 ਮਗਜ਼ ਖਾਣ ਵਿੱਚ ਉਹ ਖਸਖਸ ਪਾ ਲੈਣ, ਤੇ ਮੈਨੂੰ ਲੱਗਦਾ ਜੇ ਇਹਨਾਂ ਨੂੰ ਰਾਤ ਨੂੰ ਕੋਈ ਤਕਲੀਫ ਜ਼ਿਆਦਾ ਹੁੰਦੀ ਹੈ ਤਾਂ ਸਵੇਰੇ ਵੀ ਪੀ ਸਕਦੇ ਨੇ ਇਹਨਾਂ ਚੀਜ਼ਾਂ ਨੂੰ ਬਣਾ ਕੇ, ਉਸੇ ਵੇਲੇ ਬਣਾ ਲੈਣ ਫਰੈਸ਼, ਜਾਂ ਬਣਾ ਕੇ ਕੋਈ ਗਜ਼ਾ ਰੱਖ ਲੈਣ, ਜਿੱਦਾਂ ਹੁਣ ਦਿਨ ਆਉਂਦੇ ਪਏ ਨੇ ਅਲਸੀ ਵਗੈਰਾ ਵਿੱਚ ਵੀ ਇਹ ਚੀਜ਼ਾਂ ਪੀਸ ਕੇ ਮਿਕਸ ਕਰਕੇ ਕੋਈ ਪੰਜੀਰੀ ਜਾਂ ਪਿੰਨੀਆਂ ਬਣਾ ਲੈਣ, ਉਹ ਇੱਕ ਸਵੇਰੇ ਖਾ ਲੈਣ, ਬ੍ਰੇਕਫਾਸਟ ਹੋ ਜਾਏ ਉਹਨਾਂ ਦਾ, ਤੇ ਬਾਅਦ 'ਚ ਜਦੋਂ ਵੀ ਲੰਚ ਕਰਨਾ ਕਰਨ। ਇੱਕ ਤਾਂ ਸਿੱਧੀ ਜਿਹੀ ਗੱਲ ਹੈ ਵੀ ਸਾਰਿਆਂ ਲਈ, ਬਜ਼ੁਰਗਾਂ ਲਈ 70 ਸਾਲ ਜਿਹੜੇ ਨੇ ਉੱਪਰ ਥੱਲੇ ਨੇ, ਹਨਾ, ਆਪਣੇ ਸਰੀਰ ਨੂੰ ਨੋਆ ਰੱਖਣ ਵਾਸਤੇ ਵੀ ਸਭ ਤੋਂ ਵੱਡੀ ਇਮਾਨਤ ਤਾਂ ਸਾਡੀ ਇਹੀ ਸਰੀਰ ਜਿਹੜਾ ਰੱਬ ਨੇ ਬਖਸ਼ਿਆ। ਇੱਕ ਮੈਨੂੰ ਨਾ ਇੱਕ ਵਾਰੀ ਦੱਸਿਆ ਸੀ ਕਿ ਇੱਕ ਵੀਰ ਜੀ ਕਹਿੰਦੇ ਸੀ ਮੈਂ ਕੋਈ ਦਵਾਈ ਖਾਧੀ ਸੀ, ਮੇਰੇ ਹੱਥ ਕੰਬਣ ਲੱਗ ਪਏ, ਤੇ ਉਹਨਾਂ ਦੇ ਹੱਥ ਕੰਬਣ ਦਾ ਇਹ ਵਾਕਈ ਇਹ ਦਵਾਈ ਦਾ ਸਾਈਡ ਇਫੈਕਟ ਹੁੰਦਾ ਹੈ ਜਾਂ ਵੀਕਨੈਸ ਹੋ ਜਾਂਦੀ ਹੈ। ਉਹ ਕੀ ਕਰਨ ਕਿ ਆਪਣੇ ਸ਼ਹਿਦ ਜਿਹੜਾ ਹੁੰਦਾ, ਸ਼ਹਿਦ ਨੂੰ ਲੈ ਕੇ ਆਪਣੇ ਬਾਹਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਮਲ ਕੇ ਤੇ ਫਿਰ ਆਪਣੀਆਂ ਦੂਸਰੇ ਹੱਥ ਦੀਆਂ ਉਂਗਲਾਂ ਦੇ ਨਾਲ ਉਹਨਾਂ ਨੂੰ ਟੱਚ ਕਰ ਕਰਕੇ ਆਪਣਾ ਸਕਿਨ ਜਿਹੜੀ ਹਿੱਲੇਗੀ ਉਦੋਂ, ਕਿਉਂਕਿ ਉਹ ਚਿਪਕਣ ਵਾਲਾ ਹੋ ਜਾਂਦਾ ਹੈ, ਹਨਾ। ਜੀ ਜੀ। ਹਾਂਜੀ, ਸੁਣਦੇ ਤੇ ਉਹ ਚਿਪਕਦਾ ਜਦੋਂ, ਤੇ ਉਹਦੇ ਨਾਲ ਕੀ ਹੁੰਦਾ, ਜਿਹੜੀਆਂ ਸਾਡੀਆਂ ਬਲੌਕ ਜਿਹੜੀਆਂ ਖੂਨ ਦੀਆਂ ਨਸਾਂ ਹੈਗੀਆਂ ਉਹਨਾਂ 'ਚ ਖੂਨ ਚੱਲਣਾ ਸ਼ੁਰੂ ਹੋ ਜਾਂਦਾ। ਜਿੱਦਾਂ ਹੱਥ ਦੇ ਥੱਲੇ ਤੁਹਾਨੂੰ ਪਤਾ ਹਰੀਆਂ ਹਰੀਆਂ ਨਾੜਾਂ ਆਪਾਂ ਜਦੋਂ ਸਿੱਧਾ ਹੱਥ ਕਰਕੇ ਰੱਖਦੇ ਤਾਂ ਦਿਸਦੀਆਂ ਨੇ ਸਾਨੂੰ, ਹਨਾ। ਉਹਨਾਂ ਤੇ ਸਾਰਿਆਂ ਤੇ ਕਰਕੇ ਹੱਥ ਦੇ ਦੂਸਰੇ ਹੱਥ ਦੇ ਚੱਪੇ ਦੇ ਨਾਲ ਏਦਾਂ ਥੱਪ ਪਾਉਣਾ ਆ, ਉਹ ਕਰਕੇ ਦੇਖਣ, ਉਹਦੇ ਨਾਲ ਉਹ ਹਿੱਲਣਾ ਆ, ਮਾਸ ਉੱਪਰੋਂ ਉੱਠਣਾ ਆ, ਜਿੱਦਾਂ ਚਿੰਬੜਦਾ ਹੁੰਦਾ ਨਾ, ਜਿੱਦਾਂ ਗੋਲ ਚਿੰਬੜਦੀ। ਇਹਦਾ ਨਾ ਸਕਿਨ ਤੇ ਬਹੁਤ ਫਾਇਦਾ ਹੁੰਦਾ ਤੇ ਖੂਨ ਚੱਲਣਾ ਹੋ ਜਾਂਦਾ। ਇਸ ਚੀਜ਼ ਨੂੰ ਕਰਦੇ ਕਰਦੇ ਉਹ ਆਪਣੀ ਕੱਛ ਦੇ ਉੱਪਰ ਤੱਕ ਜਿਹੜਾ ਸਾਹਮਣੇ ਸਾਰਾ ਹਿੱਸਾ ਹੈ ਉਹਦੇ ਤੇ ਕਰਨ, ਫਿਰ ਉਸ ਤੋਂ ਬਾਅਦ ਜਿਹੜਾ ਬਾਹਰਲਾ ਹਿੱਸਾ ਸਾਰਾ ਬਾਂਹ ਦਾ ਹੈਗਾ ਉਹਦੇ ਤੇ ਕਰਨ, ਹੱਥਾਂ ਦੇ ਨੇੜੇ ਨੇੜੇ ਸਾਰੇ ਕਰਨ। ਇਹ ਇੱਕ ਟਾਈਮ ਦਿਨ ਦੇ ਵਿੱਚ 10-15 ਮਿੰਟ ਵੀ ਇਸ ਚੀਜ਼ ਦੀ ਐਕਸਰਸਾਈਜ਼ ਕਰਨ ਨਾਲ ਸ਼ਾਇਦ ਲੱਗਾ ਰਹਿ ਕੇ ਚਿਪਕਾ ਕੇ ਉਹਨੂੰ ਮਤਲਬ ਕਿ ਟੱਚ ਕਰਕੇ ਦੂਸਰੇ ਹੱਥ ਨਾਲ ਕਰਨ, ਉਹ ਸਕਿਨ ਨਾੜਾਂ ਜਿਹੜੀਆਂ ਸਾਰੀਆਂ ਬਲੌਕ ਖੁੱਲ ਜਾਣਗੀਆਂ। ਔਰ ਉਹਦਾ ਕੁਛ ਐਸੀ ਚੀਜ਼ਾਂ ਵੀ ਲੈਣ ਜਿਹਦੇ ਨਾਲ ਖੂਨ ਚੱਲਦਾ ਰਹੇ, ਹਨਾ, ਜੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਜਾਂ ਕੁਛ ਹੋਰ ਹੈ। ਥੈਂਕ ਯੂ ਪਰਮ ਜੀ। ਫਾਇਦਾ ਹੈ ਇਸ ਕਰਕੇ ਤੇ ਇਹਨੂੰ ਜ਼ਰੂਰ ਕਰਨ ਜੀ, ਉਹਦੇ ਹੱਥ ਪੈਰ ਜਿਹੜੇ ਕੰਬਣੇ ਹਟ ਜਾਣਗੇ ਜੀ। ਉਹਨਾਂ ਦੀ ਮਿਹਰਬਾਨੀ। ਸਮਾਂ ਤੁਹਾਡਾ ਮੈਨੂੰ ਲੱਗਦਾ ਥੈਂਕ ਯੂ ਜੀ। ਬਿਲਕੁਲ ਜੀ। ਸਾਡੇ ਅਗਲੇ ਕਾਲਰ ਨੇ ਬਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਪ੍ਰੋਬਲਮ ਹੈ ਕਿ ਮੈਨੂੰ ਡਾਕਟਰ ਨੇ ਇਹ ਦੱਸਿਆ IPF ਜਿਹੜੀ ਪ੍ਰੋਬਲਮ ਆ, ਜੇ ਕਿਸੇ ਨੂੰ ਕੋਈ ਇਹਦੇ ਬਾਰੇ ਪਤਾ ਹੋਵੇ, ਇਹ ਹੈਗੀ ਆ ਲੈਂਗਸ ਪ੍ਰੋਬਲਮ ਆ। ਠੀਕ ਆ। ਹਾਂਜੀ, ਇਹਦੇ ਵਾਸਤੇ ਇੱਕ ਮੈਂ ਐਕਸਰੇ ਸਾਰੇ ਟ੍ਰੀਟਮੈਂਟ ਮੇਰਾ ਚੱਲਦਾ ਵਾ, ਪਰ ਉਹ ਨਾ ਕਹਿੰਦੇ ਕਿ ਹੁਣ ਸਪੈਸ਼ਲ ਦੇ ਦਵਾਈ ਵੀ ਜਿਹੜੀ ਆ ਫਾਰਮੇਸੀ ਦੇ ਉਹ ਸਪੈਸ਼ਲ ਦੇ ਮਿਲਦੀ ਆ। ਠੀਕ ਆ। ਤੇ ਉਹ ਫਿਰ ਚੈੱਕ ਚੱਲੂਗਾ ਕਿ ਕਿੱਦਾਂ ਕਰਨਾ। ਚਲੋ ਆਪਾਂ ਪੁੱਛ ਲੈਨੇ, ਜੇ ਕਿਸੇ ਨੂੰ ਇਹਦੇ ਬਾਰੇ ਨੌਲੇਜ ਹੋਈ ਜ਼ਰੂਰ ਦੱਸ ਦਿਓ। ਹਾਂਜੀ, ਇਹ ਪ੍ਰੋਬਲਮ ਕਹਿੰਦੇ ਬਹੁਤ ਘੱਟ ਆ, ਵੈਸੇ ਬਹੁਤ ਘੱਟ ਸੁਣਦੀ, ਬਹੁਤ ਘੱਟ ਆ ਇਹ ਪ੍ਰੋਬਲਮ ਜਿਹੜੀ ਹੁੰਦੀ ਹੈ। ਹਾਂਜੀ, ਠੀਕ ਹੈ ਜੀ। ਨਹੀਂ ਤਾਂ ਕੋਈ ਨੈਕਸਟ ਵੀਕ ਦੱਸ ਦਿਓ। ਥੈਂਕ ਯੂ ਜੀ। ਥੈਂਕ ਯੂ ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਇਹਨਾਂ ਦੇ ਨਮਨੈਸ ਹੁੰਦੀ ਆ ਵੀ ਸੁੰਨ ਹੁੰਦੇ ਆ ਹੱਥ, ਉਹ ਦਾਲ ਚੀਨੀ ਦਾ ਤੇਲ ਇੱਥੇ ਦੱਸਿਆ ਸੀ ਪੰਜਾਬੀ ਰੇਡੀਓ ਤੇ, ਉਹਨਾਂ ਨੇ ਚਮਚਾ ਦੱਸਿਆ ਸੀ, ਥੋੜੇ ਤੇ ਸ਼ੁਰੂ ਕਰ ਲੈਣ, ਚੌਥੇ ਹਿੱਸੇ ਤੇ ਚਮਚੇ ਤੋਂ ਨੰਨੇ ਕਾਲਜੇ, ਤੇ ਉੱਤੋਂ ਦੀ ਗਰਮ ਪਾਣੀ ਜਾਂ ਪਾਣੀ ਚ ਮਿਲਾ ਕੇ ਥੋੜਾ ਜਿਹਾ ਪੀ ਲੈਣ, ਤੇ ਉਸ ਤੋਂ ਬਾਅਦ ਥੋੜਾ ਪਾਣੀ ਓਦਾਂ ਵੈਸੇ ਉੱਤੋਂ ਦੀ ਪੀ ਲੈਣ। ਤੇ ਉਹ ਬਾਕੀ ਜਿਹੜਾ ਇਹਨਾਂ ਨੇ ਆਮ ਜਿਨ੍ਹਾਂ ਦੇ ਹੱਥ ਕੰਮਦੇ ਆ, ਕੌਂਚ ਬੀਜ ਚਿੱਟੇ, ਉਹ ਅੱਗੇ ਮੈਂ ਦੱਸਿਆ ਸੀ, ਪੀ ਕੇ ਤੇ 1 ਚਮਚੇ ਤੋਂ ਸ਼ੁਰੂ ਕਰ ਦੇਣ। ਉਹਦੇ ਨਾਲ ਜਿਹੜੀ ਕੋਈ ਬਲੋਕਿੰਗ ਹੁੰਦੀ ਆ, ਕੋਈ ਤੁਹਾਡੇ ਜਾਂ ਹੱਥ ਕੰਮਦੇ ਆ, ਪਾਰਕਿੰਸਨ ਦੀ ਪ੍ਰੋਬਲਮ ਆ, ਉਹ ਵੀ ਠੀਕ ਹੋ ਜਾਂਦੀ ਆ। ਬਹਾਦਰ ਸਿੰਘ ਨੇ ਤਾਂ ਵੀਰ ਜੀ ਨੇ ਚਿੱਟੀ ਮੂਸਲੀ ਵੀ ਉਹਨਾਂ ਨੇ ਐਡ ਕਰਨ ਨੂੰ ਕਿਹਾ ਸੀ ਪਹੁੰਚ ਬੀਜ ਦੇ ਨਾਲ, ਉਹ ਕਰਨੀ ਚਾਹੁੰਦੇ ਆ ਤਾਂ ਕਰ ਸਕਦੇ ਆ। ਬਾਕੀ ਜਿਨ੍ਹਾਂ ਦਾ ਆਹ ਸਿਰ ਦੁਖਦਾ ਹੈ, ਸਿਰ ਦੁਖਦੇ ਨੂੰ ਉਹ ਨਾ
ਇਹਦੇ 'ਚ ਨੱਕ 'ਚ ਘਿਓ ਦੀਆਂ ਬੂੰਦਾਂ ਪਾਉਣ, ਜਾਂ ਬਦਾਮ ਰੋਗਨ ਪਿਓਰ ਹੋਵੇ ਐਲਮੰਡ ਆਇਲ, ਉਹ ਦੋ ਡ੍ਰੌਪ ਨੱਕ ਦੇ ਵਿੱਚ ਸਵੇਰੇ ਉੱਠਣ ਸਾਰ ਉਹ ਪਾਇਆ ਕਰਨ। ਤੇ ਬਾਕੀ ਜਿਨ੍ਹਾਂ ਦੇ ਹੱਥ ਸੁੰਨ ਹੁੰਦੇ ਆ ਤੇ ਉਹ ਚੂੰਡੀਆਂ 5 ਮਿੰਟ ਲਾ ਕੇ ਆਪਦੇ ਹੱਥਾਂ ਨੂੰ, 5 ਮਿੰਟ ਉਸ ਹੱਥ ਨੂੰ ਲਾ ਲੈਣ, 5 ਮਿੰਟ ਉਸ ਨੂੰ ਲਾ ਲੈਣ ਦੂਸਰੇ ਨੂੰ। ਜੇ ਇਕੱਠੇ ਲਾਉਣੇ ਇਕੱਠੇ ਵੀ ਲਾ ਸਕਦੇ, ਜਾਂਦੀ ਵਾਰੀ ਵੀ ਕਰ ਸਕਦੇ ਆ। ਤੇ ਉਹ 5 ਮਿੰਟ ਲਾਉਣ ਤੇ ਉਹਦੇ ਨਾਲ ਜਿਹੜਾ ਉਹਨਾਂ ਦਾ ਸਰਕੂਲੇਸ਼ਨ ਆ ਜਾਂ ਉਹ ਕੁਛ ਉਹ ਹੋਊਗਾ ਉਹ ਠੀਕ ਹੋ ਜਾਊਗਾ। ਤੇ ਬਾਕੀ ਜਿਹੜੇ ਆਹ ਹੁੰਦੇ ਆ ਆਪਣੇ ਚਾਰੇ ਮਗਜ਼, ਇਹ ਚਮਚਾ ਇੱਕ ਲੈ ਸਕਦੇ ਆ, ਕੋਈ ਵੀ ਲੈ ਸਕਦਾ ਬੰਦਾ, ਬਲੱਡ ਪ੍ਰੈਸ਼ਰ ਲਈ ਲੈ ਸਕਦਾ, ਕਿਸੇ ਨੂੰ ਸਟੋਮਕ ਦੀ ਪ੍ਰੋਬਲਮ ਆ, ਮੇਰੀ ਫਰੈਂਡ ਇੱਕ ਲੈਂਦੀ ਆ, ਉਹ ਲੈਂਦੀ ਆ ਹਰ ਰੋਜ਼ 1 ਚਮਚਾ ਲੈਂਦੀ ਆ ਉਹ। ਠੀਕ ਹੈ, ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਅੱਗੇ ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਹੱਥ ਨਮ ਬਾਰੇ ਹੀ ਅੱਗੇ ਰੇਡੀਓ ਤੇ ਦੱਸਿਆ ਸੀਗਾ, ਜਿਹੜਾ ਫਿਗ, ਐਪਰੀਕੋਟ ਤੇ ਖੰਜੂਰ, 2 ਫਿਗ, 2 ਐਪਰੀਕੋਟ, 2 ਖੰਜੂਰਾਂ। ਜੇ ਖੰਜੂਰਾਂ ਗਰਮੀ ਕਰਦੀਆਂ ਨੇ ਤਾਂ 1 ਲੈ ਲੈਣ ਤੁਸੀਂ, 1 ਟਾਈਮ ਲੈ ਲਓ, ਚਾਹੇ 2 ਟਾਈਮ ਲੈ ਲਓ, ਸਵੇਰੇ ਚਾਹੇ ਸ਼ਾਮ। ਇਹਦੇ ਨਾਲ ਜਿਹੜੀਆਂ ਆਪਣੀਆਂ ਨਸਾਂ ਵੀਕ ਹੋਈਆਂ ਹੁੰਦੀਆਂ ਨੇ ਉਹਨਾਂ 'ਚ ਤਾਕਤ ਮਿਲਦੀ ਆ, ਆਪਣੀ ਬੋਡੀ ਨੂੰ ਤਾਕਤ ਮਿਲਦੀ ਆ, ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ। ਤੇ ਨਾਲੇ ਐਕਸਰਸਾਈਜ਼ ਕਰਨ। ਬਾਕੀ ਜਿਹੜਾ ਬਦਾਮ, ਖਸਖਸ ਵਗੈਰਾ ਦੱਸਿਆ ਇਹ ਵੀ ਖਾਣ, ਉਹਦੇ ਨਾਲ ਸਰੀਰ 'ਚ ਤਾਕਤ ਆਉਂਦੀ ਹੈ, ਤਾਂ ਫਿਰ ਇਹਨੂੰ ਬਹੁਤ ਫਾਇਦਾ ਹੁੰਦਾ ਇਹ ਚੀਜ਼ਾਂ ਨੂੰ, ਨਮ ਹੁੰਦੀਆਂ ਨੇ। ਥੈਂਕ ਯੂ। ਹਾਂਜੀ, ਬਸ ਮੈਂ ਯੂਜ਼ ਕੀਤੀਆਂ ਨੇ, ਬਹੁਤ ਫਾਇਦਾ ਹੁੰਦਾ। ਜਦ ਮੈਂ ਨਾ ਹਟ ਜਾਂਦੀ ਹਾਂ ਯੂਜ਼ ਕਰਨੋਂ, ਲਾਪਰਵਾਹੀ ਕਰਦੀ ਹਾਂ, ਉਹ ਫਿਰ ਪ੍ਰੋਬਲਮ ਹੁੰਦੀ ਹੈ। ਜੇ ਆਪਾਂ ਲੈਂਦੇ ਰਹਿੰਦੇ ਹਾਂ ਤਾਂ ਫਿਰ ਠੀਕ ਰਹਿੰਦਾ। ਥੈਂਕ ਯੂ ਜੀ ਫੀਡਬੈਕ ਦੇਣ ਲਈ, ਬਹੁਤ ਧੰਨਵਾਦ ਹੈ ਜੀ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਜਿੱਦਾਂ ਬਾਥਰੂਮ ਦੀ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਮੇਰੇ ਹਸਬੈਂਡ ਨੂੰ, ਤਾਂ ਉਹ ਫਿਰ ਕਿਸ ਵੇਲੇ ਏਦਾਂ ਹੋ ਜਾਂਦਾ, ਜ਼ਿਆਦਾ ਆਉਣਾ ਪੈਂਦਾ, ਫਿਰ ਕੰਟਰੋਲ ਨਹੀਂ ਹੁੰਦਾ ਹੈਗਾ। ਠੀਕ ਹੈ ਜੀ। ਇਹਦੇ ਬਾਰੇ ਕੁਝ ਦੱਸਣਾ ਸੀਗਾ। ਤਾਂ ਜਦੋਂ ਗਲੂਕੋਜ਼ ਲਵਾ ਦਿੰਦੇ ਆ ਥੋੜਾ ਫਰਕ ਪੈ ਜਾਂਦਾ, ਥੋੜੇ ਕੁ ਚਿਰ ਬਾਅਦ ਫਿਰ ਉੱਦਾਂ ਹੀ ਹੋ ਜਾਂਦਾ, ਇਨਫੈਕਸ਼ਨ ਹੋ ਜਾਂਦੀ ਫਿਰ ਬਾਥਰੂਮ ਦੀ ਇਹਨਾਂ ਨੂੰ ਫਿਰ। ਠੀਕ ਹੈ ਜੀ। ਹਾਂਜੀ, ਤਾਂ ਮੈਂ ਇੱਕ ਆਪਣੇ ਬਾਰੇ ਪੁੱਛਣਾ ਸੀਗਾ। ਮੈਨੂੰ ਜਿੱਦਾਂ ਪਹਿਲਾਂ ਤਾਂ ਠੀਕ ਸੀਗਾ, ਮੈਂ ਜਿੱਦਾਂ ਨਾ ਗੋਲੀਆਂ ਦਿੱਤੀਆਂ ਸੀਗੀਆਂ, ਬਾਕੀ ਜਿੱਦਾਂ ਘੇ ਪਾ ਕੇ ਚਾਹ 'ਚ ਪਾ ਕੇ ਪੀਣਾ, ਖੰਘ ਸੀ। ਹੁਣ ਥੋੜੇ ਚਿਰ ਬਾਅਦ ਮੈਨੂੰ ਫੇਰ ਹੋ ਜਾਂਦੀ ਸੁੱਕੀ ਜਿਹੀ ਖੰਘ, ਰੇਸ਼ਾ ਜੀ ਜੰਮੀ ਹੋ ਜਿੱਦਾਂ ਏਦਾਂ ਹੁੰਦੀ ਆ ਇਹ। ਚਲੋ ਆਪਾਂ ਪੁੱਛ ਲੈਣੇ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਲਾਸਟ ਕਾਲਰ ਪੌਲ ਚਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜਿਹੜਾ ਹੈਗਾ ਆਪਣੋ ਬੇਟੀ ਦੀ ਕਾਲ ਆਈ ਸੀਗੀ ਕਿ ਵੀ ਅੱਡੀਆਂ ਦਾ ਦਰਦ ਹੈਗਾ। ਹਾਂਜੀ ਹਾਂਜੀ ਬੇਟਾ ਉਹਦੇ 2 ਤਾਂ ਆਇਲ ਹੈਗੇ ਨੇ, ਤੇ ਇੱਕ ਜਿਹੜਾ ਹੈਗਾ ਟਕੋਰ ਕਰਨੀ ਹੈ। ਟਕੋਰ ਵਾਸਤੇ ਤਾਂ ਪਾਣੀ ਦੇ ਵਿੱਚ, ਬਾਲਟੀ ਦੇ ਵਿੱਚ ਨਾ ਗਰਮ ਪਾਣੀ ਲੈ ਲੈਣਾ, ਉਹਦੇ ਵਿੱਚ ਐਪਸਮ ਸਾਲਟ ਤੇ ਜਿਹੜਾ ਸੀ ਸਾਲਟ ਦੋਨੇ ਮਿਕਸ ਕਰਕੇ ਪਾ ਲੈਣੇ ਹੈਗੇ ਨੇ, ਤੇ ਫਿਰ ਉਹ ਟਕੋਰ ਕਰ ਲੈਣੀ। ਮਤਲਬ ਕਿ ਉਹਦੇ 'ਚ ਪੈਰ ਜਿਹੜੇ ਨਾ ਸੋਕ ਕਰ ਲੈਣੇ ਨੇਗੇ ਜਿੰਨੀ ਦੇਰ, 15 ਮਿੰਟ 20 ਮਿੰਟ ਹੈ। ਤੇ ਉਹ ਜਿਹੜਾ ਹੈ ਨਾ ਤੁਹਾਡੇ ਜਿਹੜੀਆਂ ਅੱਡੀਆਂ ਨੂੰ ਨਾ, ਸਾਰੇ ਪੈਰਾਂ ਨੂੰ ਸੌਫਟ ਕਰ ਦੇਗਾ। ਇੱਕ ਦੂਸਰਾ ਜਿਹੜਾ ਹੈ ਨਾ ਆਇਲ ਤੁਸੀਂ ਲੈ ਕੇ ਆਓ, ਆਰਨਿਕਾ ਆਇਲ, ARNICK, ਆਰਨਿਕਾ, ਜਿੱਦਾਂ ਅਮਰੀਕਾ ਨਾ ਇਸ ਤਰ੍ਹਾਂ ਆਰਨਿਕਾ ਆਇਲ, ਜਿਹੜਾ ਕਿ ਸੋਜਿਸ਼ ਦੇ ਵਾਸਤੇ, ਪੇਨ ਦਰਦ ਦੇ ਵਾਸਤੇ ਹੋਰ ਤੁਹਾਡੇ ਵਾਸਤੇ ਨਾ ਲਾਹੇਵੰਦ ਹੋਏਗਾ। ਉਹਦੀ ਮਾਲਿਸ਼ ਕਰਨੀ ਹੈਗੀ ਹੈ। ਉਹਦੀ ਅਲਟਰਨੇਟਿਵਲੀ ਜਿਹੜਾ ਹੈ ਨਾ ਦੂਸਰਾ ਲਓ ਤੁਸੀਂ ਸੇਂਟ ਜੌਨਸ ਵਾਰਟ ਆਇਲ, ਸੇਂਟ ਜੌਨ JOHN ਵਾਰਟ WORT ਆਇਲ। ਇਹ ਬੇਟਾ ਜਿਹੜਾ ਹੈ ਨਾ, ਜਿਹੜੇ ਤੁਹਾਡੀਆਂ ਕੋਈ ਨਰਵ ਐਂਡਿੰਗ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਰਿਪੇਅਰ ਕਰ ਦੇਗਾ। ਪਰ ਇਸ ਤੋਂ ਜ਼ਿਆਦਾ ਨਾ ਤੁਸੀਂ ਆਪਣਾ ਡਾਇਬਟੀਜ਼ ਵਾਸਤੇ ਚੈੱਕਆਊਟ ਕਰਾਓ, ਕਿਤੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ। ਜੇ ਦੋਨੇ ਪੈਰਾਂ 'ਚ ਹੈਗੀ ਹੈ ਦੈਨ ਦੈਟ ਇਜ਼ ਏ ਸਸਪੀਸ਼ਨ ਹੈ। ਤੇ ਚਲੋ ਪ੍ਰਮਾਤਮਾ ਭਲੀ ਕਰੇ, ਵਿਸ਼ਿੰਗ ਯੂ ਆਲ ਦਾ ਬੈਸਟ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤੇ ਇਸੇ ਦਿਨ ਪ੍ਰੋਗਰਾਮ ਦੀ ਸਮਾਪਤੀ। ਜਿਨ੍ਹਾਂ ਦੀਆਂ ਅੱਡੀਆਂ ਦੁਖਦੀਆਂ, ਟੈਂਪਰੇਰੀ ਇਲਾਜ ਇਹ ਹੈ ਕਿ ਜਰਾਬ ਦੇ ਵਿੱਚ ਤੁਸੀਂ ਚੌਲ ਪਾ ਲਓ, ਉਹਨਾਂ ਨੂੰ ਬੇਸ਼ੱਕ ਮਾਈਕ੍ਰੋਵੇਵ 'ਚ ਗਰਮ ਕਰ ਲਓ ਅਤੇ ਉਹਨਾਂ ਨੂੰ ਵਾਰੀ ਲਾਵੋ। ਬਾਕੀ ਜਿਹੜਾ ਦੱਸਿਆ ਜਾਂਦਾ, ਕਈ ਵਾਰੀ ਪਾਣੀ ਦੀ ਬੋਤਲ ਆ ਉਹ ਫਰੀਜ਼ ਕਰ ਲਓ, ਜਿਹੜੀ ਪਾਣੀ ਪੀਣ ਵਾਲਾ ਹੁੰਦਾ ਉਹ ਬੋਤਲ ਆ ਖਾਲੀ ਕਰਕੇ ਹੋਰ ਪਾਣੀ ਭਰ ਕੇ ਉਹਨੂੰ ਫਰੀਜ਼ ਕਰ ਲਓ, ਅਤੇ ਉਹਦੀਆਂ ਜਿਹੜੀਆਂ ਤੁਸੀਂ ਐਕਸਰਸਾਈਜ਼ ਪੈਰਾਂ ਦੇ ਨਾਲ ਕਰਨੀ ਆ। ਅਤੇ ਹੋ ਸਕਦਾ ਕਿ ਨੈਕਸਟ ਵੀਕ ਕੋਈ ਹੋਰ ਉਸ ਦਾ ਪ੍ਰੋਪਰ ਇਲਾਜ ਦੱਸਦਾ। ਇਹਦੇ ਵਿੱਚ ਡਾਕਟਰ ਕੋਈ ਨਹੀਂ, ਇਹ ਸਿਰਫ ਹੋਮ ਰੈਮਡੀਜ਼ ਹੈਗੀਆਂ, ਇਹਨਾਂ ਨੂੰ ਕਰਕੇ ਤੁਸੀਂ ਕੋਸ਼ਿਸ਼ ਕਰ ਸਕਦੇ। ਅਤੇ ਉਹਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਤੋਂ ਆਰਾਮ ਆਉਂਦਾ ਆ, ਬਹੁਤ ਜ਼ਰੂਰੀ ਆ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਇਹ ਪ੍ਰੋਗਰਾਮ ਐਤਵਾਰ ਨੂੰ ਤੁਸੀਂ ਫਿਰ ਇਸ ਦਾ ਰਿਪੀਟ ਸੁਣੋਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।